ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਆਡੀਓ ਬੁੱਕ YouTube ਚੈਨਲ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਇਤ ਜਿਨ ਕਰੀ ਜੀਵਨੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਕਿਤਾਬ ਦਾ ਅਗਲਾ ਭਾਗ ਪੜ੍ਹਨ ਜਾ ਰਹੇ ਹਾਂ। ਲੇਖਕ ਸਤਬੀਰ ਸਿੰਘ। ਪੰਨਾ ਨੰਬਰ 39। ਭਾਗ ਚੌਥਾ। ਵਸੇਬਾ। ਬਾਬਾ ਬਕਾਲਾ। ਗੁਰੂ ਹਰ ਰਾਏ ਜੀ ਬਾਬਾ ਗੁਰਦਿੱਤਾ ਜੀ ਦੇ ਛੋਟੇ ਸਪੁੱਤਰ ਸਨ। ਬਾਬਾ ਗੁਰਦਿੱਤਾ ਜੀ ਦੇ ਵੱਡੇ ਪੁੱਤਰ ਦਾ ਨਾਂ ਧੀਰਮਲ ਜੀ ਸੀ। ਬਾਬਾ ਗੁਰਦਿੱਤਾ ਜੀ ਦੇ ਗੁਜ਼ਰਨ ਉਪਰੰਤ ਧੀਰਮਲ ਇਸ ਕੋਸ਼ਿਸ਼ ਵਿੱਚ ਰੁੱਝ ਗਿਆ ਕਿ ਉਹ ਗੱਦੀ ਦਾ ਵਾਰਿਸ ਬਣੇ। ਗੁਰੂ ਹਰਗੋਬਿੰਦ ਜੀ ਨੇ ਧੀਰਮਲ ਨੂੰ ਚਾਲਾਂ ਖੇਡਦੇ ਗੂੰਦਾ ਗੁੰਦਦੇ ਦੇਖ ਆਖ ਵੀ ਦਿੱਤਾ ਸੀ, ਧੀਰਮਲ ਪ੍ਰਿਥੀ ਚੰਦ ਦਾ ਅਵਤਾਰ ਹੈ। ਬਾਬਾ ਬੁੱਢਾ ਜੀ ਨੇ ਉਸ ਦੇ ਜਨਮ ਤੇ ਹੀ ਕਹਿ ਦਿੱਤਾ ਸੀ ਕਿ ਤਾਇਆ ਜੀ ਫਿਰ ਮੁੜ ਕੇ ਆ ਗਏ ਹਨ। ਧੀਰਮਲ ਨੂੰ ਬਹੁਤੀ ਆਸ ਤਾਂ ਵੱਜੀ ਸੀ ਕਿ ਆਦਿ ਗੁਰੂ ਗ੍ਰੰਥ ਸਾਹਿਬ ਦੀ ਬੀੜ ਉਸ ਪਾਸ ਹੈ। ਗੁਰੂ ਹਰਗੋਬਿੰਦ ਜੀ ਨੇ ਨਿਰਣਾ ਲੈ ਲਿਆ ਕਿ ਗੁਰਗੱਦੀ ਦੀ ਜ਼ਿੰਮੇਵਾਰੀ ਗੁਰੂ ਹਰ ਰਾਏ ਜੀ ਨੂੰ ਸੌਂਪੀ ਜਾਏ। ਗੁਰੂ ਹਰ ਰਾਏ ਜੀ ਦੀ ਆਜੂ ਬੇਸ਼ੱਕ ਉਸ ਸਮੇਂ ਕੇਵਲ 14 ਸਾਲ ਸੀ, ਪਰ ਉਹਨਾਂ ਨੇ ਹੁਕਮ ਮੰਨਣ, ਸੇਵਾ ਨਿਭਾਉਣ, ਸਿਮਰਨ ਵਿੱਚ ਜੁੜਨ ਦੀ ਹੱਦ ਦੱਸ ਦਿੱਤੀ ਸੀ। ਨਾਲ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਇਹ ਗੁਰੂ ਗੱਦੀ ਕੋਈ ਵਿਰਾਸਤ ਨਹੀਂ ਸੀ। ਗੁਰੂ ਘਰ ਦੀ ਚਾਲ ਬੜੀ ਨਿਰਾਲੀ ਸੀ। ਇੱਕ ਵਾਰੀ ਬਾਬਾ ਸੂਰਜਮਲ, ਜੋ ਹਰਗੋਬਿੰਦ ਜੀ ਦੇ ਛੋਟੇ ਬੱਚੇ ਸਨ, ਨੇ ਹੱਕ ਜਤਾਉਣਾ ਚਾਹਿਆ ਤਾਂ ਛੇਵੇਂ ਪਾਤਸ਼ਾਹ ਨੇ ਫਰਮਾਇਆ ਸੀ, ਕਿਸੇ ਨੂੰ ਕਹਿਣ ਕਹਾਉਣ ਤੇ ਹੱਕ ਜਤਾਉਣ ਦੀ ਲੋੜ ਨਹੀਂ ਹੈ। ਗੁਰੂ ਹਰਗੋਬਿੰਦ ਜੀ ਦੇਖ ਰਹੇ ਸਨ ਕਿ ਗੁਰੂ ਹਰ ਰਾਏ ਜੀ ਐਸੇ ਸਨ ਜੋ ਜ਼ਿੰਮੇਵਾਰੀ ਸੰਭਾਲ ਸਕਣਗੇ। ਜਿਵੇਂ ਗੁਰੂ ਹਰ ਰਾਏ ਜੀ ਜਾਮਾ ਸੰਭਾਲ ਤੁਰਦੇ ਸਨ ਅਤੇ ਸੇਵਾ ਵਿੱਚ ਜੁਟੇ ਰਹਿੰਦੇ ਸਨ, ਉਸ ਤੋਂ ਇਹ ਸਪਸ਼ਟ ਹੋ ਰਿਹਾ ਸੀ ਕਿ ਉਹ ਹੀ ਇਸ ਪੰਥ ਨੂੰ ਉਠਾਉਣ ਯੋਗ ਹਨ। ਸਹਿ ਟਿਕਾ ਦਿਤੋਸ ਜੀਵਦੇ ਦੀ ਪਰਪਾਟੀ ਨੂੰ ਅੱਗੇ ਤੋਰਦੇ ਹੋਏ ਭਰੀ ਸੰਗਤ ਵਿੱਚ 5 ਪੈਸੇ ਨਾਰੀਅਲ ਪੋਥੀ ਰੱਖ ਕੇ ਮੱਥਾ ਟੇਕਿਆ, ਪ੍ਰਦਖਣਾ ਕੀਤੀ ਅਤੇ ਸਭ ਸੰਗਤਾਂ ਨੇ ਸਿਰ ਝੁਕਾਇਆ। ਬਾਬਾ ਬੁੱਢਾ ਜੀ ਦੇ ਪੁੱਤਰ ਭਾਈ ਭਾਨਾ ਜੀ ਨੇ ਗੁਰਗੱਦੀ ਤੇ ਬਿਠਾਉਣ ਦੀ ਮਰਿਆਦਾ ਨਿਭਾਈ। ਗੁਰੂ ਹਰਗੋਬਿੰਦ ਜੀ ਨੇ ਫਰਮਾਇਆ, ਪੁੰਨ ਸਭ ਕੋ ਗੁਰ ਕਹੀ ਸੁਨਾਏ, ਮਮ ਸਭ ਅਬ ਜਾਨੋ ਹਰ ਰਾਏ। ਮੇਰੇ ਸਮਾਨ ਹੀ ਗੁਰੂ ਹਰ ਰਾਏ ਨੂੰ ਜਾਣਨਾ, ਸਵਾ ਪਹਿਰ ਰਾਤ ਰਹਿੰਦੇ ਜਾਗਣਾ, ਉੱਠ ਕੇ ਇਸ਼ਨਾਨ ਕਰਨਾ, ਜਪਜੀ ਦਾ ਪਾਠ ਕਰਨਾ। ਜਪਜੀ ਹੀ ਗੁਰੂ ਮੰਤਰ ਹੈ। ਗੁਰੂ ਹਰ ਰਾਏ ਜੀ ਨੇ ਪੁੱਛਿਆ ਕਿ ਸ਼ਾਹਜਹਾਂ ਨਾਲ ਕੈਸੀ ਨੀਤੀ ਅਪਣਾਉਣੀ ਹੈ ਤਾਂ ਆਪ ਜੀ ਨੇ ਕਿਹਾ, ਸਿੱਖ ਘਰ ਦਾ ਕਿਸੇ ਨਾਲ ਵੈਰ ਨਹੀਂ। ਕੋਈ ਵੀ ਦਿਲ ਵਿੱਚ ਵਿਰੋਧ ਰੱਖ ਕੇ ਤੁਹਾਡੇ ਤੇ ਚੜ੍ਹਾਈ ਕਰੇਗਾ, ਉਸ ਨੂੰ ਕਦੇ ਸਫਲਤਾ ਨਹੀਂ ਮਿਲੇਗੀ। 2200 ਸਵਾਰ ਸਦਾ ਆਪਣੇ ਨਾਲ ਰੱਖਣੇ। ਬਾਬਾ ਸੂਰਜਮਲ ਨੇ ਵੀ ਗੁਰੂ ਹੁਕਮਾਂ ਅੱਗੇ ਸਿਰ ਨਿਵਾਇਆ ਅਤੇ ਪੂਰਾ ਸਿੱਖ ਹੋਵਾਂ ਦੀ ਅਸੀਸ ਮੰਗੀ। ਗੁਰੂ ਤੇਗ ਬਹਾਦਰ ਜੀ ਨੂੰ ਬਾਬਾ ਬਕਾਲਾ ਜਾਣ ਦਾ ਹੁਕਮ। ਗੁਰੂ ਤੇਗ ਬਹਾਦਰ ਜੀ ਨੇ ਗੁਰੂ ਹਰ ਰਾਏ ਜੀ ਨੂੰ ਮੱਥਾ ਟੇਕਿਆ ਅਤੇ ਆਗਿਆ ਵਿੱਚ ਟੁਰਦੇ ਰਹੇ। ਮਾਤਾ ਨਾਨਕੀ ਜੀ ਨੇ ਗੁਰਪਤੀ ਕੋਲੋਂ ਜ਼ਰੂਰ ਪੁੱਛਿਆ ਕਿ ਤੁਸਾਂ ਹੁਕਮ ਕੀਤਾ ਸੀ ਕਿ ਤੇਰੇ ਗ੍ਰਹਿ ਗੁਰਿਆਈ ਆਵੇਗੀ, ਪਰ ਇਹ ਤਾਂ ਤੁਸੀਂ ਗੁਰੂ ਹਰ ਰਾਏ ਜੀ ਨੂੰ ਦੇ ਦਿੱਤੀ ਹੈ। ਗੁਰੂ ਬਿਲਾਸ ਪਾਤਸ਼ਾਹੀ 6ਵੀਂ ਦੇ ਸ਼ਬਦ ਅਨੁਸਾਰ, ਸ਼੍ਰੀ ਗੁਰ ਕਹਿ ਤੁਮ ਚਿਤ ਤਜ ਸਮਾ ਪਾਏ ਤੁਮ ਆਏ, ਤੁਮ ਸੁਤ ਨੰਦਨ ਅਮਿਤ ਬਲ ਸਭ ਜਗ ਕਰੇ ਸਹਾਏ। ਚਿੰਤਾ ਦੀ ਲੋੜ ਨਹੀਂ, ਸਮੇਂ ਅਨੁਸਾਰ ਉਹਨਾਂ ਨੂੰ ਵੀ ਮਿਲ ਜਾਏਗੀ। ਉਸ ਸਮੇਂ ਕੇਵਲ ਪੋਥੀ, ਕਟਾਰ ਅਤੇ ਰੁਮਾਲ ਬਖਸ਼ਿਆ ਤੇ ਫਰਮਾਇਆ ਕਿ ਹੁਣ ਬਾਬਾ ਬਕਾਲੇ ਚਲੇ ਜਾਓ। ਠੀਕ ਸ਼ਬਦ ਸਨ। ਅਬ ਮਾਨੋ ਮਮ ਬਾਈ ਜਾਏ ਬਕਾਲੇ ਤੁਮ ਰਹੋ, ਤਹਿ ਤਾਂ ਬਸ ਤੁਮ ਜਾਏ ਸਤ ਗੁਰਿਆਈ ਤੋ ਹੀ ਹੋਏ। ਸੋ ਮਾਤਾ ਨਾਨਕੀ, ਮਾਤਾ ਗੁਜਰੀ ਜੀ ਅਤੇ ਗੁਰੂ ਤੇਗ ਬਹਾਦਰ ਜੀ ਨੇ ਕਿਰਤਪੁਰ ਛੱਡ ਬਾਬਾ ਬਕਾਲਾ ਜਾਣ ਦਾ ਨਿਰਣਾ ਲੈ ਲਿਆ। ਗੁਰਗੱਦੀ ਦੀ ਜ਼ਿੰਮੇਵਾਰੀ ਬਖਸ਼ ਗੁਰੂ ਹਰਗੋਬਿੰਦ ਜੀ ਬਹੁਤਾ ਚਿਰ ਕੀਰਤਨ ਸੁਣਨ ਵਿੱਚ ਹੀ ਜੁਟੇ ਰਹਿੰਦੇ। ਦੀਵਾਨ ਵੀ ਸਤਲੁਜ ਦੇ ਕਿਨਾਰੇ ਲਗਾਉਂਦੇ, ਰੱਬ ਦੇ ਖੋਜੀ ਅਤੇ ਢੰਡਾਊ ਪੁੱਜਦੇ ਅਤੇ ਰਾਹ ਪਾਉਂਦੇ। ਜਦ ਮੋਰੀ ਜੀ ਦੇ ਬੇਟੇ ਆਨੰਦ ਜੀ ਕਰਤਾਰਪੁਰ ਦਰਸ਼ਨਾਂ ਨੂੰ ਆਏ ਤਾਂ ਆਪ ਜੀ ਨੇ ਅੱਗੇ ਹੋ ਕੇ ਉਹਨਾਂ ਦੀ ਪਾਲਕੀ ਇੱਕ ਪਾਸਿਓਂ ਚੁੱਕ ਲਈ। ਨਿਮਰਤਾ ਦੇ ਪੂਰਨੇ ਪਾ ਰਹੇ ਸਨ, ਧਰਮ ਦਾ ਰਾਹ ਬਣਾ ਰਹੇ ਸਨ। ਜਿਸ ਪੀਰ ਭਰਾ ਕੈਵਾਨੀ ਦਾ ਜ਼ਿਕਰ ਮੋਹਸਨ ਫਾਨੀ ਨੇ ਕੀਤਾ ਹੈ, ਉਹ ਵੀ ਉਹਨਾਂ ਦਿਨਾਂ ਵਿੱਚ ਕੀਰਤਪੁਰ ਆਇਆ ਸੀ। ਪੀਰ ਕੈਵਾਨੀ ਦੇ ਵਾਪਸ ਮੁੜਨ ਦੇ 1 ਹਫ਼ਤੇ ਬਾਅਦ ਗੁਰੂ ਹਰਗੋਬਿੰਦ ਜੀ ਜੋਤੀ ਜੋਤ ਸਮਾ ਗਏ ਸਨ। ਅੰਤਿਮ ਸਮਾਂ ਨੇੜੇ ਜਾਣ ਨਿੱਤ ਸੰਗਤਾਂ ਨੂੰ ਇਹ ਹੀ ਉਪਦੇਸ਼ ਦਿੰਦੇ ਕਿ ਸਾਡੇ ਘਰ ਕੋਈ ਰੋਣਾ ਨਾ ਕਰਨਾ, ਸਿਰਫ ਵਾਹਿਗੁਰੂ ਤੇ ਭਰੋਸਾ ਰੱਖਣਾ। ਜੋ ਗੁਰੂ ਦਾ ਹੁਕਮ ਮੰਨਦਾ ਹੈ, ਗੁਰੂ ਨੂੰ ਉਹ ਹੀ ਪਿਆਰਾ ਹੈ। ਗੁਰੂ ਦੇ ਸ਼ਬਦ ਨਾਲ ਪਿਆਰ ਹੀ ਸਹੀ ਪਿਆਰ ਹੈ। ਗੁਰੂ ਬਿਲਾਸ ਪਾਤਸ਼ਾਹੀ 6ਵੀਂ ਨੇ ਸੋਹਣਾ ਲਿਖਿਆ ਹੈ ਕਿ ਅੰਤਿਮ ਸਮੇਂ ਦੇ ਮਹਾਰਾਜ ਦੇ ਫਰਮਾਨ ਸਨ, ਮਮ ਆਇਸ ਤੁਮ ਰੁਦਨ ਨ ਕੀਜੇ, ਕੀਰਤਨ ਨਾਮ ਵਿਖੇ ਮਨ ਦੀਜੇ, ਗੁਰ ਸਿੱਖਣ ਕੀ ਸੇਵਾ ਕਰਿਓ, ਏਕ ਟੇਕ ਗੁਰੂ ਨਾਨਕ ਧਰਿਓ। ਦੀਵਾਨ ਵਿੱਚ ਕੀਰਤਨ ਹੋ ਰਿਹਾ ਸੀ। ਗੁਰੂ ਹਰਗੋਬਿੰਦ ਜੀ ਨੇ ਇੱਕ ਥੰਮ ਦੀ ਟੇਕ ਲਈ। ਜਦ ਗੁਰੂ
ਹਰ ਰਾਏ ਜੀ ਨੇ ਅਗਾਂਹ ਹੋ ਕੇ ਡਿੱਠਾ ਤਾਂ ਸੂਰਜ ਕਿਰਨ ਮਿਲ ਚੁੱਕੀ ਸੀ। 3 ਮਾਰਚ 1644 ਈਸਵੀ ਨੂੰ ਆਪ ਜੀ ਜੋਤੀ ਜੋਤ ਸਮਾਏ। ਇਹ ਵੀ ਕਿਹਾ ਜਾਂਦਾ ਹੈ ਕਿ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਵੇਲੇ ਆਕਾਸ਼ ਦਾ ਰੰਗ ਗੁਲਾਬ ਵਰਗਾ ਲਾਲ ਹੋ ਗਿਆ ਸੀ ਅਤੇ ਮਿੱਠੀ ਮਿੱਠੀ ਗਾਵਨ ਦੀ ਆਵਾਜ਼ ਸੁਣੀਂਦੀ ਸੀ। ਠੰਡੀ ਅਤੇ ਖੁਸ਼ਬੂਦਾਰ ਪਵਨ ਵਗਣ ਲੱਗ ਪਈ ਸੀ। ਸਤਲੁਜ ਦੇ ਕਿਨਾਰੇ ਹੀ ਅੰਗੀਠਾ ਬਣਾਇਆ ਗਿਆ। ਬਿਬਾਨ ਨੂੰ ਇੱਕ ਪਾਸਿਓਂ ਭਾਈ ਰੂਪ ਚੰਦ ਅਤੇ ਭਾਨਾ ਜੀ ਮੋਢਾ ਦੇ ਰਹੇ ਸਨ ਅਤੇ ਦੂਜੇ ਪਾਸੇ ਭਾਈ ਜੋਧ ਮੱਲ ਅਤੇ ਸੂਰਜ ਮੱਲ ਮੋਢਿਆਂ ਤੇ ਚੁੱਕੀ ਲਈ ਜਾ ਰਹੇ ਸਨ। ਅੱਗ ਦੇ ਭਾਂਬੜ ਰਤਾ ਕੁ ਉੱਚੇ ਹੋਏ ਤਾਂ ਸਭ ਦੇ ਦੇਖਦਿਆਂ ਦੇਖਦਿਆਂ ਰਾਜਾ ਰਾਮ ਨਾਮ ਦੇ ਰਾਜਪੂਤ ਨੇ, ਜੋ ਗੁਰੂ ਹਰਗੋਬਿੰਦ ਜੀ ਦਾ ਅਤ ਨਿਕਟ ਵਰਦੀ ਸੀ, ਅੱਗ ਵਿੱਚ ਛਾਲ ਮਾਰ ਪ੍ਰਾਣ ਤਿਆਗ ਦਿੱਤੇ। ਕਈ ਹੋਰ ਚੀਖਾਂ ਵੱਲ ਨੱਸੇ, ਪਰ ਗੁਰੂ ਹਰ ਰਾਏ ਨੇ ਸਖਤੀ ਨਾਲ ਰੋਕਿਆ। ਉਹਨਾਂ ਦੇ ਜੋਤੀ ਜੋਤ ਸਮਾਉਣ ਵੇਲੇ ਮੋਹਸਨ ਫਾਨੀ, ਜਿਸ ਦਾ ਅਸਲ ਨਾਂ ਮੀਆਂ ਮੁਹੰਮਦ ਅਰਦਸਤਾਨੀ ਹੈ, ਨੇ ਆਪਣੀ ਪੁਸਤਕ ਦਬਿਸਤਾਨ ਮਹਾਜਬ ਦੇ ਨਾਨਕ ਪੰਥੀਆਂ ਅਧਿਆਏ ਵਿੱਚ ਪ੍ਰਸਿੱਧ ਕਵੀ ਦੌਲਤ ਖਾਂ ਕਾਕਸਾਲ ਦੀ ਰੁਬਾਈ ਲਿਖੀ ਹੈ, ਜੋ ਪ੍ਰਗਟ ਪਈ ਕਰਦੀ ਹੈ ਕਿ ਗੁਰੂ ਹਰਗੋਬਿੰਦ ਸਭ ਜੀਆਂ ਨਾਲ ਪਿਆਰ ਕਰਦੇ ਸਨ ਅਤੇ ਲੋਕੀ ਉਹਨਾਂ ਤੋਂ ਜਾਨਵਾਰ ਆਨੰਦ ਲੈਂਦੇ ਸਨ। ਰੁਬਾਈ ਦਾ ਭਾਵ ਕੁਝ ਇਸ ਤਰ੍ਹਾਂ ਹੈ। ਮੁਰਸ਼ਿਦ ਦੇ 100 ਸੁਖਣਾ ਵਿੱਚੋਂ ਇੱਕੋ ਮੈਨੂੰ ਯਾਦ ਰਿਹਾ, ਜਗ ਵੀਰਾਨ ਨਾ ਹੋਵੇ ਜੇਕਰ ਮੈਂ ਖਾਨਾ ਆਬਾਦ ਰਿਹਾ। ਜੇਕਰ ਜਿੰਦ ਦੇ ਸਕੇ ਕੋਈ, ਦਿਲ ਕੋਈ ਲੈ ਸਕਣ ਨੂੰ। ਜਿੰਦ ਦੇਣਾ ਤੇ ਦਿਲ ਲੈ ਲੈਣਾ, ਦੋਵੇਂ ਰੱਬ ਦੀ ਦਾਤ ਰਿਹਾ। ਬਕਾਲੇ ਹੀ ਗੁਰੂ ਤੇਗ ਬਹਾਦਰ ਜੀ ਦੇ ਨਾਨਕੇ ਸਨ। ਨਾਨਕੀ ਜੀ ਦੇ ਪਿਤਾ ਹਰੀ ਚੰਦ ਜੀ ਅਤੇ ਮਾਤਾ ਹਰਦਈ ਜੀ ਉੱਥੇ ਹੀ ਰਹਿੰਦੇ ਸਨ। ਟਿਕਾਣਾ ਆਪ ਜੀ ਨੇ ਭਾਈ ਮੇਹਰਾ ਜੀ ਦੇ ਘਰ ਰੱਖਿਆ, ਜਿਨ੍ਹਾਂ ਗੁਰੂ ਹਰਗੋਬਿੰਦ ਜੀ ਕੋਲੋਂ ਦਾਤ ਮੰਗੀ ਸੀ ਕਿ ਉਸ ਦੇ ਨਵੇਂ ਉਸਾਰੇ ਮਕਾਨ ਚਾਰਨ ਪਾਉਣ। ਗੁਰੂ ਹਰਗੋਬਿੰਦ ਜੀ ਨੇ ਫਰਮਾਇਆ ਸੀ ਕਿ ਉਹ ਕਈ ਸਾਲ ਆਪਣੇ ਅਗਲੇ ਰੂਪ ਵਿੱਚ ਉੱਥੇ ਟਿਕਣਗੇ, ਸੋ ਉੱਥੇ ਹੀ ਟਿਕਾਣਾ ਕੀਤਾ। ਮਾਤਾ ਗੰਗਾ ਜੀ ਵੀ ਉਸ ਦੇ ਘਰ ਹੀ ਗੁਜ਼ਰੇ ਸਨ। ਮਾਤਾ ਨਾਨਕੀ ਅਤੇ ਘਰੋਂ ਮਾਤਾ ਗੁਜਰੀ ਜੀ ਨਾਲ ਹੀ ਸਨ। ਗੁਰੂ ਬਿਲਾਸ ਪਾਤਸ਼ਾਹੀ 10ਵੀਂ ਅਨੁਸਾਰ ਬਕਾਲਾ ਇੱਕ ਖੁਸ਼ਹਾਲ ਸ਼ਹਿਰ ਸੀ। ਸਰਾਵਾਂ, ਸਰਾਂ ਅਤੇ ਬੌਲੀਆਂ ਅਤੇ ਖੂਹਾਂ ਕਰਕੇ ਬੜਾ ਪ੍ਰਸਿੱਧ ਸੀ। ਗੁਰੂ ਤੇਗ ਬਹਾਦਰ ਜੀ ਅੰਮ੍ਰਿਤ ਵੇਲੇ ਉੱਠਦੇ, ਕੀਰਤਨ ਕਰਦੇ ਅਤੇ ਦਿਹਾੜੀ ਕਿਰਤਕਾਰ ਕਰਕੇ ਗੁਜ਼ਾਰਾ ਕਰਦੇ। ਕਿਸੇ ਭੇਟਾ ਨੂੰ ਸਵੀਕਾਰ ਨਾ ਕਰਦੇ। ਜੇ ਕੋਈ ਭੇਟਾ ਦਿੰਦਾ ਤਾਂ ਸਭ ਵੰਡ ਦਿੰਦੇ। ਤਵਾਰੀਖ ਗੁਰੂ ਖਾਲਸਾ ਵਿੱਚ ਲਿਖਿਆ ਹੈ ਕਿ ਬਾਕੀ ਹੋਰ ਕਈ ਸਿੱਖ ਇਹਨਾਂ ਨੂੰ ਗੁਰੂ ਕਾ ਪੁੱਤ ਸੰਤ ਰੂਪ ਸਮਝ ਕਰ ਟਹਿਲ ਕਰਦੇ, ਪਰ ਆਪ ਜੀ ਵੰਡ ਦਿੰਦੇ। ਭਾਵੇਂ ਆਪ ਜੀ ਦਾ ਨਾਂ ਤਪਾ ਕਰਕੇ ਹੀ ਪ੍ਰਸਿੱਧ ਹੋ ਗਿਆ ਸੀ, ਪਰ ਆਪ ਜੀ ਗ੍ਰਹਿਸਥੀ ਜੀਵਨ ਗੁਜ਼ਾਰ ਰਹੇ ਸਨ। ਕਦੇ ਕਦੇ ਸ਼ਿਕਾਰ ਨੂੰ ਵੀ ਜਾਂਦੇ ਸਨ। ਮਹਿਮਾ ਪ੍ਰਕਾਸ਼ ਨੇ ਸਾਖੀ ਪਹਿਲੀ ਵਿੱਚ ਲਿਖਿਆ ਹੈ, ਗੁਰੂ ਜੀ ਬਕਾਲਾ ਵਿਖੇ ਟਿਕੇ ਰਹੇ, ਬਹੁਤ ਘੱਟ ਮਿਲਦੇ ਅਤੇ ਆਤਮ ਆਨੰਦ ਵਿੱਚ ਹੀ ਰਹਿੰਦੇ। ਲੋਕੀ ਦਰਸ਼ਨਾਂ ਦੀ ਭੁੱਖ ਲੈ ਕੇ ਆਉਂਦੇ, ਪਰ ਆਪ ਜੀ ਘੱਟ ਹੀ ਕਿਸੇ ਨੂੰ ਪਾਸ ਪੁੱਜਣ ਦਿੰਦੇ। ਸ਼ਿਕਾਰ ਵੀ ਇਸ ਲਈ ਖੇਡਣ ਚਲੇ ਜਾਂਦੇ ਤਾਂ ਕਿ ਕੋਈ ਆ ਕੇ ਤੰਗ ਨਾ ਕਰੇ। ਗੁਰੂ ਤੇਗ ਬਹਾਦਰ ਜੀ ਤਹਾਂ ਬਸੇ ਰਹੇ ਗੋਪ ਅਲਿਪਤ ਆਤਮ ਰੰਗ ਰਸੇ, ਕਾਹੂ ਕੋ ਦਰਸ਼ਨ ਨਹੀਂ ਹੋਏ ਰਹੇ ਇਕਾਂਤ ਤਹਾਂ ਪਹੁੰਚਤ ਕੋਈ। ਜਬ ਕਬ ਚੜ ਸ਼ਿਕਾਰ ਪ੍ਰਭ ਜਾਵੇ, ਨਹੀਂ ਲਹੇ ਸਮਾਂ ਕੋਊ ਦਰਸ਼ਨ ਪਾਵੇ। ਜਦ ਵੀ ਕੋਈ ਉਪਦੇਸ਼ ਮੰਗਦਾ, ਆਪ ਜੀ ਇਹ ਹੀ ਫਰਮਾਉਂਦੇ, ਘਾਲ ਖਾਏ ਕਿਛ ਹਾਥ ਦੇਈ, ਨਾਨਕ ਰਾਹ ਪਛਾਣੇ ਸਈ। ਇੱਕ ਵਾਰੀ ਇੱਕ ਨੇ ਪੁੱਛਿਆ ਕਿ ਵਾਹਿਗੁਰੂ ਦੇ ਭਗਤਾਂ ਨੂੰ ਦੁੱਖ ਕਿਉਂ ਆਉਂਦਾ ਹੈ, ਤਾਂ ਆਪ ਜੀ ਨੇ ਫਰਮਾਇਆ, ਦੁਨੀਆ ਦੀ ਅਸਲੀਅਤ ਉਸ ਦੇ ਅਸਲੇ ਦੁੱਖ ਵਿੱਚ ਜਾਏ ਬਗੈਰ ਕਿਵੇਂ ਆ ਸਕਦੀ ਹੈ। ਵਾਹਿਗੁਰੂ ਦੁੱਖ ਦੇ ਕੇ ਹੀ ਉਸ ਨੂੰ ਅਸਲੇ ਦੀ ਸੋਝੀ ਦਿੰਦਾ ਹੈ। ਭਗਤ ਦੁੱਖ ਪਾ ਖੁਸ਼ ਹੁੰਦਾ ਹੈ। ਆਪ ਜੀ ਨੂੰ ਆਤਮ ਰਸ ਵਿੱਚ ਖੇਲਦੇ ਦੇਖ ਕਈ ਜਗਿਆਸੂ ਫਿਰ ਵੀ ਆ ਜਾਂਦੇ ਸਨ। ਇੱਕ ਨੇ ਪੁੱਛਿਆ, ਭਗਤੀ ਦੇ ਕਿੰਨੇ ਪੜਾਅ ਹਨ, ਤਾਂ ਆਪ ਜੀ ਨੇ ਕਿਹਾ, ਪਹਿਲਾ ਹੈ ਹਰ ਉਸ ਵੱਲੋਂ ਚਿੱਤ ਹਟਾਉਣਾ ਜੋ ਉਸ ਵਾਹਿਗੁਰੂ ਵੱਲੋਂ ਚਿੱਤ ਹਟਾਏ। ਦੂਜਾ, ਉਸ ਵਾਹਿਗੁਰੂ ਨਾਲ ਕਿਤਨਾ ਸਨੇਹ ਕਿ ਹੋਰ ਸਭ ਕੁਝ ਭੁੱਲ ਜਾਏ। ਅਤੇ ਆਖਰੀ ਹੈ, ਉੱਠਦਿਆਂ ਬੈਠਦਿਆਂ ਚੇਤ ਅਚੇਤ ਉਸ ਦੇ ਪ੍ਰਕਾਸ਼ ਦੀ ਹੋਂਦ ਵਿੱਚ ਸਮਾਇਆ ਰਹੇ। ਜਦ ਕਿਸੇ ਨੇ ਆ ਕੇ ਵਾਹਿਗੁਰੂ ਦੀ ਸੇਵਾ ਦਾ ਭਾਅ ਪੁੱਛਿਆ ਤਾਂ ਆਪ ਜੀ ਨੇ ਫਰਮਾਇਆ, ਜਦ ਹਿਰਦੇ ਤੋਂ ਹਿਊਮੇ ਮਿਟ ਜਾਂਦੀ ਹੈ ਅਤੇ ਹਿਊਮੇ ਰਹਿਤ ਕੀਤੀ ਕਾਰ ਹੀ ਉਸ ਪ੍ਰਭੂ ਦੀ ਸੇਵਾ ਹੈ। ਹਿਊਮੇ ਵਿੱਚ ਸੇਵਾ ਨਾ ਹੋਈ। ਤੀਜੇ ਪਾਤਸ਼ਾਹ ਦਾ ਫਰਮਾਨ ਹੈ। ਇਸ ਤਰ੍ਹਾਂ ਪ੍ਰਭੂ ਅਤੇ ਮਨੁੱਖ ਵਿੱਚ ਅੰਤਰ ਨਹੀਂ ਰਹਿੰਦਾ। ਨਾਮ ਦੀ ਮਹਿਮਾ ਬਾਰੇ ਆਪ ਜੀ ਫਰਮਾਉਂਦੇ ਸਨ ਕਿ ਨਾਨਕ ਦੇ ਘਰ ਕੇਵਲ ਨਾਮ ਹੈ। ਨਾਮ ਹੀ ਅਦ੍ਰਿਸ਼ਟ ਦਾ ਦ੍ਰਿਸ਼ਟਮਾਨ ਰੂਪ ਹੈ। ਨਾਮ ਤੋਂ ਹੀ ਸਭ ਉਤਪੱਤੀ ਹੋਈ ਹੈ। ਸੋ ਨਾਮ ਵਿੱਚ ਚਿੱਤ ਲਗਾਇਆ ਉਸ ਵਿੱਚ ਹੀ ਸਮਾ ਜਾਈਦਾ ਹੈ। ਸਿਮਰਨ ਉਸ ਤੱਕ ਪੁੱਜਣ ਦਾ ਸਾਧਨ ਹੈ ਅਤੇ ਨਾਮ ਉਸ ਦੀ ਹੋਂਦ ਦਾ ਪ੍ਰਗਟਾਵਾ। ਜਦ ਕਿਸੇ ਆ ਕੇ ਕਹਿਣਾ ਕਿ ਸਭ ਗੁਰ ਸੰਤਾਨਾਂ ਆਪਣੇ ਆਪਣੇ ਮਸੰਦਾਂ ਨੂੰ ਭੇਟਾਂ ਇਕੱਠੀਆਂ ਕਰਨ ਲਈ ਦੂਰ ਦਰਾਡੇ ਭੇਜਦੀਆਂ ਹਨ, ਤੁਸਾਂ ਕਿਉਂ ਨਹੀਂ ਭੇਜਦੇ?
ਤਾਂ ਕੈਸਾ ਸੁੰਦਰ ਉੱਤਰ ਗੁਰੂ ਤੇਗ ਬਹਾਦਰ ਜੀ ਦਿੰਦੇ। ਆਪ ਜੀ ਕਹਿੰਦੇ ਉਸ ਵਾਹਿਗੁਰੂ ਨੂੰ ਗਰੀਬ ਨਿਵਾਜ ਕਹਿੰਦੇ ਹਨ। ਗਰੀਬ ਹੋਵੇਗਾ ਤਾਂ ਹੀ ਉਹ ਨਿਵਾਜੇਗਾ। ਵਜ਼ੀਰ ਖਾਂ ਦੇ ਹੁੰਦਿਆਂ ਸ਼ਾਹਜਹਾਂ ਦੇ ਦਰਬਾਰ ਦੁਖੀਆਂ ਦੀ ਚਾਲ ਚੱਲਣੀ ਕਠਿਨ ਸੀ। ਸੋ ਸਮਾਂ ਸੁਖਾਵਾਂ ਗੁਜ਼ਰ ਰਿਹਾ ਸੀ। ਸ਼ਾਹਜਹਾਂ ਵੀ ਜਾਣਦਾ ਸੀ ਕਿ ਗੁਰੂ ਘਰ ਦੇ ਦਰਵਾਜ਼ੇ ਸਭ ਲਈ ਇੱਕੋ ਜਿਹੇ ਖੁੱਲ੍ਹੇ ਹਨ। ਗੁਰੂ ਹਰਗੋਬਿੰਦ ਜੀ ਦੇ ਜੋਤੀ ਜੋਤ ਸਮਾਉਣ ਉਪਰੰਤ ਗੁਰੂ ਹਰ ਰਾਏ ਜੀ ਨਾਲ ਵੀ ਸ਼ਾਹਜਹਾਂ ਦੀਆਂ ਸਾਂਝਾਂ ਬਣੀਆਂ ਰਹੀਆਂ। ਗੁਰੂ ਹਰ ਰਾਏ ਜੀ ਪਾਸ 2200 ਸਵਾਰ ਹਰ ਵਕਤ ਤਿਆਰ ਰਹਿੰਦੇ ਸਨ, ਪਰ ਕੋਈ ਝੜਪ ਹੋਣ ਦੀ ਸੰਭਾਵਨਾ ਤੱਕ ਨਹੀਂ ਆਈ ਸੀ। ਇੱਥੋਂ ਤੱਕ ਕਿ ਜਦ ਦਾਰਾ ਬਿਮਾਰ ਹੋਇਆ ਤਾਂ ਜਿਸ ਹਰੜ ਅਤੇ ਲੌਂਗ ਨਾਲ ਉਹ ਨਰੋਆ ਹੋਇਆ, ਉਹ ਗੁਰੂ ਜੀ ਦੇ ਸ਼ਫਾਖਾਨੇ ਤੋਂ ਹੀ ਲਏ ਗਏ ਸਨ। ਦਾਰਾ ਆਪੂ ਕਿਰਤਪੁਰ ਆਇਆ ਤੇ ਧੰਨਵਾਦ ਕੀਤਾ। ਦਾਰਾ ਨੇ ਗੁਰੂ ਹਰ ਰਾਏ ਜੀ ਦੇ ਦਰਸ਼ਨ ਪਾ ਕੇ ਕਿਹਾ, ਵੈ ਫਕੀਰ ਰੱਬ ਕੀ ਜਾਤ ਬੇਪਰਵਾਹ ਜ਼ਾਹਰ ਕਰਾਮਾਤ। ਗੁਰੂ ਹਰ ਰਾਏ ਜੀ ਨੇ ਗੁਰਬਾਣੀ ਦਾ ਸਤਿਕਾਰ ਪਹਿਲਾਂ ਆਪੂ ਕਰਕੇ ਸੰਗਤਾਂ ਨੂੰ ਜਾਂਚ ਸਿਖਲਾਈ। ਜਦ ਕਿਸੇ ਪੁੱਛਿਆ ਕਿ ਮਨ ਜਾਗੇ ਕੀ ਕਿਆ ਨਿਸ਼ਾਨੀ ਹੈ ਤਾਂ ਆਪ ਜੀ ਨੇ ਫਰਮਾਇਆ ਸੀ, ਮਨ ਜਾਗੇ ਕੀ ਇਹ ਨਿਸ਼ਾਨੀ ਤਿਉਂ ਉਰ ਲਾਗੇ ਮੀਠੀ ਬਾਣੀ। ਹੱਥੀਂ ਸੇਵਾ ਤੇ ਬਹੁਤ ਜ਼ੋਰ ਦਿੰਦੇ। ਇੱਕ ਵਾਰੀ ਕਿਸੇ ਪੁੱਛਿਆ ਕਿ ਚੰਗੀ ਸੇਵਾ ਕਿਹੜੀ ਹੈ ਤਾਂ ਫਰਮਾਇਆ ਕਿ ਕਿਸੇ ਘਰ ਕੋਈ ਕੋਵੇਲੇ ਵੀ ਆ ਜਾਏ ਤਾਂ ਉਸ ਨੂੰ ਪ੍ਰਸ਼ਾਦ ਛਕਾਉਣਾ। ਚੂਕੇ ਸਮੇਂ ਅਤਿਥ ਜੋ ਆਵੇ, ਕਰ ਭਾਉ ਭਗਤ ਤਿੱਥ ਤ੍ਰਿਪਤ ਪੁਗਾਵੇ। ਆਪੂ ਪਾਤਸ਼ਾਹ ਪ੍ਰਸ਼ਾਦ ਲੰਗਰ ਵਿੱਚ ਹੀ ਛਕਦੇ। ਲੰਗਰ ਮਾਹੇ ਦਿਆਲ ਗੁਰ ਛਾਜੇ। ਸੇਵਾ ਦੀ ਮਹੱਤਤਾ ਇੰਨੀ ਦ੍ਰਿੜਾ ਦਿੱਤੀ ਸੀ ਕਿ ਇੱਕ ਵਾਰੀ ਇੱਕ ਸਿੱਖ ਨੂੰ ਜਦ ਰਜਵਾਂ ਪ੍ਰਸ਼ਾਦਾ ਕਵੇਲੇ ਲੰਗਰ ਤੋਂ ਨਾ ਮਿਲਿਆ ਤਾਂ ਉਸ ਸੇਵਾ ਕਰਦੇ ਭਾਈ ਫੇਰੂ ਨੂੰ ਕਹਿ ਦਿੱਤਾ ਕਿ ਲੰਗਰ ਤੂੰ ਕਾਣਾ ਕੀਤਾ ਹੈ। ਭਾਈ ਜੀ ਨੇ ਹੱਥ ਜੋੜ ਉਸ ਨੂੰ ਕਿਹਾ ਕਿ ਉਹ ਆਪੂ ਬੇਸ਼ੱਕ ਕਾਣੇ ਹੋ ਜਾਣ, ਪਰ ਗੁਰੂ ਦੇ ਲੰਗਰ ਨੂੰ ਕਾਣਾ ਨਾ ਆਖਣ। ਪ੍ਰਚਾਰ ਹਿੱਤ ਗੁਰੂ ਹਰ ਰਾਏ ਜੀ ਮਾਲਵੇ ਵਿਚਰੇ। ਉੱਥੇ ਸਿੱਖੀ ਦੇ ਬੂਟੇ ਨੂੰ ਆਪੂ ਜਲ ਦਿੱਤਾ। ਸੰਨ 1659 ਦੇ ਅਖੀਰ ਆਪ ਜੀ ਗੁਰੂ ਅਸਥਾਨਾਂ ਦੀ ਯਾਤਰਾ ਹਿੱਤ ਖਡੂਰ ਗੋਇੰਦਵਾਲ ਸਾਹਿਬ ਆਏ। ਸ਼ਰਧਾ ਉਪਜਾਉਣ ਅਤੇ ਸਾਡੇ ਵਾਸਤੇ ਪੂਰੇ ਨੇ ਪਾਉਣ ਵਾਸਤੇ ਜਦ ਵੀ ਗੁਰੂ ਹਰ ਰਾਏ ਜੀ ਗੁਰੂ ਤੀਰਥਾਂ ਤੇ ਜਾਂਦੇ ਤਾਂ ਆਸਨ ਭੁੰਜੇ ਹੀ ਕਰਦੇ। ਭੁਮਾਸਨ ਸੈਣ ਦਿਆਲ ਤਾਹਾਂ ਕੀਆ ਮਹਿਮਾ ਪ੍ਰਕਾਸ਼ ਦੇ ਸ਼ਬਦ ਹਨ। ਉੱਥੋਂ ਗਲੋਟੀਆ ਖੁਰਦ, ਸਿਆਲਕੋਟ ਅਤੇ ਮੱਖਣ ਸ਼ਾਹ, ਅੜੂ ਰਾਮ, ਕਿਰਪਾ ਰਾਮ, ਦੱਤ ਨਾਲ, ਵੈਰੀ ਨਾਗ, ਮਾਰਤੰਡੇ ਅਤੇ ਸ਼੍ਰੀਨਗਰ ਆਏ। 19 ਮਈ 1660 ਨੂੰ ਗੁਰੂ ਹਰ ਰਾਏ ਜੀ ਸ਼੍ਰੀਨਗਰ ਸਨ। ਉੱਥੋਂ ਮੱਖਣ ਸ਼ਾਹ ਦੇ ਪਿੰਡ ਮੋਟੇ ਟਾਂਗੇ ਵੀ ਗਏ। ਗੋਇੰਦਵਾਲ ਜਾਂਦੇ ਆਪ ਜੀ ਬਕਾਲਾ ਵਿਖੇ ਆਏ। ਗੁਰੂ ਤੇਗ ਬਹਾਦਰ ਜੀ ਨੂੰ ਮਿਲੇ। ਇੰਜ ਲੱਗਦਾ ਹੈ ਕਿ ਇਸ ਮੁਲਾਕਾਤ ਦੇ ਥੋੜ੍ਹਾ ਹੀ ਸਮਾਂ ਬਾਅਦ ਗੁਰੂ ਤੇਗ ਬਹਾਦਰ ਜੀ ਪਹਿਲੀ ਯਾਤਰਾ ਤੇ ਗਏ ਸਨ। ਬੰਸਾਵਲੀ ਨਾਮੇ ਦੇ ਲਿਖਾਰੀ ਨੇ ਲਿਖਿਆ ਹੈ ਕਿ ਗੁਰੂ ਤੇਗ ਬਹਾਦਰ ਜੀ ਖੋਹਾਂ ਖਾਹੀ ਦੇਖ ਕੁਝ ਚਿਰ 1660 ਨੂੰ ਤੀਰਥਾਂ ਤੇ ਗਏ ਸਨ। ਭੱਟ ਵਹੀ ਪੂਰਬੀ ਦੱਖਣੀ ਨੇ ਵੀ ਲਿਖਿਆ ਹੈ ਕਿ ਗੁਰਗੱਦੀ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਪਹਿਲਾਂ ਆਪ ਜੀ ਇੱਕ ਵਾਰੀ ਸਭ ਤੀਰਥਾਂ ਤੇ ਗਏ ਸਨ। ਪਰ ਇਹ ਬੰਸਾਵਲੀ ਨਾਮੇ ਦਾ ਕਹਿਣਾ ਨਿਰਮੂਲ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਵੀ ਇਸ ਯਾਤਰਾ ਦੌਰਾਨ ਪਟਨਾ ਵਿਖੇ ਹੋਇਆ ਹੈ, ਕਿਉਂਕਿ ਹੁਕਮਨਾਮੇ ਦੱਸਦੇ ਹਨ ਕਿ ਗੁਰੂ ਗੋਬਿੰਦ ਸਿੰਘ ਦੇ ਜਨਮ ਸਮੇਂ ਗੁਰੂ ਤੇਗ ਬਹਾਦਰ ਜੀ ਗੁਰੂ ਸਨ। ਗੁਰੂ ਜੀ ਢਾਕੇ ਸਨ ਅਤੇ ਦਸ਼ਮੇਸ਼ ਦੇ ਜਨਮ ਦੀ ਖਬਰ ਮਿਲੀ ਸੀ। ਜਦ ਆਪ ਜੀ ਯਾਤਰਾ ਤੋਂ ਵਾਪਸ ਆਏ ਤਾਂ ਦਿੱਲੀ ਵਿਖੇ ਹੀ ਬੰਗਲਾ ਸਾਹਿਬ ਆਪ ਜੀ ਨੇ ਗੁਰੂ ਹਰਕ੍ਰਿਸ਼ਨ ਜੀ ਦੇ 21 ਮਾਰਚ 1664 ਨੂੰ ਦਰਸ਼ਨ ਕੀਤੇ ਸੀ। ਇਸ ਯਾਤਰਾ ਤੇ ਆਪ ਜੀ ਦੇ 4 ਸਾਲ ਲੱਗਦੇ ਪ੍ਰਤੀਤ ਹੁੰਦੇ ਹਨ। ਦਸੰਬਰ 1657 ਈਸਵੀ ਨੂੰ ਸ਼ਾਹਜਹਾਨ ਬਿਮਾਰ ਹੋ ਗਿਆ। ਉਸ ਦੀ ਬਿਮਾਰੀ ਨੂੰ ਨਾ ਠੀਕ ਹੋਣ ਵਾਲੀ ਸਮਝ ਕੇ ਸ਼ਾਹਜਹਾਨ ਦੇ ਪੁੱਤਰ ਦਾਰਾ ਸੁਜਾ, ਔਰੰਗਜ਼ੇਬ ਅਤੇ ਮੁਰਾਦ ਨੇ ਆਪਣੇ ਆਪਣੇ ਹੱਕ ਜਤਾਉਣੇ ਆਰੰਭ ਕਰ ਦਿੱਤੇ। ਮੁਰਾਦ ਅਤੇ ਔਰੰਗਜ਼ੇਬ ਨੇ ਰਲ ਕੇ ਆਗਰੇ ਵੱਲ ਚੜ੍ਹਾਈ ਕੀਤੀ। ਧਰਮਕੋਟ ਅਤੇ ਸਾਮੂਗੜ੍ਹ ਦੇ ਅਸਥਾਨਾਂ ਤੇ ਦਾਰਾ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਉਹ ਪਰਿਵਾਰ ਨੂੰ ਨਾਲ ਲੈ ਕੇ ਜੂਨ 1658 ਨੂੰ ਪੰਜਾਬ ਵੱਲ ਭੱਜ ਉੱਠਿਆ। ਪਹਿਲਾਂ ਉਹ ਕਿਰਤਪੁਰ ਗਿਆ, ਪਰ ਗੁਰੂ ਜੀ ਨੂੰ ਉੱਥੇ ਨਾ ਪਾ ਕੇ ਗੋਇੰਦਵਾਲ 1 ਜੁਲਾਈ 1658 ਨੂੰ ਪੁੱਜਾ। ਮਹਿਮਾ ਪ੍ਰਕਾਸ਼ ਦੀ ਗਵਾਹੀ ਹੈ, ਦਰਿਆਓਂ ਉਸ ਦਾਰਾ ਸ਼ਿਕੋ ਸਤਿਗੁਰ ਸੋ ਕੀਆ ਮਿਲਾਪ, ਗੁਰ ਅੰਤਰਜਾਮੀ ਜਾਣਿਆ ਦੇਖ ਅਮਿਤ ਪ੍ਰਤਾਪ। ਦਾਰਾ ਗੁਰੂ ਜੀ ਨੂੰ ਮਿਲ ਕੇ ਬਹੁਤ ਖੁਸ਼ ਹੋਇਆ ਅਤੇ ਮਦਦ ਮੰਗੀ। ਚੌਧਰੀ ਲੰਗਾਹ ਦੇ ਪੁੱਤਰ ਸਿਕੰਦਰ ਨੂੰ ਗੁਰੂ ਮਹਾਰਾਜ ਨੇ ਆਪਣੀ ਫੌਜ ਦੇ ਕੇ ਬਿਆਸ ਪਾਰ ਕਰਵਾਇਆ ਅਤੇ ਉਹ ਲਾਹੌਰ 2 ਜੁਲਾਈ 1658 ਨੂੰ ਪੁੱਜ ਗਿਆ। ਲਾਹੌਰ ਤੋਂ ਉਹ 18 ਅਗਸਤ ਨੂੰ ਨੱਸ ਗਿਆ ਅਤੇ ਅਗਲੇ ਦਿਨ ਲਾਹੌਰ ਤੇ ਔਰੰਗਜ਼ੇਬ ਦਾ
ਕਬਜ਼ਾ ਹੋ ਗਿਆ। ਦਾਰਾ ਬਹੁਤੀ ਦੇਰ ਬਚ ਨਾ ਰਹਿ ਸਕਿਆ ਅਤੇ ਪਕੜਿਆ ਗਿਆ। ਪਹਿਲਾਂ ਆਗਰੇ ਬੰਦੀ ਵਿੱਚ ਪਾਇਆ ਗਿਆ ਅਤੇ ਪਿੱਛੋਂ ਸਿਰ ਵੱਢ ਦਿੱਤਾ ਗਿਆ। ਦੋਖੀਆਂ ਨੇ ਔਰੰਗਜ਼ੇਬ ਨੂੰ ਚੁੱਕਿਆ ਕਿ ਗੁਰੂ ਹਰ ਰਾਏ ਨੇ ਦਾਰਾ ਦੀ ਫੌਜੀ ਅਤੇ ਮਾਲੀ ਮਦਦ ਕੀਤੀ ਸੀ। ਮਹਾਰਾਜ ਨੂੰ 1661 ਈਸਵੀ ਦੀ ਵਿਸਾਖੀ ਸੱਦ ਘੱਲਿਆ, ਪਰ ਆਪ ਜੀ ਨੇ ਇਹ ਕਹਿ ਕੇ ਕਿ ਨਾ ਹੀ ਤਾਂ ਤੇਰਾ ਇਲਾਕਾ ਮੇਰੇ ਕੋਲ ਹੈ ਅਤੇ ਨਾ ਮੈਂ ਕੋਈ ਕਰ ਦੇਣਾ ਹੈ, ਨਾ ਮੈਂ ਤੇਰੇ ਕੋਲੋਂ ਕੁਝ ਲੈਣਾ ਹੈ ਅਤੇ ਨਾ ਹੀ ਕੋਈ ਮੁਰਸ਼ਦ ਮਰੀਦ ਵਾਲੀ ਗੱਲ ਹੈ। ਜਾਣਾ ਠੀਕ ਨਾ ਜਾਣਿਆ ਅਤੇ ਆਪਣੇ ਬੇਟੇ ਰਾਮ ਰਾਏ ਜੀ ਨੂੰ ਭੇਜਿਆ। ਰਾਮ ਰਾਏ ਜੀ ਨੂੰ ਮਹਾਰਾਜ ਕਰਤਾ ਪੁਰਖ ਵੀ ਕਹਿੰਦੇ ਸਨ। ਰਾਮ ਰਾਏ ਨੂੰ ਸਮਝਾਇਆ ਕਿ ਦਿੱਲੀ ਜਾ ਕੇ ਔਰੰਗਜ਼ੇਬ ਦੇ ਹਰ ਪ੍ਰਸ਼ਨ ਦਾ ਉੱਤਰ ਨਿਡਰ ਹੋ ਕੇ ਦੇਣਾ, ਸੱਚੀ ਗੱਲ ਕਹਿਣੀ ਅਤੇ ਕਰਾਮਾਤ ਨਹੀਂ ਦਿਖਾਉਣੀ। ਜਿੱਥੇ ਟਿਕਾਣਾ ਕਰੋ ਵਾਚ ਕੇ ਗੌਰ ਨਾਲ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਗੁਰਬਾਣੀ ਪੜ੍ਹਨੀ। ਰਾਮ ਰਾਏ ਜੀ ਨੇ ਦਿੱਲੀ ਪੁੱਜ ਕੇ ਮਜਨੂ ਟਿੱਲੇ ਟਿਕਾਣਾ ਕੀਤਾ। ਜ਼ਹਿਰ ਭਰੀ ਪੋਸ਼ਾਕ ਔਰੰਗਜ਼ੇਬ ਨੇ ਭੇਜੀ, ਪਰ ਆਪ ਜੀ ਨੇ ਵਾਹਿਗੁਰੂ ਕਹਿ ਕੇ ਪਾਈ। ਜ਼ਹਿਰ ਦਾ ਅਸਰ ਨਾ ਹੋਇਆ। ਹਰ ਉਠਾਏ ਪ੍ਰਸ਼ਨ ਦਾ ਉੱਤਰ ਦਿੱਤਾ। ਔਰੰਗਜ਼ੇਬ ਦੀ ਤਸੱਲੀ ਹੋਈ, ਪਰ ਰਾਮ ਰਾਏ ਜੀ ਹੰਕਾਰ ਵਿੱਚ ਆ ਗਏ। ਔਰੰਗਜ਼ੇਬ ਨੇ ਕਰਾਮਾਤ ਦਿਖਾਉਣ ਲਈ ਕਿਹਾ ਤਾਂ ਜਾਦੂਗਰਾਂ ਵਾਂਗ ਕਰਾਮਾਤਾਂ ਦੇ ਖੇਲ ਦਿਖਾਉਣੇ ਆਰੰਭ ਕਰ ਦਿੱਤੇ। 72 ਤੋਂ ਵੱਧ ਕਰਾਮਾਤਾਂ ਦਿਖਾਈਆਂ। ਮੋਇਆ ਬੱਕਰਾ ਜਿੰਦਾ ਕਰ ਦਿੱਤਾ। ਮਸਤ ਖੂਨੀ ਹਾਥੀ ਤੇ ਚੜੇ। ਨਿੰਦਕ ਦੀ ਜ਼ਬਾਨ ਬੰਦ ਕਰ ਦਿੱਤੀ। ਦਿਨੇ ਤਾਰੇ ਦਿਖਾ ਦਿੱਤੇ। ਖਾਧਾ ਦੱਸਿਆ ਜੰਦਰੇ ਖੋਲ੍ਹ ਦਿੱਤੇ। ਪਾਲਕੀ ਬਗੈਰ ਕਹਾਰਾਂ ਦੇ ਉਠਾਈ। ਦਾੜੀ ਰੁਮਾਲ ਫੇਰ ਕਾਲੀ ਕਰ ਦਿੱਤੀ। ਜਮਣਾ ਦਾ ਜਲ ਗਿੱਟੇ ਗਿੱਟੇ ਕਰ ਦਿੱਤਾ। ਟਿੱਡੀ ਦਲ ਨੂੰ ਰੋਕ ਪਹਾੜਾਂ ਵੱਲ ਮੋੜ ਦਿੱਤਾ। ਮੱਕੇ ਦੇ ਦਰਸ਼ਨ ਅਤੇ ਔਰੰਗਜ਼ੇਬ ਦੀ ਫਰਮਾਇਸ਼ ਤੇ ਕਾਬਲ ਦੇ ਮੇਵੇ, ਮਥੁਰਾ ਦੇ ਪੇੜੇ, ਰੋਹਤਕ ਦੀ ਰਿਉੜੀ, ਪਟਨੇ ਤੋਂ ਕਚੌਰੀ, ਅੰਮ੍ਰਿਤਸਰ ਤੋਂ ਕੜਾਹ, ਸਹਾਰਨਪੁਰ ਦੀ ਗਨੇਰੀ, ਮਾਲਵਾ ਦਾ ਅੰਬ, ਨਾਗਪੁਰ ਦਾ ਪਾਨ ਲਿਆ ਖੁਆਏ। ਇਸ ਆਪ ਹੁਦਰੇ ਪੰਥ ਦੀਆਂ ਖਬਰਾਂ ਮਹਾਰਾਜ ਨੂੰ ਕਿਰਤਪੁਰ ਪੁੱਜ ਰਹੀਆਂ ਸਨ। ਗੁਰੂ ਜੀ ਨੇ ਇਹ ਸੁਣਿਆ ਕਿ ਡਰ ਕੇ ਉਸ ਗੁਰਬਾਣੀ ਦੀ ਤੁਕ ਮਿੱਟੀ ਮੁਸਲਮਾਨ ਕੀ ਪੇੜੇ ਪਈ ਕੁਮਾਰ ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ ਨੂੰ ਬਦਲ ਕੇ ਮਿੱਟੀ ਬੇਈਮਾਨ ਕੀ ਪੜਿਆ ਹੈ, ਤਾਂ ਆਪ ਜੀ ਨੇ ਉਸੇ ਵੇਲੇ ਹੁਕਮ ਭੇਜਿਆ ਕਿ ਉਸ ਦੀ ਕੀ ਜ਼ਰੂਰਤ ਹੈ ਕਿ ਨਾਨਕ ਦੀ ਬਾਣੀ ਨੂੰ ਬਦਲੇ। ਉਹ ਡਰ ਗਿਆ ਹੈ, ਐਸ਼ ਵਿੱਚ ਪੈ ਗਿਆ ਹੈ ਅਤੇ ਖੁਸ਼ਾਮਦ ਵੱਸ ਜੋ ਇਸ ਨੇ ਤੁਕਾਂ ਬਦਲੀਆਂ ਹਨ ਹੁਣ ਮੇਰੇ ਮੱਥੇ ਨਾ ਲੱਗੇ। ਜਿੱਧਰ ਮੂੰਹ ਹੈ ਉੱਧਰ ਹੀ ਚਲਾ ਜਾਏ। ਸੂਰਜ ਪ੍ਰਕਾਸ਼ ਦੇ ਲਿਖਾਰੀ ਨੇ ਲਿਖਿਆ ਹੈ ਕਿ ਮਹਾਰਾਜ ਨੇ ਕਿਹਾ, ਗੁਰਤਾ ਉਚਿਤ ਨਹੀਂ ਰਾਖਿਓ ਮਾਣ, ਸ਼ਬਦ ਬੇਪਰਜੇ ਕੀਨ ਬਖਾਣ, ਪਹਿਲੇ ਪਾਤਸ਼ਾਹ ਕੇ ਬਾਕ, ਫੇਰ ਸਖਿਆ ਕੋ ਇਨ ਮਤ ਰਾਕ। ਫਿਰ ਫਰਮਾਇਆ ਕਿ ਇਹ ਸਭ ਰਾਮ ਰਾਏ ਨੇ ਖੁਸ਼ਾਮਦ ਵਿੱਚ ਆ ਕੇ ਕੀਤਾ ਹੈ ਤਾਂ ਕਿ ਧਨ ਪ੍ਰਾਪਤ ਹੋ ਜਾਏ। ਇਹ ਗੱਲ ਮੈਨੂੰ ਬਹੁਤ ਮਾੜੀ ਲੱਗੀ ਹੈ। ਫਿਰ ਹੁਕਮ ਦਿੱਤਾ ਕਿ ਜੋ ਦੁਨਿਆਵੀ ਬਾਦਸ਼ਾਹ ਦੇ ਰੋਹਬ ਵਿੱਚ ਆ ਗਿਆ ਉਹ ਕਿਵੇਂ ਗੁਰਗੱਦੀ ਦਾ ਮਾਲਕ ਹੋ ਸਕਦਾ ਹੈ। ਹੁਣ ਮੇਰੇ ਮੱਥੇ ਨਾ ਲੱਗੇ। ਔਰੰਗਜ਼ੇਬ ਪਾਸ ਹੀ ਰਹੇ। ਗੁਰੂ ਹਰ ਰਾਏ ਜੀ ਆਪੂ ਬਾਣੀ ਦਾ ਅਦਬ ਕਰ ਕਰਵਾ ਸਿੱਖਾਂ ਲਈ ਪੂਰਨੇ ਪਾ ਰਹੇ ਸਨ। ਇੱਥੋਂ ਤੱਕ ਇੱਕ ਵਾਰੀ ਜਦ ਉਹਨਾਂ ਦੇ ਮਹਿਲਾਂ ਹੇਠਾਂ ਬਾਣੀ ਪੜ੍ਹਦੇ ਸਿੱਖ ਆਏ ਤਾਂ ਆਪ ਜੀ ਤੁਰੰਤ ਉੱਠ ਖਲੋਤੇ ਅਤੇ ਗੋਡੇ ਤੇ ਚੋਟ ਵੀ ਲੱਗ ਗਈ। ਜਦ ਸਿੱਖਾਂ ਪੁੱਛਿਆ ਕਿ ਇੰਨੀ ਕਾਹਲੀ ਦੀ ਕੀ ਲੋੜ ਸੀ ਤਾਂ ਆਪ ਜੀ ਨੇ ਬਚਨ ਕੀਤਾ, ਜੋ ਸਿੱਖ ਗੁਰਬਾਣੀ ਭੈ ਕਰੇ, ਬਿਨ ਪ੍ਰਯਾਸ ਭਵ ਸਾਗਰ ਤਰੇ। ਗੁਰਬਾਣੀ ਮਹਿਮਾ ਮਹੀਆਨੇ, ਜੇ ਮਰਿਆਦਾ ਹਮ ਨਹੀਂ ਠਾਣੇ, ਤੇ ਸਿੱਖ ਭੈ ਨਾ ਕਰੇਂਗੋ ਕੋਈ, ਬਿਨ ਭੈ ਕਰ ਸ੍ਰੇ ਨਹਿ ਖੋਈ। ਫਿਰ ਹੁਕਮ ਦਿੱਤਾ, ਜਿਨ ਭੈ ਅਦਬ ਨਾ ਬਾਣੀ ਧਾਰਾ, ਜਾਣਿਓ ਸੋ ਸਿੱਖ ਨਹੀਂ ਹਮਾਰਾ। ਰਾਮ ਰਾਏ ਜੀ ਨੂੰ ਜਦ ਪਿੱਛੋਂ ਆਪੂ ਔਰੰਗਜ਼ੇਬ ਨੇ ਪੁੱਛਿਆ ਕਿ ਉਸ ਨੂੰ ਗੁਰਗੱਦੀ ਕਿਉਂ ਨਹੀਂ ਮਿਲੀ ਤਾਂ ਰਾਮ ਰਾਏ ਨੇ ਕਿਹਾ, ਯਯੋ ਯਯੋ ਤੁਮ ਫਰਮਾਇਸ਼ ਕੀਨਸ, ਅਜਮਤ ਬਲ ਤੇ ਹਮ ਕਰ ਦੀਨਸ, ਪਿਤਾ ਸਮੀਪ ਜਾਤ ਸੁਧ ਸਾਰੀ, ਤਿਨਹੋਂ ਬਾਤ ਨਹੀਂ ਨੀਕੀ ਵਿਚਾਰੀ। ਰਾਮ ਰਾਏ ਦਿੱਲੀ ਦਾ ਅਨੁਸਾਰੀ ਹੋ ਗਿਆ, ਦਿੱਲੀ ਦਾ ਹੀ ਬਣ ਕੇ ਰਹਿ ਗਿਆ। ਗੁਰੂ ਹਰ ਰਾਏ ਜੀ ਦੇਖ ਰਹੇ ਸਨ ਕਿ ਜਿਸ ਨੇ ਜਗਤ ਲਈ ਪੂਰਨੇ ਪਾਉਣੇ ਹਨ, ਜੇ ਉਹ ਹੀ ਖੁਸ਼ਾਮਦੀ ਲਾਲਚੀ ਡਰਪੋਕ ਕਾਇਰ ਅਤੇ ਦਿੱਲੀ ਪਿੱਛੇ ਟੁਰਨ ਵਾਲਾ ਹੈ, ਉਹ ਸਿੱਖਾਂ ਵਿੱਚ ਨਿਡਰਤਾ ਅਤੇ ਸਾਹਸ ਕਿਵੇਂ ਭਰ ਸਕੇਗਾ। ਫਿਰ ਜਦ ਕੁਝ ਵਿਚੋਲਿਆਂ ਨੇ ਗੁਰੂ ਹਰਿਕ੍ਰਿਸ਼ਨ ਜੀ ਨੂੰ ਇਹ ਕਹਿਣਾ ਚਾਹਿਆ ਕਿ ਰਿਓ ਸੂਤ ਸਥਿਰਤਾ ਲਾਇਓ, ਭਾਵ ਬਾਦਸ਼ਾਹ ਨਾਲ ਬਣਾਈ ਰੱਖਿਆ ਚੈਨ ਸੁੱਖ ਪ੍ਰਾਪਤ ਹੋਵੇਗਾ, ਤਾਂ 8ਵੇਂ ਪਾਤਸ਼ਾਹ ਨੇ ਫਰਮਾਇਆ ਕਿ ਉਹ ਤਾਂ ਉਸ ਨੀਤੀ ਅਤੇ ਰੀਤੀ ਉੱਤੇ ਚੱਲਣਗੇ ਜਿਸ ਤੇ ਗੁਰੂ ਨਾਨਕ ਜੀ ਤੁਰਦੇ ਰਹੇ ਅਤੇ ਜਿਸ ਨੂੰ ਗੁਰੂ ਹਰ ਰਾਏ ਜੀ ਨੇ ਅੰਤਿਮ ਸਮੇਂ ਤੱਕ ਅਪਣਾਈ ਰੱਖਿਆ। ਪਿਤਾ ਹਮਾਰੇ ਕੀ ਜਿਮ ਰੀਤ ਹੈ ਸੋ ਸਹੀ, ਨਾ ਹਵੇ ਵਿਪਰੀਤ, ਅੰਤ ਪਰਿਅੰਤ ਨਿਰਭਾਇਓ ਨਮ, ਤੈਸੇ ਹਮ ਕਰ ਹੈ ਸਾਹਿਬ ਪ੍ਰੇਮ।
6 ਅਕਤੂਬਰ 1661 ਨੂੰ ਗੁਰੂ ਹਰ ਰਾਏ ਜੀ ਦੇ ਜੋਤੀ ਜੋਤ ਸਮਾਉਣ ਉਪਰੰਤ ਗੁਰੂ ਹਰਕ੍ਰਿਸ਼ਨ ਜੀ ਨੇ ਗੁਰਗੱਦੀ ਦੀ ਜ਼ਿੰਮੇਵਾਰੀ ਸੰਭਾਲੀ। ਰਾਮ ਰਾਏ ਜੀ ਬਾਰੇ ਗੁਰੂ ਹਰ ਰਾਏ ਜੀ ਨੇ ਫਰਮਾਇਆ ਕਿ ਅਬ ਹਮਰੇ ਮੁਖ ਲਾਗੇ ਨਹੀਂ ਅਤੇ ਜੋ ਉਸ ਦੇ ਮੱਥੇ ਲੱਗੇਗਾ ਮੇਰਾ ਸਿੱਖ ਨਹੀਂ। ਪਰ ਇੱਧਰ ਗੁਰੂ ਗੋਬਿੰਦ ਸਿੰਘ ਜੀ ਨੇ ਫਰਮਾਇਆ ਜੋ ਗੁਰੂ ਹਰਕ੍ਰਿਸ਼ਨ ਜੀ ਨੂੰ ਦੇਖੇਗਾ ਉਸ ਦੇ ਸਭ ਦੁੱਖ ਦੂਰ ਹੋ ਜਾਣਗੇ। ਸ਼੍ਰੀ ਹਰਕ੍ਰਿਸ਼ਨ ਜੀ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਗੁਰੂ ਹਰਕ੍ਰਿਸ਼ਨ ਜੀ ਨੇ ਗੁਰਗੱਦੀ ਦੀ ਪਵਿੱਤਰਤਾ ਨੂੰ ਕਾਇਮ ਰੱਖਿਆ। ਰਾਮ ਰਾਏ ਨੇ ਸਾਜ਼ਿਸ਼ ਕੀਤੀ ਕਿ ਗੁਰੂ ਜੀ ਨੂੰ ਵੀ ਔਰੰਗਜ਼ੇਬ ਦੇ ਦਰਬਾਰ ਹਾਜ਼ਰ ਕੀਤਾ ਜਾਏ, ਪਰ ਮਹਾਰਾਜ ਜੀ ਨਾ ਸਿਰਫ ਦ੍ਰਿੜ ਚਿੱਤ ਰਹੇ ਸਗੋਂ ਔਰੰਗਜ਼ੇਬ ਨੂੰ ਝੁਕਣਾ ਪਿਆ। ਦਿੱਲੀ ਜਦ ਗੁਰੂ ਜੀ ਪੁੱਜੇ ਤਾਂ ਔਰੰਗਜ਼ੇਬ ਆਪੂ ਉਹਨਾਂ ਦੇ ਦਰਸ਼ਨਾਂ ਨੂੰ ਬੰਗਲਾ ਸਾਹਿਬ ਆਇਆ, ਪਰ ਉਸ ਸਮੇਂ ਵੀ ਉਸ ਨੂੰ ਦਰਸ਼ਨ ਦੇਣਾ ਨਾ ਮੰਨੀ। ਅੱਧੀ ਘੜੀ ਔਰੰਗਜ਼ੇਬ ਬੰਗਲਾ ਸਾਹਿਬ ਦੇ ਸਾਹਮਣੇ ਖੜਾ ਰਿਹਾ। ਉਹ ਇਹ ਹੀ ਆਖੇ ਕਿ ਮੈਂ ਆਜਿਜ਼ ਹੋ ਆਇਆ ਹਾਂ, ਪਰ ਮਹਾਰਾਜ ਨੇ ਦਰਸ਼ਨ ਨਾ ਦਿੱਤੇ। ਉਹ ਵਾਪਸ ਮੁੜ ਗਿਆ। ਚੰਗਾ ਰਹੇਗਾ ਕਿ ਬੰਸਾਵਾਲੀ ਨਾਮੇ ਦੇ ਅਸਲ ਸ਼ਬਦ ਹੀ ਇੱਥੇ ਦਰਜ ਕੀਤੇ ਜਾਣ। ਇਹ ਚੇਤਾ ਰਹੇ ਕਿ ਇੱਕ ਪਾਸੇ ਰਾਮ ਰਾਏ ਔਰੰਗਜ਼ੇਬ ਦੇ ਚੱਕਰ ਕੱਢਦਾ ਹੈ ਤਾਂ ਕਿ ਉਸ ਨੂੰ ਕੋਈ ਜਾਤੀ ਲਾਭ ਹੋ ਜਾਏ, ਦੂਜੇ ਪਾਸੇ ਉਹ ਹੀ ਔਰੰਗਜ਼ੇਬ ਗੁਰੂ ਹਰਕ੍ਰਿਸ਼ਨ ਜੀ ਦੇ ਤਰਲੇ ਕੱਢਦਾ ਹੈ ਕਿ ਦੀਦਾਰ ਹੋ ਜਾਏ। ਧੰਨ ਗੁਰੂ ਹਰਕ੍ਰਿਸ਼ਨ ਜੀ ਜਿਨ੍ਹਾਂ ਸਾਡੇ ਸਭ ਸਿਆਸੀ, ਆਤਮਿਕ ਅਤੇ ਸਮਾਜਿਕ ਦੁੱਖ ਦੂਰ ਕੀਤੇ। ਬੰਸਾਵਾਲੀ ਨਾਮੇ ਦੇ ਸ਼ਬਦ ਇਸ ਪ੍ਰਕਾਰ ਹਨ। ਗੁਰੂ ਹਰਕ੍ਰਿਸ਼ਨ ਜੀ ਨੇ ਕਿਹਾ, ਸੀਸ ਹੈ ਡੇਣਾ ਹੁਣ ਕੇਹਾ ਕੂਚ ਕੇਹਾ ਡਰਨਾ। ਇਹ ਚਰਚਾ ਹੁੰਦਿਆਂ ਜੋ ਆਊ ਰੰਗਾ ਚੜ ਆਇਆ, ਸਾਹਿਬ ਸੁਣਦੇ ਹੀ ਬੂਹਾ ਬੰਦ ਕਰਾਇਆ। ਸਵਾਲ ਜਵਾਬ ਵਿੱਚ ਦੁਰਗਾ ਮਲ ਪਾਇਆ, ਅੱਧੀ ਘੜੀ ਬੂਹੇ ਤੇ ਔਰੰਗਾ ਖੜਾ ਰਿਹਾ। ਵਿਚੋਲੇ ਔਰੰਗਜ਼ੇਬ ਨੂੰ ਜਾ ਕੇ ਕਹਿਣ ਲੱਗੇ ਕਿ ਉਹ ਬਾਲਕ ਹਨ, ਨਹੀਂ ਮੰਨਦੇ, ਹਠ ਕਰਦੇ ਹਨ। ਉੱਧਰ ਔਰੰਗਜ਼ੇਬ ਕਹੇ ਮੈਂ ਦੇਖਣ ਦੀ ਹੈ ਚਾਹ, ਹੋਰ ਨਹੀਂ ਕੁਛ ਆਖਣ ਸੁਣਨ ਕੀ ਮਨ ਮਹਿਰਾ। ਫੇਰ ਦੁਰਗਾ ਮਲ ਜਾਏ ਕੀਤੀ ਆਰਜੂ, ਜੀ ਉਨਕੇ ਬਦਨ ਪਰ ਸ਼ਲੂਏ ਬਹੁਤ ਹੈਣ ਨਿਕਲੇ। ਤੁਰਕ ਨਾ ਮਨੇ ਕਹੇ ਮੇਰੇ ਹੈ ਚਾਹ ਦੀਦਾਰ, ਮੈਂ ਆਪ ਚੱਲ ਆਇਆ ਹਾਂ ਫਕੀਰ ਦਰਬਾਰ। ਤੁਰਕ ਨਿਰਾਸ ਹੋਏ ਗਿਆ ਨਿਜ ਧਾਮ। ਭਾਈ ਗੁਰਦਾਸ ਜੀ ਨੇ ਰਾਮਕਲੀਵਾਰ ਪਾਤਸ਼ਾਹੀ 10ਵੀਂ ਦੀ 22ਵੀਂ ਪੌੜੀ ਵਿੱਚ ਇਸੇ ਭਾਵ ਦਾ ਲਿਖਿਆ ਹੈ ਕਿ 8ਵੇਂ ਸੂਰਬੀਰ ਗੁਰੂ ਹਰਕ੍ਰਿਸ਼ਨ ਜੀ ਹਨ ਜਿਨ੍ਹਾਂ ਦਿੱਲੀ ਜਾ ਕੇ ਸਰੀਰ ਤਿਆਗਿਆ। ਗੁਰੂ ਨਾਨਕ ਦੀ ਜੋਤ ਨੇ ਬਾਲਕ ਰੂਪ ਵਿੱਚ ਕੌਤਕ ਕੀਤੇ ਅਤੇ ਸਹਿਜੇ ਹੀ ਸਰੀਰ ਤਿਆਗ ਕੇ ਜੋਤੀ ਜੋਤ ਸਮਾ ਗਏ। ਉਹ ਆਪਣੇ ਅਸੂਲਾਂ ਤੇ ਡਟੇ ਰਹੇ ਅਤੇ ਮੁਗਲਾਂ ਸਿਰ ਸੁਆਹ ਪਾਈ। ਸਮੇਂ ਦੀ ਹਕੂਮਤ ਦੇ ਬਾਦਸ਼ਾਹ ਔਰੰਗਜ਼ੇਬ ਅੱਗੇ ਨਾ ਝੁਕੇ ਅਤੇ ਸਿੱਖੀ ਸਨਮਾਨ ਨੂੰ ਆਂਚ ਨਾ ਆਉਣ ਦਿੱਤੀ। ਝਗੜਾ ਔਰੰਗਜ਼ੇਬ ਨੇ ਆਪੂ ਪਾਇਆ ਸੀ ਅਤੇ ਉਸੇ ਦਾ ਹੀ ਨੁਕਸਾਨ ਹੋਇਆ। ਗੁਰੂ ਘਰ ਨੂੰ ਤਾਂ ਉਹ ਹਾਣ ਨਾ ਪਹੁੰਚਾ ਸਕਿਆ, ਆਪਣੀ ਕੁੱਲ ਜ਼ਰੂਰ ਨਾਸ ਕਰ ਲਈ। ਪੌੜੀ ਹੈ ਹਰਿਕ੍ਰਿਸ਼ਨ ਭਇਓ ਅਸ਼ਟਮ ਬਲਬੀਰਾ, ਜਿਨ ਪਹੁੰਚ ਦਿੱਲੀ ਤਜਿਓ ਸਰੀਰਾ। ਬਾਲ ਰੂਪ ਧਰਿਓ ਸਵਾਂਗ ਰਚਾਏ, ਤਬ ਸਹਿਜੇ ਤਨ ਕੋ ਛੋੜ ਸਿਧਾਏ। ਇਉਂ ਮੁਗਲਨ ਸੀਸ ਪਰੀ ਬਹੁਛਾਰਾ, ਵਹਿ ਖੁਦ ਪਤ ਸਿਉ ਪਹੁੰਚੇ ਦਰਬਾਰਾ। ਔਰੰਗੇ ਇਹ ਬਾਦ ਰਚਾਇਓ, ਤਿਨ ਆਪਣਾ ਕੁਲ ਨਾਸ ਕਰਾਇਓ। ਇਉਂ ਠਹਿਕ ਠਹਿਕ ਮੁਗਲਾਂ ਸਿਰ ਸ਼ਾਰੀ, ਫੁਨ ਹੋਏ ਪਾਪੀ ਵਹੁ ਨਰਕ ਸਿਧਾਰੀ। ਭਾਈ ਨੰਦ ਲਾਲ ਜੀ ਨੇ ਬਹੁਤ ਸੁੰਦਰ ਕਿਹਾ ਹੈ ਕਿ ਉਸ ਦੇ ਨੇਕ ਨਾਮ ਵਾਲੀ ਅਤੇ ਸੱਚ ਦੇ ਥੇਵੇਂ ਨਾਲ ਜੜੀ ਹੇ ਦੁਨੀਆ ਦੇ ਕਾਬਜ ਦਿਓ ਨੂੰ ਹਰਾ ਕੇ ਡੇਕ ਦੇਣ ਵਾਲੀ ਹੈ ਅਤੇ ਸੱਚਾਈ ਦਰਸਾਉਣ ਵਾਲੀ ਰੇ ਸਦੀਵੀ ਤਖਤ ਉੱਪਰ ਪ੍ਰਧਾਨਗੀ ਪਦ ਤੇ ਬਿਰਾਜਮਾਨ ਹੋਣ ਵਾਲੀ ਹੈ। ਸ਼ਾਨ ਸ਼ੌਕਤ ਨਾਲ ਭਰੀ ਸ਼ੀਨ ਸ਼ੇਰਾਂ ਵਰਗੇ ਦੇਵਾਂ ਨੂੰ ਮਾਰ ਗਿਰਾਉਣ ਵਾਲੀ ਹੈ। ਅੰਤਿਮ ਨੂਣ ਹਰ ਦਿਲ ਅਤੇ ਜਾਨ ਦੀ ਤਾਜ਼ਗੀ ਅਤੇ ਸੁਗੰਧੀ ਵਧਾਉਣ ਵਾਲੀ ਅਤੇ ਰੱਬ ਦੀਆਂ ਨਿਆਮਤਾਂ ਦਾ ਨਿਕਟ ਵਰਦੀ ਮਿੱਤਰ ਹੈ। ਸੇਵਾ ਰਾਮ ਦੀਆਂ ਪਰਚੀਆਂ ਨੇ ਜ਼ਿਕਰ ਕੀਤਾ। ਜਦ ਔਰੰਗਜ਼ੇਬ ਨੇ ਜਿੱਦ ਹੀ ਪਕੜ ਲਈ ਦਰਸ਼ਨਾਂ ਦੀ ਤਾਂ ਆਪ ਜੀ ਨੇ ਇੱਕ ਸ਼ਬਦ ਲਿਖ ਕੇ ਭੇਜਿਆ ਜੋ ਪਹਿਲਾਂ ਜ਼ਫਰਨਾਮਾ ਵੀ ਕਿਹਾ ਜਾ ਸਕਦਾ ਹੈ। ਸ਼ਬਦ ਵਿੱਚ ਉਹ ਹੀ ਚੋਟਾਂ ਸਨ ਜੋ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜ਼ਫਰਨਾਮੇ ਵਿੱਚ ਮਾਰੀਆਂ। ਸ਼ਬਦ ਸੀ, ਕਿਆ ਖਾਧੇ ਕਿਆ ਪੈਦੇ ਹੋਏ, ਜਾਂ ਮਨ ਨਾਹੀਂ ਸਾਚਾ ਸੋਏ। ਕਿਆ ਮੇਵਾ ਕਿਆ ਘਿਓ ਗੁੜ ਮੀਠਾ, ਕਿਆ ਮੈਦਾ ਕਿਆ ਮਾਸ, ਕਿਆ ਕੱਪੜ ਕਿਆ ਸੇਜ ਸੁਖਾਲੀ। ਕੀਚੈ ਭੋਗ ਬਿਲਾਸ ਕਿਆ ਲਸ਼ਕਰ, ਕਿਆ ਨੇਬ ਖਵਾਸੀ, ਆਵੇ ਮਹਿਲੀ ਵਾਸ। ਨਾਨਕ ਸੱਚੇ ਨਾਮ ਵਿਣ ਸਭੇ ਟੋਲ ਵਿਨਾਸ਼। ਗੁਰੂ ਤੇਗ ਬਹਾਦਰ ਜੀ ਇਲਾਹਾਬਾਦ ਤੋਂ ਮੁੜਦੇ ਭੱਟ ਵਹੀ ਪੂਰਬ ਦੱਖਣੀ ਅਨੁਸਾਰ ਦਿੱਲੀ ਧਰਮਸ਼ਾਲ ਭਾਈ ਕਲਿਆਣ ਵਿੱਚ ਠਹਿਰੇ।
उथे धर्मशाल विच ही राम राय जी गुरु तेग बहादुर जी नूं भी मिले। मिर्जा राजा जय सिंह नूं मिलण भी गुरु तेग बहादुर जी गए। राय सैन पिंड जिथे गुरु हरकृष्ण जी ठहरे हुए सन उत्थे ही हुण गुरुद्वारा बंगला साहिब है। गुरु तेग बहादुर जी गुरु हरकृष्ण दे दर्शनां नूं गए अते गुरु हर राय जी दे ज्योति जोत समाउण दी परचाउणी भी कीती। आप जी छेती ही बाबा बकाला पुज गए। इंज लगदा है कि गुरु हरकृष्ण जी ने हुक्म कीता सी कि ओह बाबा बकाला चले जाण। गुरु तेग बहादुर जी दे दिल्ली तो वापस मुड़न तो कुछ दिन उपरंत ही गुरु हरकृष्ण जी दिल्ली दीआं गलियां कूचियां विच जा के बीमारां दे दुख दूर करदे। आप जी ते भी चीचक दा हमला हो गया। बीमारी दा हमला सख्त सी, कूकी वज गई। 5 दिन इसे तरह हालत बनी रही। 5 दिनां मगरों जद गुरु जी ने अख खोली तां संगतां ने थाल नारियल ते 5 पैसे रख पुछया कि गुरगद्दी दी जिम्मेवारी किस नूं दे के ਚੱਲੇ ਹੋ। ਤਾਂ ਆਪ ਜੀ ਨੇ ਸੂਰਜ ਪ੍ਰਕਾਸ਼ ਦੇ ਕਥਨ ਅਨੁਸਾਰ ਆਪਣਾ ਸੱਜਾ ਹੱਥ ਉਠਾਇਆ, 3 ਵਾਰੀ ਗਲਕਾਰ ਹੱਥ ਘੁਮਾਇਆ ਅਤੇ ਮੁੱਖੋਂ ਬਾਬਾ ਬਕਾਲਾ ਫਰਮਾਇਆ। ਫਿਰ ਸੀਸ ਝੁਕਾਇਆ। ਬਾਬਾ ਬਸਿਆ ਗ੍ਰਾਮ ਬਕਾਲੇ, ਬਨ ਗੁਰ ਸੰਗਤ ਸਕਲ ਸੰਭਾਲੇ। ਭਾਈ ਸੇਵਾ ਰਾਮ ਦੀਆਂ ਪਰਚੀਆਂ ਵਿੱਚ ਲਿਖਿਆ ਹੈ ਕਿ ਆਪ ਜੀ ਨੇ ਫਿਰ ਮੁੱਠੀ ਮੀਚ ਲਈ, ਜਿਸ ਦਾ ਭਾਵ ਸੀ ਕਿ ਇੱਕ ਮੁੱਠ ਰਹਿਣਾ। ਗੁਲਾਬ ਸਿੰਘ ਨੇ 8ਵੀਂ 9ਵੀਂ ਪਾਤਸ਼ਾਹੀ ਦੇ ਸ਼ਹੀਦੀ ਪ੍ਰਸੰਗ ਵਿੱਚ ਲਿਖਿਆ ਹੈ ਕਿ ਗੁਰੂ ਜੀ ਨੇ ਫਰਮਾਇਆ, ਅਬ ਬਾਬਾ ਜੀ बीच बकाले भए सब संगत धर सुने जियो। महिमा प्रकाश की गवाही है कि संगतां ने पूछया, हम कित बिद नित दर्शन करे, किम कर चरण गुरसेव, अब कहाँ जोत प्रगट धरे, दीजे दासन भेव। संगत दी अरजोई सुन के सतगुर बख्शिश दे घर आए अते बचन कीता, अब जाए दर्शन तुम कर बकाल, ताहां रहे बाबा जी दीन दयाल। ਇਹ ਫਰਮਾ ਕੇ ਫਿਰ ਸਮਾਧੀ ਲੱਗ ਗਈ ਅਤੇ ਇਸ ਤਰ੍ਹਾਂ ਜੋਤ ਵਿੱਚ ਜੋਤ ਰਲ ਗਈ, ਜਿਵੇਂ ਸੂਰਜ ਛਿਪਣ ਵੇਲੇ ਹੌਲੀ ਹੌਲੀ ਸੂਰਜ ਆਪਣੀ ਰੌਸ਼ਨੀ ਸੰਕੋਚਦਾ ਹੈ। ਦਾਦੀ ਮਾਤਾ ਬਸੀ ਜੀ ਨੇ ਭਾਈ ਬਹਿਲੋ ਦੀ ਸੰਤਾਨ ਦੇ ਭਾਈ ਗੁਰਦਾਸ ਜੀ ਨੂੰ ਗੁਰੂ ਗ੍ਰੰਥ ਸਾਹਿਬ ਦਾ ਪਾਠ ਆਰੰਭ ਕਰਨ ਲਈ ਕਿਹਾ। ਭਾਈ ਕੇਸਰ ਸਿੰਘ ਨੇ ਬੰਸਾਵਾਲੀ ਨਾਮੇ ਵਿੱਚ ਲਿਖਿਆ ਹੈ, ਵਕਤ ਚਲਾਣੇ ਸਿੱਖਾਂ ਕੀਤੀ ਅਰਦਾਸ, ਗਰੀਬ ਨਿਵਾਜ ਸੰਗਤ ਛੱਡੀ ਕਿਸ ਪਾਸ। उस वक्त बचन कीता बाबा बकाले, आप गए सुरपुर दह जलाई धन चंदन नाले। यह घटना 30 मार्च 1664 ਨੂੰ ਹੋਈ। सो किसी ਦਾ ਇਹ ਕਹਿਣਾ ਕਿ ਅਨਿਸ਼ਚਿਤ ਵਾਕ ਸਨ ਨਿਰਮੂਲ ਹੈ। ਇਹ ਬਚਨ ਉਚਾਰਨ ਵੇਲੇ ਬਕਾਲੇ ਵਿਖੇ ਰਿਸ਼ਤੇ ਵਿੱਚ ਕੋਈ ਹੋਰ ਬਾਬਾ ਜਾਂ ਇੱਥੋਂ ਤੱਕ ਕੋਈ ਸੋਢੀ ਵੀ ਨਹੀਂ ਸੀ। ਉਹਨਾਂ ਦੇ ਆਪਣੇ ਬਾਬਾ ਗੁਰਦਿੱਤਾ ਜੀ ਦੇ ਭਰਾ ਕੇਵਲ ਇਹ ਗੁਰੂ ਤੇਗ ਬਹਾਦਰ ਜੀ ਹੀ ਸਨ। ਇੱਕ ਰਿਸ਼ਤੇ ਵਿੱਚ ਬਾਬਾ, ਦੂਜੇ ਹੁਣੇ ਹੀ ਦਿੱਲੀ ਤੋਂ ਹੋ ਕੇ ਬਾਬਾ ਬਕਾਲਾ ਗਏ ਸਨ ਅਤੇ ਤੀਜੇ ਗੁਰੂ ਹਰਗੋਬਿੰਦ ਜੀ ਬਖਸ਼ਿਸ਼ ਦੇ ਹੁਕਮ ਕਰ ਗਏ ਸਨ। ਅਦਬ ਨਾਲ ਬਾਬਾ ਅਤੇ ਥਾਂ ਬਕਾਲਾ ਹੀ ਕਹਿਣਾ ਫੱਬਦਾ ਸੀ। ਇਹ ਸੁਣ ਕੇ ਹੀ ਕਈ ਦਾਅਵੇਦਾਰ ਉੱਥੇ ਪੁੱਜੇ ਸਨ। ਬੰਸਾਵਾਲੀ ਨਾਮੇ ਦੇ ਲਿਖਾਰੀ ਭਾਈ ਕੇਸਰ ਸਿੰਘ ਸ਼ਿੱਬਰ ਨੇ ਢੁਕਵੀਆਂ ਦਲੀਲਾਂ ਦਿੱਤੀਆਂ ਹਨ ਕਿ ਧੀਰਮਲ ਦੀ ਉਕਤੀ ਹੀ ਗਲਤੀ ਸੀ। ਧੀਰਮਲ ਇਹ ਕਹਿ ਰਿਹਾ ਸੀ, ਗੁਰਿਆਈ ਹੈ ਅਸਾਡੀ, ਹਰਕ੍ਰਿਸ਼ਨ ਜੋ ਕਿਹਾ ਬਾਬੇ ਬਕਾਲੇ, ਅਸੀਂ ਬਾਬੇ ਹਾਂ ਆਦਿ, ਬਾਬੇ ਗੁਰਦਿੱਤੇ ਦੀ ਅਸੀਂ ਔਲਾਦ, ਤੇਗ ਬਹਾਦਰ ਹੈ 5ਵੀਂ ਜਾਗਾ, ਅਸੀਂ ਬਾਬੇ ਆਦ। ਬੰਸਾਵਾਲੀ ਨਾਮੇ ਵਾਲੇ ਲਿਖਿਆ ਹੈ ਕਿ ਧੀਰਮਲ ਭੁੱਲ ਗਿਆ ਕਿ ਗੁਰੂ ਹਰਕ੍ਰਿਸ਼ਨ ਜੀ ਨੇ ਮੋਇਆ ਬਾਬਾ ਕਿਹਾ ਹੈ ਕਿ ਜਿੰਦਾ ਬਾਬਾ ਗੁਰਦਿੱਤਾ ਜੀ ਤਾਂ ਚਿਰ ਹੋਇਆ ਚੜ੍ਹਾਈ ਕਰ ਗਏ ਸਨ। ਬਾਬਾ ਬਕਾਲੇ ਜੋ ਉਹਨ ਕਿਹਾ ਸੋ ਜੀਵਦਾ ਕੇ ਮੋਇਆ ਬਹਿ ਰਿਹਾ, ਬਾਬਾ ਗੁਰਦਿੱਤਾ ਤਾਂ ਸਵਰਗ ਸਿਧਾਏ, ਬੈਠਾ ਸਲਾਮਤ ਬਾਬਾ ਤੇਗ ਬਹਾਦਰ ਆਏ। ਭੱਟ ਵਹੀ ਭਾਦਸੋਂ ਪਰਗਣਾ ਥਾਨੇਸਰ ਨੇ ਵੀ ਸਪਸ਼ਟ ਲਿਖਿਆ ਹੈ, गुरु हरकृष्ण जी महल 8वां, बेटा गुर हर राय जी का, सम्मत 1721 मासे सुदी 14 बुधवार के देहों दीवान दरगाह मल से बचन किया, गुरियाई की सामग्री लै आओ, हुक्म पाए दीवान जी लै आए, सतगुरां इस हाथ छुहाए, 3 दफा दाई भुजा हिलाए, धीमी आवाज से कहा, इसे बकाला नगरी में ले जाना, 5 पैसे नलिएर, बाबा तेग बहादुर आगे राख, हमारी तरफ से मस्तक टेक देना। गुरु की साखियां रचित स्वरूप सिंह कोशिश भी
ਅਜਿਹਾ ਹੀ ਲਿਖਿਆ ਹੈ। ਅਹਿਮਦ ਸ਼ਾਹ ਬਟਾਲਵੀ ਨੇ ਵੀ ਇਹ ਹੀ ਲਿਖਿਆ ਹੈ ਕਿ ਗੁਰੂ ਹਰਕ੍ਰਿਸ਼ਨ ਜੀ ਬਵਕਤੇ ਆਖਰੀ ਇਹ ਹੀ ਫਰਮਾਇਆ ਕਿ ਬਾਬਾ ਬਕਾਲੇ ਹੈ ਗੋਇੰਦਵਾਲ ਦੇ ਨੇੜੇ। ਸੋਹਣ ਲਾਲ ਸੂਰੀ ਨੇ ਉਮਦੁਦ ਤਵਾਰੀਖ ਵਿੱਚ ਰਤਾ ਕੁ ਹੋਰ ਵਿਸਥਾਰ ਨਾਲ ਲਿਖਿਆ ਹੈ ਕਿ ਮਾਤਾ ਬਸੀ ਅਤੇ ਹੋਰ ਸੰਗਤਾਂ ਨੇ ਬੇਨਤੀ ਕੀਤੀ ਕਿ ਆਪ ਜੀ ਦੇ ਪਿੱਛੋਂ ਗੁਰਿਆਈ ਦੀ ਗੱਦੀ ਕਿਸ ਪ੍ਰਾਣੀ ਨੂੰ, ਮਨੁੱਖਾਂ ਵਿੱਚੋਂ ਕੌਣ ਹੈ ਐਸਾ ਭਰਪੂਰ ਬਖਸ਼ਿਸ਼ ਦਾ ਸੋਮਾ ਜਿਸ ਹੱਥੋਂ ਲੁਕਾਈ ਰਹਿਮਤਾਂ ਦੀ ਰੌਣਕ ਪਾਏਗੀ, ਅਤੇ ਸੱਚੇ ਸੇਵਕਾਂ ਦਾ ਗੁਰੂ ਕੌਣ ਹੋਵੇਗਾ, ਅਤੇ ਦੰਭ ਰਹਿਤ ਸ਼ੁਭ ਸੋਚਣ ਵਾਲੇ ਸਿੱਖਾਂ ਦਾ ਰਹਿਨੁਮਾ ਕੌਣ ਹੋਵੇਗਾ। ਤਾਂ ਰੱਬ ਰੂਪੀ ਗੁਰੂ ਜੀ ਨੇ ਬੰਦਗੀ ਦੇ ਰਾਹ ਪਾਉਣ ਵਾਲੀ ਰਸਨਾ ਤੋਂ ਇਹ ਫਰਮਾਇਆ ਕਿ ਬਾਬਾ ਜੀ ਬਕਾਲੇ ਤਸ਼ਰੀਫ ਰੱਖਦੇ ਹਨ। ਤੁਸੀਂ ਆਪਣੀਆਂ ਆਸਵੰਦੀ ਅੱਖਾਂ ਦੀ ਜੋਤ ਦੀ ਰਸ਼ਨਾਈ ਉਹਨਾਂ ਦੇ ਦਰਸ਼ਨਾਂ ਤੋਂ ਹਾਸਲ ਕਰਨਾ, ਉਹਨਾਂ ਦੀ ਤਾਬੇਦਾਰੀ ਅਤੇ ਆਗਿਆਕਾਰੀ ਦਾ ਪੱਲਾ ਪਕੜ ਸਦੀਵੀ ਸੁੱਖ ਅਤੇ ਸਰਦਾਰੀ ਦਾ ਮਾਣ ਪਾਉਣਾ। ਸਾਰੀ ਗੁਰਿਆਈ ਦੀ ਸਮੱਗਰੀ ਦਵਾਰਕਾ ਦਾਸ ਜੀ ਦੇ ਸਪੁੱਤਰ ਦੀਵਾਨ ਦਰਗਾਹ ਮੱਲ ਜੀ ਅਤੇ ਮੁਨਸ਼ੀ ਕਲਿਆਣ ਦਾਸ ਨੂੰ ਦਿੱਤੀ ਗਈ, ਅਤੇ ਫੈਸਲਾ ਇਹ ਹੋਇਆ ਕਿ ਦਰਗਾਹ ਮੱਲ ਜੀ ਸੰਗਤ ਸਮੇਤ ਆਪੂ ਬਕਾਲਾ ਜਾਣ ਅਤੇ ਮਰਿਆਦਾ ਅਨੁਸਾਰ ਗੁਰਗੱਦੀ ਤੇਗ ਬਹਾਦਰ ਜੀ ਨੂੰ ਦੇਣ। ਭਾਗ ਪੰਜਵਾਂ। ਗੁਰੂ ਲਾਦੋਰੇ। ਗੁਰੂ ਹਰਕ੍ਰਿਸ਼ਨ ਜੀ ਭਾਵੇਂ ਸਪਸ਼ਟ ਸ਼ਬਦਾਂ ਵਿੱਚ ਹੁਕਮ ਕਰਕੇ ਗੁਰਗੱਦੀ ਦੀ ਜ਼ਿੰਮੇਵਾਰੀ ਗੁਰੂ ਤੇਗ ਬਹਾਦਰ ਜੀ ਨੂੰ ਸੌਂਪ ਗਏ ਸਨ, ਅਤੇ 5 ਪੈਸੇ ਅਤੇ ਨਰੇਲ ਵੀ ਭਾਈ ਦਰਗਾਹ ਮੱਲ ਨੂੰ ਦੇ ਗਏ ਸਨ ਕਿ ਪਹੁੰਚਾ ਕੇ ਮੱਥਾ ਟੇਕਣਾ, ਪਰ ਬਾਬਾ ਬਕਾਲਾ ਪੁੱਜਦਿਆਂ ਭਾਈ ਜੀ ਨੇ ਕੁਝ ਚਿਰ ਲਗਾ ਦਿੱਤਾ। ਭਾਈ ਜੀ ਨੇ ਇਹ ਹੀ ਸਮਝਿਆ ਕਿ ਸਰਵ ਸੰਗਤਾਂ ਨੂੰ ਖਬਰ ਪੁੱਜ ਜਾਏ ਤਾਂ ਹੀ ਭਰੀ ਸੰਗਤ ਵਿੱਚ ਇਹ ਮਰਿਆਦਾ ਜਾ ਕੇ ਨਿਭਾਈ ਜਾਏ। ਸੰਗਤਾਂ ਭਾਈ ਦਰਗਾਹ ਮੱਲ ਜੀ ਨੂੰ ਕਿਹਾ ਵੀ ਲੱਗਦਾ ਹੈ ਕਿ ਉਹ ਬਾਬਾ ਬਕਾਲੇ ਚੱਲ ਕੇ ਉੱਥੇ ਉੱਠ ਰਹੇ ਵਾਦ ਨੂੰ ਮੁਕਾਉਣ। ਭਾਈ ਦਰਗਾਹ ਮੱਲ ਜੀ ਕਹਿੰਦੇ ਸਨ ਕਿ ਵਾਦ ਕਾਹਦਾ, ਗੱਦੀ ਗੁਰੂ ਤੇਗ ਬਹਾਦਰ ਨੂੰ ਗੁਰੂ ਹਰਕ੍ਰਿਸ਼ਨ ਜੀ ਦੇ ਕੇ ਗਏ ਹਨ। ਦਰਗਾਹ ਮੱਲ ਕਿਹਾ, ਵੱਡਾ ਦਰਬਾਰ ਹੈ ਤੇਗ ਬਹਾਦਰ, ਜੋ ਬਾਬਾ ਬੈਠਾ ਸਲਾਮਤ ਹਾਜ਼ਰ, ਵਿੱਚ ਬਕਾਲੇ ਜਿਸ ਦਾ ਦਰਬਾਰ, ਸਭ ਚੱਲ ਕਰੀਏ ਉੱਥੇ ਜੁਹਾਰ। ਭਾਈ ਦਰਗਾਹ ਮੱਲ ਭੱਟ ਵਹੀ ਤਲਾਡਾ ਮੁਤਾਬਿਕ ਕਿਤੇ 11 ਅਗਸਤ 1664 ਨੂੰ ਹੀ ਬਾਬਾ ਬਕਾਲਾ ਪੁੱਜੇ। ਗੁਰੂ ਹਰਕ੍ਰਿਸ਼ਨ ਜੀ 30 ਮਾਰਚ 1664 ਨੂੰ ਜੋਤੀ ਜੋਤ ਸਮਾਏ ਸਨ। ਇਹਨਾਂ 4.5 ਮਹੀਨਿਆਂ ਵਿੱਚ ਦੋਖੀਆਂ, ਸਾਜ਼ਿਸ਼ੀਆਂ ਅਤੇ ਦਾਅਵੇਦਾਰਾਂ ਨੂੰ ਖੂਬ ਸਮਾਂ ਮਿਲ ਗਿਆ ਕਿ ਮਨਮਾਨੀ ਕਰਨ ਸੰਗਤਾਂ ਵਿਆਕੁਲ ਹੋ ਗਈਆਂ। ਮਸੰਦ ਸੰਗਤਾਂ ਨੂੰ ਵਰਗਲਾ ਕੇ ਖੂਬ ਲਾਭ ਉਠਾਉਂਦੇ ਸਿਆਣੇ ਸਿੱਖ ਦੁਖੀ ਹੋ ਗਏ। ਰੌਲਾ ਬਹੁਤ ਪੈ ਗਿਆ। ਸੰਗਤਾਂ ਦੀ ਆਤਮਿਕ ਤ੍ਰਿਪਤੀ ਨਹੀਂ ਸੀ ਹੋ ਰਹੀ। ਜਿਸ ਨਾਲ ਮੇਲ ਸੀ ਉਸ ਦੀ ਹੀ ਸਿਫਤ ਕਰਦਾ ਲੈ ਜਾਂਦਾ ਸੀ ਅਤੇ ਆਪਣੇ ਆਪ ਨੂੰ ਗੁਰੂ ਨਾਨਕ ਦੀ ਗੱਦੀ ਦਾ ਮਾਲਕ ਕਹਿੰਦਾ ਸੀ। ਆਈਆਂ ਸੰਗਤਾਂ ਧਨ ਪਦਾਰਥ ਦੇ ਦਿੰਦੀਆਂ ਸਨ, ਪਰ ਆਨੰਦ ਵਰਗੀ ਵਸਤ ਕਿਸੇ ਪਾਸ ਨਹੀਂ ਸੀ। ਸੰਗਤਾਂ ਤਾਂ ਹੁਣ ਕਹਿਣ ਹੀ ਲੱਗ ਪਈਆਂ ਸਨ ਕਿ ਸੱਚਾ ਗੁਰੂ ਕਿਧਰੇ ਅਲੋਪ ਹੋ ਬੈਠਾ ਹੈ। ਲੈਣ ਨੂੰ ਤਾਂ ਸਾਰੇ ਸ਼ੇਰ ਹਨ, ਪਰ ਸਿੱਖ ਦੇ ਦੁਖੜੇ ਹਰਨ ਵਾਲੇ ਗਿੱਦੜ ਨਿਆਈ ਹੋ ਜਾਂਦੇ। ਦਾਸ ਕੀ ਸਹਾਇਤਾ ਕਾਲ ਕੌਣ ਕਰੇ ਹੈ, ਬਿਨ ਹੈ ਤਬ ਸਿਆਲ। ਕੈਸੀ ਸੁੰਦਰ ਉਦਾਹਰਣ ਭਾਈ ਸੰਤੋਖ ਸਿੰਘ ਜੀ ਨੇ ਦਿੱਤੀ ਹੈ ਕਿ ਕੋਈ ਨੱਟ ਰਾਜਾ ਬਣ ਬੈਠੇ ਤਾਂ ਉਸ ਦਾ ਹੁਕਮ ਕੌਣ ਮੰਨੇਗਾ। ਐਸੀ ਹਾਲਤ ਸੋਢੀਆਂ ਦੀ ਸੀ ਜੋ ਸਭ ਗੁਰੂ ਬਣ ਬੈਠੇ ਸਨ। ਜਮ ਨੱਟ ਚਰਕ ਵਰਤ ਬਣ ਜਾਏ, ਕੋ ਆਏ ਸਮਾਨੇ ਹਿਤ ਲਾਏ। ਗੁਰੂ ਤੇਗ ਬਹਾਦਰ ਜੀ ਅੰਤਰਬਿਰਤੀ ਹੋਣ ਕਾਰਨ ਨਾ ਕੋਈ ਢੰਡੋਰਾ ਪਿੱਟ ਰਹੇ ਸਨ ਅਤੇ ਨਾ ਹੀ ਕਿਸੇ ਨੂੰ ਕਹਿੰਦੇ ਸਨ। ਬਹੁਤ ਸਮਾਂ ਚੁੱਪ ਹੀ ਰਹਿੰਦੇ। ਕਈ ਵਾਰੀ ਘੋੜੀ ਚੜ੍ਹ ਬਾਹਰ ਜ਼ਰੂਰ ਨਿਕਲਦੇ ਅਤੇ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਆਕੀਆਨਾ ਸਾਹਿਬ ਹੈ ਆ ਟਿਕਦੇ, ਪਰ ਲੋਕੀ ਉਹਨਾਂ ਨੂੰ ਇੱਕ ਹੋਰ ਸੋਢੀ ਸਮਝ ਦੂਰੋਂ ਹੀ ਨਮਸਕਾਰ ਕਰ ਛੱਡਦੇ। ਧੀਰਮੱਲ ਨੇ ਬਾਬਾ ਬਕਾਲਾ ਅੱਤ ਚੱਕ ਲਈ। ਉਸ ਦਾ ਨਾਂ ਜ਼ਰੂਰ ਧੀਰਮੱਲ ਸੀ, ਪਰ ਉਹ ਅੱਗ ਬਗੋਲਾ ਹੋਇਆ ਫਿਰਦਾ ਸੀ। ਧੀਰਜ ਦੀ ਮੂਰਤ ਤਾਂ ਕੇਵਲ ਗੁਰੂ ਤੇਗ ਬਹਾਦਰ ਜੀ ਹੀ ਸਨ। ਮਾਤਾ ਨਾਨਕੀ ਜੀ ਇਸ ਸਮੇਂ ਬਹੁਤ ਹੀ ਸੰਭਲ ਕੇ ਟੁਰ ਰਹੇ ਸਨ ਅਤੇ ਧੀਰਮੱਲ ਦੀ ਹਰ ਚਾਲ ਤੇ ਨਜ਼ਰ ਰੱਖ ਰਹੇ ਸਨ। ਉਹਨਾਂ ਨੂੰ ਵਿਸ਼ਵਾਸ ਹੋ ਗਿਆ ਸੀ ਕਿ ਗੁਰੂ ਹਰਗੋਬਿੰਦ ਜੀ ਦੇ ਹੁਕਮਾਂ ਅਤੇ ਬਖਸ਼ਿਸ਼ਾਂ ਦੇ ਫਲ ਦੇਣ ਦਾ ਸਮਾਂ ਆ ਗਿਆ ਹੈ। ਬੇਟੇ ਤੇਗ ਬਹਾਦਰ ਵਿੱਚ ਖਿਮਾ, ਸਦਾ ਪ੍ਰਸੰਨ ਅਤੇ ਅੰਤਰਮੁਖੀ ਦੀ ਜੋ ਬਿਰਤੀ ਪ੍ਰਗਟ ਹੋਈ ਹੈ, ਇਹ ਹੀ ਗੁਰੂ ਵਾਲੇ ਲੱਛਣ ਹਨ। ਖਿਮਾ ਆਦਿ ਗੁਣ ਮੰਨਨੇ ਭਵਨੁ, ਨਿਤ ਪ੍ਰਸੰਨ ਅੰਤਰ ਬਿਰਤੀ ਰਵਣੁ। ਮਾਤਾ ਨਾਨਕੀ ਜੀ ਬੇਟੇ ਗੁਰੂ ਨੂੰ ਕਹਿੰਦੇ ਵੀ ਸਨ, ਤੁਸੀਂ ਹੀ ਜ਼ਿੰਮੇਵਾਰ ਉਠਾਉਣ ਯੋਗ ਹੋ। ਤੁਹਾਡੇ ਨਾ ਪ੍ਰਗਟ ਹੋਣ ਕਾਰਨ ਹੀ ਸੰਗਤਾਂ ਹਨੇਰੇ ਵਿੱਚ ਭਟਕ ਰਹੀਆਂ ਹਨ। ਜੇ ਇਸੇ ਤਰ੍ਹਾਂ ਚੁੱਪ ਸਾਧੀ ਰੱਖੀ ਤਾਂ ਸਿੱਖੀ ਮਾਰਗ ਕਿਸ ਪ੍ਰਕਾਰ ਚੱਲੇਗਾ। ਤੇਗ ਬਹਾਦਰ ਜੀ ਨੇ ਚੁੱਪ ਹੀ ਸਾਧ ਰੱਖੀ। ਮਾਤਾ ਜੀ ਨੇ ਬਹੁਤੀ ਦੇਰ ਹੋਰ ਤੱਕੀ ਜਾਣਾ ਨਾ ਮੁਨਾਸਿਬ ਸਮਝ ਵਿਉਂਤ ਬਣਾਈ ਕਿ ਸੰਗਤ ਤੇ ਮੰਨੇ ਪਰਮੰਨੇ ਸਿੱਖਾਂ ਦਾ ਇਕੱਠ ਬੁਲਾ ਕੇ ਬੇਟੇ
ਗੁਰੂ ਨੂੰ ਗੁਰਗੱਦੀ ਤੇ ਬਿਠਾਉਣ ਅਤੇ ਤਿਲਕ ਦੇਣ ਦੀ ਮਰਿਆਦਾ ਨਿਭਾ ਦਿੱਤੀ ਜਾਏ। ਮਾਤਾ ਜੀ ਨੇ ਗੁਰੂ ਅਮਰਦਾਸ ਜੀ ਦੀ ਸੰਤਾਨ ਦੇ ਮੁਖੀ ਅਤੇ ਵਿਦਵਾਨ ਭਾਈ ਦਵਾਰਕਾ ਦਾਸ ਜੀ ਨੂੰ ਅਤੇ ਅੰਮ੍ਰਿਤਸਰ ਦੇ ਸਿੱਧਕੀ ਸਿੱਖ ਭਾਈ ਗੜੀਆ ਜੀ ਵੱਲ ਪੱਤਰਕਾ ਲਿਖ ਭੇਜੀਆਂ। ਭਾਈ ਗੜੀਆ ਗੁਰੂ ਅਰਜਨ ਦੇਵ ਜੀ ਦੇ ਸਮੇਂ ਦੇ ਸਿੱਖ ਸੱਜੇ ਸਨ। ਗੁਰੂ ਹਰਗੋਬਿੰਦ ਨੇ ਉਹਨਾਂ ਦੇ ਸਿਰੜ ਅਤੇ ਸਿਦਕ ਨੂੰ ਦੇਖ ਕੇ ਬਹੁਤ ਮਾਣ ਦਿੱਤਾ ਸੀ। ਭਾਈ ਜੀ ਦਾ ਸਿੱਖ ਜਗਤ ਵਿੱਚ ਸਤਿਕਾਰ ਇੰਨਾ ਸੀ ਕਿ ਕੋਈ ਵੀ ਉਹਨਾਂ ਦੀ ਆਖੀ ਗੱਲ ਮੋੜਦਾ ਨਹੀਂ ਸੀ। ਮਾਤਾ ਜੀ ਨੇ ਚਿੱਠੀ ਵਿੱਚ ਲਿਖਿਆ ਸੀ, ਸੋਢੀ ਕੁੱਲ ਵਿੱਚ ਰੌਲਾ ਪੈ ਗਿਆ ਹੈ, ਸੰਗਤਾਂ ਸ਼ੰਕਾ ਕਾਰਨ ਭਟਕ ਰਹੀਆਂ ਹਨ। ਹਾਲਤ ਐਸੀ ਹੋਈ ਹੈ ਜਿਵੇਂ ਮਲਾਹ ਬਿਨਾਂ ਬੇੜੀ ਅਤੇ ਆਗੂ ਬਿਨਾਂ ਫੌਜ ਬੇਮੁਹਾਰਾ ਹੋ ਜਾਂਦੀ ਹੈ। ਜਦ ਤੇਗ ਬਹਾਦਰ ਆਪਾਂ ਨਹੀਂ ਜਿਤਾਉਣਾ ਚਾਹੁੰਦੇ, ਤੁਸੀਂ ਪੁੱਜ ਕੇ ਨਿਰਣਾ ਕਰੋ। ਉਧਰ ਦਿੱਲੀ ਦੀ ਸੰਗਤ ਵੀ ਦੀਵਾਨ ਦਰਗਾਹ ਮੱਲ ਦੀ ਅਗਵਾਈ ਹੇਠਾਂ ਬਾਬਾ ਬਕਾਲਾ ਵੱਲ ਚੱਲ ਪਈ। ਪਹਿਲਾਂ ਸੰਗਤ ਵਿੱਚੋਂ ਕੁਝ ਮੁਖੀ ਕੀਰਤਪੁਰ ਪੁੱਜੇ ਅਤੇ ਭਾਈ ਗੁਰਦਿੱਤਾ ਜੀ ਨੂੰ ਨਾਲ ਲੈ ਕੇ ਸੰਗਤ ਨਾਲ ਚੱਲ ਪਏ। ਇੱਧਰ ਜਦ ਸੰਗਤਾਂ ਗੋਇੰਦਵਾਲ ਅਤੇ ਅੰਮ੍ਰਿਤਸਰ ਤੋਂ ਆਈਆਂ ਤਾਂ ਬਾਬਾ ਬਕਾਲਾ ਬਾਹਰ ਹੀ ਰੁਕ ਗਈਆਂ। ਭਾਈ ਗੜੀਆ ਜੀ ਨੇ ਸੋਚਿਆ ਕਿ ਜੇ ਸਿੱਧਾ ਗੁਰੂ ਤੇਗ ਬਹਾਦਰ ਜੀ ਦੇ ਅਸਥਾਨ ਤੇ ਜਾਂਦੇ ਹਾਂ ਤਾਂ ਧੀਰ ਮੱਲ ਅਤੇ ਬਾਕੀ ਦਾਅਵੇਦਾਰਾਂ ਰੌਲਾ ਪਾਉਣਗੇ ਅਤੇ ਧੀਰ ਮੱਲ ਪਾਸ ਜਾਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਸੋ ਰੁਕਣਾ ਹੀ ਠੀਕ ਹੈ। ਬੰਸਾਵਾਲੀ ਨਾਮੇ ਵਿੱਚ ਲਿਖਿਆ ਮਿਲਦਾ ਹੈ ਕਿ ਬਾਹਰ ਠਹਿਰੀਆਂ ਸੰਗਤਾਂ ਵਿੱਚੋਂ ਕੁਝ ਕੁ ਨੂੰ ਧੀਰ ਮੱਲ ਦੇ ਸਾਥੀ ਖਿੱਚ ਕੇ ਲੈ ਗਏ। ਭਾਦੋਂ ਦਾ ਮਹੀਨਾ ਸੀ। ਜਿੱਧਰ ਉਹ ਗਏ ਉੱਧਰ ਉਹਨਾਂ ਉੱਤੇ ਐਸੀ ਬਿਜਲੀ ਅਤੇ ਬੱਦਲ ਪਿਆ ਕਿ ਉਹ ਦੌੜ ਕੇ ਗੁਰੂ ਸੰਗਤਾਂ ਵਿੱਚ ਆ ਮਿਲੇ। ਭਾਦੋਂ ਦਾ ਮਹੀਨਾ ਅੱਧਾ ਸੀ ਗਿਆ ਜੋ ਧੀਰ ਮੱਲ ਵੱਲ ਸੇ ਟੁਰੇ, ਤਿਸ ਨੂੰ ਟੁੱਟ ਬੱਦਲ ਪਿਆ। ਇਹ ਕੌਤਕ ਦੇਖ ਬਾਬਾ ਦਵਾਰਕਾ ਦਾਸ ਜੀ ਨੇ ਕਿਹਾ ਕਿ ਸਾਨੂੰ ਜੱਕੋ ਤੱਕੋ ਵਿੱਚ ਨਹੀਂ ਪੈਣਾ ਚਾਹੀਦਾ। ਜੋ ਹੋਵੇ ਸੋ ਹੋਵੇ। ਗੁਰੂ ਵਿੱਚ ਤਾਂ ਵਾਹਿਗੁਰੂ ਵਾਲਾ ਸੁਭਾਅ ਹੈ, ਉਹ ਕਿਸੇ ਦਾ ਥਾਪਿਆ ਨਹੀਂ ਹੁੰਦਾ। ਜਪਜੀ ਸਾਹਿਬ ਵਿੱਚ ਜੋ ਲਿਖਿਆ ਹੈ ਉਹ ਹੀ ਸੱਚ ਹੈ। ਮਹਿਮਾ ਪ੍ਰਕਾਸ਼ ਦੇ ਸ਼ਬਦਾਂ ਵਿੱਚ, ਕਿਸੀ ਬਾਤ ਕੀ ਗਣਤ ਨ ਕੀਜੇ, ਜੋ ਜਪ ਮੈਂ ਲਿਖਾ ਕਹੇ ਸੁਣ ਲੀਜੇ। ਥਾਪਿਆ ਨਾ ਜਾਏ ਕੀਤਾ ਨ ਹੋਏ, ਆਪੇ ਆਪ ਨਿਰੰਜਨ ਸੋਏ। ਗੁਰੂ ਤੇਗ ਬਹਾਦਰ ਪੂਰਨ ਹੋਏ, ਚਲੀਏ ਤਾਂ ਗਿਣਤੀ ਨਹੀਂ ਕੋਏ। ਸਭ ਚੱਲ ਕੇ ਮਾਤਾ ਨਾਨਕੀ ਜੀ ਕੋਲ ਗਏ। ਮਾਤਾ ਜੀ ਨਾਲ ਸਲਾਹ ਕਰਕੇ ਸਾਰੇ ਗੁਰੂ ਤੇਗ ਬਹਾਦਰ ਜੀ ਪਾਸ ਗਏ। ਦਵਾਰਕਾ ਦਾਸ ਜੀ ਨੇ ਹੱਥ ਜੋੜ ਬੇਨਤੀ ਕੀਤੀ, ਤੁਸੀਂ ਗੁਰੂ ਹੋ, ਤੁਹਾਨੂੰ ਛੁਪ ਕੇ ਨਹੀਂ ਬੈਠਣਾ ਚਾਹੀਦਾ। ਸੰਗਤਾਂ ਦਰਸ਼ਨ ਤੋਂ ਬਗੈਰ ਵਿਆਕੁਲ ਹੋ ਰਹੀਆਂ ਹਨ। ਦਿੱਲੀ ਦੀ ਸੰਗਤ ਵੀ ਨਰੇਲ 5 ਪੈਸੇ ਅਤੇ ਹੋਰ ਸਮੱਗਰੀ ਲੈ ਕੇ ਪੁੱਜੀ। 11 ਅਗਸਤ 1664 ਨੂੰ ਬਕਾਲੇ ਵਿੱਚ ਦੀਵਾਨ ਲਗਾਇਆ ਗਿਆ। ਸਭ ਸੰਗਤਾਂ ਜੁੜ ਬੈਠੀਆਂ। ਕੀਰਤਪੁਰ ਤੋਂ ਬਾਬਾ ਸੂਰਜ ਮੱਲ ਜੀ ਦੇ ਬੇਟੇ ਦੀਪ ਚੰਦ ਅਤੇ ਨੰਦ ਚੰਦ ਜੀ ਵੀ ਪੁੱਜ ਗਏ ਸਨ। ਬਾਬਾ ਬੁੱਢਾ ਜੀ ਦੇ ਪੋਤਰੇ ਬਾਬਾ ਗੁਰਦਿੱਤਾ ਜੀ ਨੇ ਅੱਗੇ ਵੱਧ ਕੇ ਤਿਲਕ ਲਗਾਇਆ ਤੇ ਸਾਰੀ ਸਮੱਗਰੀ ਮਹਾਰਾਜ ਨੂੰ ਭੇਂਟ ਕੀਤੀ। ਸਭ ਨੇ ਖੁਸ਼ੀ ਦੇ ਜੈਕਾਰੇ ਛੱਡ ਕੇ ਵਧਾਈਆਂ ਦਿੱਤੀਆਂ, ਭੇਟਾਂ ਚੜਾਈਆਂ। ਦੀਵਾਨ ਹੁਣ ਰੋਜ਼ ਸੱਜਣ ਲੱਗੇ। ਧੀਰ ਮੱਲ ਨੇ ਗੁਰੂ ਤੇਗ ਬਹਾਦਰ ਦੀ ਸਿੱਧੀ ਵਿਰੋਧਤਾ ਆਰੰਭ ਕਰ ਦਿੱਤੀ ਅਤੇ ਟੱਕਰ ਲੈਣ ਦੀਆਂ ਤਿਆਰੀਆਂ ਕਰਨ ਲੱਗਾ। ਮਹਾਰਾਜ ਨੇ ਸੰਗਤਾਂ ਨੂੰ ਸ਼ਾਂਤ ਰਹਿਣ ਦਾ ਹੁਕਮ ਦਿੱਤਾ। ਕੀਰਤਨ ਉਪਰੰਤ ਗੁਰੂ ਜੀ ਆਪ ਰੋਜ਼ ਕਥਾ ਵੀ ਕਰਨ ਲੱਗ ਪਏ। ਗੁਰੂ ਲਾਧੋਰੇ ਭਾਈ ਮੱਖਣ ਸ਼ਾਹ ਬਾਬਾ ਬਕਾਲਾ 9 ਅਕਤੂਬਰ 1664 ਨੂੰ ਪੁੱਜਾ। ਉਹਨਾਂ ਨਾਲ ਉਸਦੇ ਬੇਟੇ ਲਾਲ ਚੰਦ, ਚੰਦੂ ਲਾਲ ਅਤੇ ਧਰਮ ਪਤਨੀ ਸਲੋਜੀ ਸੀ। ਮੱਖਣ ਸ਼ਾਹ ਇੱਕ ਵੱਡਾ ਵਪਾਰੀ ਸੀ। ਗੁਰੂ ਘਰ ਦਾ ਅਨੰਨ ਪ੍ਰੇਮੀ, ਸ਼ਰਧਾਲੂ ਅਤੇ ਸਿਦਕੀ ਸਿੱਖ ਸੀ। ਦ੍ਰਿੜ ਪ੍ਰਤੀਤ ਗੁਰਪ੍ਰੇਮੀ ਰਿਹਾ। ਮੁਗਲ ਫੌਜ ਨੂੰ ਰਸਦ ਅਪੜਾਉਣ ਦਾ ਕਾਰਜ ਉਸ ਪਾਸ ਸੀ। ਸੂਰਤ ਦੀ ਬੰਦਰਗਾਹ ਲਾਗੇ ਇੱਕ ਵਾਰੀ ਸਮਾਨ ਦਾ ਲੱਦਿਆ ਜਹਾਜ਼ ਬਹੁਤ ਜ਼ੋਰ ਲਗਾਉਣ ਤੇ ਵੀ ਟਿਕਾਣੇ ਨਾ ਲੱਗਾ। ਜਿਉਂ-ਜਿਉਂ ਯਤਨ ਕਰੇ ਉਹ ਬਰੇਤੇ ਵਿੱਚ ਹੀ ਫਸੀ ਜਾਏ। ਛਲ ਆਉਣ ਤੇ ਹੋਰ ਦੂਰ ਹੋ ਗਿਆ। ਉਸ ਨੇ ਇਕਾਗਰ ਚਿੱਤ ਜਪਜੀ ਦਾ ਪਾਠ ਕੀਤਾ ਤੇ ਸਮਾਪਤੀ ਪਿੱਛੋਂ ਗੁਰੂ ਨਾਨਕ ਦੀ ਗੱਦੀ ਦਾ ਧਿਆਨ ਕਰਕੇ ਅਰਦਾਸ ਕੀਤੀ। ਕਰ ਚਿੱਤ ਇਕਾਗਰ ਜਪ ਕੋ ਪੜਾ, ਪੁੰਨ ਸਤਿਗੁਰ ਜੀ ਕਾ ਕੀਆ ਧਿਆਨ, ਮਨ ਮਿਟੋ ਭਰਮ ਗੁਰ ਲੇਹ ਪਛਾਣ। ਗੁਰੂ ਮਿਹਰ ਸਦਕਾ ਬੇੜਾ ਬੰਨੇ ਲੱਗਾ। ਮਾਲ ਵੇਚ ਬਹੁਤ ਧਨ ਕਮਾਇਆ ਅਤੇ ਦਸਵੰਧ ਗੁਰੂ ਨਿਮਿਤ ਕੱਢਿਆ। ਬਹੁਤ ਧਨ ਲਾਭ ਬਣਜ ਤੇ ਆਵਾ, ਤਹਿ ਦਸਵੰਧ ਕੋ ਮੈਂ ਨਿਸਕਾਵਾਂ। ਦਸਵੰਧ ਦੀ ਰਕਮ ਲੈ ਕੇ ਉਹ ਦਿੱਲੀ ਪੁੱਜਾ, ਕਿਉਂਕਿ ਉਹ ਇਹ ਹੀ ਜਾਣਦਾ ਸੀ ਕਿ 8ਵੇਂ ਪਾਤਸ਼ਾਹ ਦਿੱਲੀ ਹਨ। ਦਿੱਲੀ ਹੀ ਉਸਨੂੰ ਪਤਾ ਲੱਗਾ ਕਿ ਗੁਰੂ ਹਰਕ੍ਰਿਸ਼ਨ ਜੀ ਬਾਬਾ ਬਕਾਲਾ ਆਖ ਕੇ ਜੋਤੀ ਜੋਤ ਸਮਾ ਗਏ ਹਨ। ਬੇਟੇ, ਘਰਵਾਲੀ ਅਤੇ 500 ਕਰਮਚਾਰੀ ਉਸਦੇ ਨਾਲ ਸਨ। ਕੁਝ ਸਾਥੀ ਸ਼ਸਤਰਬੱਧ ਵੀ ਸਨ। ਬਾਬਾ ਬਕਾਲਾ ਪੁੱਜ ਟਿਕਾਣਾ ਉਸ ਬਾਹਰ ਕੀਤਾ, ਜਿੱਥੇ ਹੁਣ ਗੁਰਦੁਆਰਾ ਛਾਵਣੀ ਸਾਹਿਬ ਹੈ। ਸੋਢੀਆਂ ਨੇ ਆਪਣੇ ਆਪਣੇ ਮਸੰਦ ਭੇਜੇ। ਧੀਰ ਮੱਲ ਦੇ ਹਾਮੀਆਂ ਉਸ
पास आ दलील यह की कि यह गुरियाई बाबा गुरदित्ता जी के घर ही रहनी है, क्योंकि पहला उन्हां दे पोतरे गुरु हर राय जी नूं दित्ती गई सी, फिर उन्हां दे सपुत्र गुरु हरकृष्ण जी नूं। हुण असल वारिस धीरमल है अते गुरु ग्रंथ साहिब भी उस पास है। गुरु ग्रंथ है इनके माही। मक्खण शाह सब कुछ सुनते रहे। उन्हां वाचिया कि गुरु तां दाता है, यह तां मंगते हन, मंगता गुरु नहीं हो सकता, यह निरतर शाह दी हुंडी समान हन। फिर उस सोचिया कि जे दसवंध ठीक थां ना पुज्जा तां भी शोभदा नहीं। यह विचार के मक्खण शाह ने यह गल धारी कि सब अखौतियां अगे दो दो मोहरां रखियां जाण। दोए दोए मोहरां दिओ सब ताईं। अते जिस ने सारा जहाज दा समाचार सुना के पूरी भेटा मंग लई, ओह ही गुरु होवेगा। दूजे दिन सब तो पहला ਉਹ ਧੀਰਮਲ पास पुज्जा। ਧੀਰਮਲ ने उसनूं आउंदियां ही कीमती ਸਰੋਪਾ दिता। ਇਹ सब ਉਹ इस आस ते कर रहा सी कि मक्खण शाह बहुत भेटा रखेगा, पर मक्खण शाह तां जहाज दा समाचार चाहुंदा सी। इसे तरह ਉਹ होर कई सोढियां पास गया तां दो दो मोहरां रखियां। बकाला विच इंज हो रहा सी जिवें शेर तां बण विच छुप जाए अते हिरन आखण लग पए कि ਉਹ ही शेर है। उधर माता नानकी जी गुरु तेग बहादुर नूं आखदे रहिंदे सन कि जे तुसीं सिੱਖੀ बूटे दी राखी नहीं करोगे तां ਇਹ मुरझा जाएगा। कुछ मुखी सिखां कहा कि ਉਹ मक्खण शाह नूं जाके दसदे हन, पर गुरु जी ने वर्ज दिता। इधर मक्खण शाह सोचण लगा कि गुरु हरकृष्ण जी दे वाक अटल हन। सूरज बेशक ठंडा हो जावे, चंद गर्म हो जावे, हवा रुक जाए, पर्बत हिल जावे, पृथ्वी टुर पए, समुंदर सुक जाए, बर्फ अग बराबर हो जाए, तारे दौड़न लग पैण, सब अपनी अपनी किरत छड्ड देण, गुरु वाक अटल है। तो न सतगुर होए बचन कूरा। जद सारे सोढी शाम नूं एक थां ते इकट्ठे होए तां मक्खण शाह ने पुछया कि कोई रह तां नहीं गया। एक ने दस्सिया कि गुरु तेग बहादुर जी रह गए हन। गुरु बचन होण वेले केवल ओह ही बाबा बकाला रहिंदे सन, बाकी तां सब पिछों आए हन। मक्खण शाह दसे टिकाणे वल तुर पिया। भीड़ दा आउणा सुण के गुरु तेग बहादुर जी ने एक सिख भेजिया कि गुरु घर अदब नाल आईदा है। यह सुनेहा मिलन ते साथियां नूं उस रोक दिता ते इकल्ला ही चल पिया। जद मक्खण शाह ने गुरु तेग बहादुर जी अगे दो मोहरां ही रखियां तां गुरु जी ने हुण चुप रहना ठीक ना जाण सहज सुभाव फरमाया, जो गुरु घर दी पूरी भेटा है ओह रख दे, उसनूं अपने पास ना रख। सागर विच जहाज अड़न ते फिर पार होण वेले जो संकल्प कीता सी अते जो गुरु घर दा 10वां हिस्सा है ਉਹ ਸਾਰੇ ਦਾ ਸਾਰਾ ਦੇ ਦੇਵੋ। ਫਿਰ ਨੌਵੇਂ ਪਾਤਸ਼ਾਹ ਨੇ ਮੋਢੇ ਦੀ ਚੋਟ ਦਾ ਨਿਸ਼ਾਨ ਦਿਖਲਾ ਕੇ ਕਿਹਾ, ਭੇਟਾ ਨਾ ਛੁਪਾਓ। ਮਹਿਮਾ ਪ੍ਰਕਾਸ਼ ਦੇ ਸ਼ਬਦਾਂ ਵਿੱਚ, ਸੁਣ ਸਿੱਖ ਡੁੱਬਦੀ ਨਾਉ ਤੁਮ ਹਮ ਕੰਡੇ ਦੀਨ ਲਗਾਏ, ਕੰਡੇ ਮੋਹ ਘਾਸੀ ਲਗੀ ਕਿਉਂ ਪੂਜਾ ਰੱਖੋ ਦੁਰਾਏ। ਮੱਖਣ ਸ਼ਾਹ ਇਹ ਸੁਣਦੇ ਸਾਰ ਅਵਾਕ ਹੀ ਹੋ ਗਿਆ। ਫਿਰ ਹੱਥ ਜੋੜ ਕਿਹਾ, ਤੁਸੀਂ ਡੁੱਬਦੇ ਨੂੰ ਫਿਰ ਬਚਾ ਲਿਆ ਹੈ, ਭਟਕਦੇ ਨੂੰ ਟਿਕਾ ਦਿੱਤਾ ਹੈ, ਮਰੇ ਹੋਏ ਨੂੰ ਜਵਾਲ ਦਿੱਤਾ ਹੈ। ਕਵੀ ਕੰਕਣ ਦੇ ਕਹਿਣ ਅਨੁਸਾਰ ਪਾਇਆ ਹੈ ਸਾਚਾ ਗੁਰੂ ਆਖਿਆ ਅਤੇ ਖੁਸ਼ ਵਕਤ ਦੇ ਲਿਖੇ ਅਨੁਸਾਰ ਗੁਰੂ ਲਾਦੋਰੇ, ਤੁਸੀਂ ਜੋ ਗੁਰੂ ਢੂੰਡ ਰਹੇ ਹੋ ਆਓ ਅਤੇ ਦੌਲਤੇ ਦੀਦਾਰ ਪਾਓ। ਰਾਤ ਪੈ ਜਾਣ ਕਾਰਨ ਸਿੱਧਾ ਆਪਣੇ ਟਿਕਾਣੇ ਆਇਆ। ਰਾਤ ਭਰ ਵਿੱਚ ਪੋਸ਼ਾਕਾ ਤਿਆਰ ਕੀਤਾ। ਕਿਸੇ ਗੁਰੂ ਦਾ ਹੁਕਮ ਵੀ ਸੁਣਾਇਆ ਕਿ ਜੋ ਪ੍ਰਗਟ ਕਰੇ ਉਸ ਦਾ ਮੂੰਹ ਕਾਲਾ ਹੋਵੇ। ਮੱਖਣ ਸ਼ਾਹ ਲਗਨ ਵਿੱਚ ਲੱਗਾ ਰਿਹਾ। ਅੰਮ੍ਰਿਤ ਵੇਲੇ ਹੀ ਨਵਾਂ ਪੋਸ਼ਾਕਾ ਲੈ ਭੇਟਾ ਨਾਲ ਰੱਖ ਅਤੇ ਲੰਗਰ ਤੋਂ ਕਾਲਖ ਲੈ ਕੇ ਮੂੰਹ ਤੇ ਪੋਚ ਲਈ। ਸਾਥੀਆਂ ਸੰਗਤਾਂ ਅਤੇ ਹੋਰ ਲੋਕਾਂ ਸਮੇਤ ਮਹਾਰਾਜ ਦੇ ਹਾਜ਼ਰ ਹੋਇਆ, ਪੋਸ਼ਾਕਾ ਪਹਿਨਾਇਆ। ਮਹਾਰਾਜ ਨੇ ਭਰੀ ਸੰਗਤ ਵਿੱਚ ਮੱਖਣ ਸ਼ਾਹ ਨੂੰ ਕਿਹਾ, ਤੂੰ ਟਲਿਆ ਨਹੀਂ। ਗੁਰੂ ਵਾਕ ਦਾ ਭਾਰੀ ਭਾਰ ਤੂੰ ਪਹਿਲਾਂ ਹੀ ਮੂੰਹ ਕਾਲਾ ਕਰਕੇ ਪਰਾਂ ਕਰ ਦਿੱਤਾ। ਧੰਨ ਸਿੱਖ ਅਤੇ ਧੰਨ ਸਿੱਖੀ। ਇਹ ਭੁੱਲਣਾ ਨਹੀਂ ਚਾਹੀਦਾ ਕਿ ਗੁਰਗੱਦੀ ਕੋਈ ਪ੍ਰਭੂਤਾ ਨਹੀਂ, ਮੌਜ ਨਹੀਂ, ਜ਼ਿੰਮੇਵਾਰੀ ਹੈ। ਮੱਖਣ ਸ਼ਾਹ ਨੇ ਹੁਣ ਮੌਕਾ ਸੰਭਾਲਦੇ ਕਿਹਾ, ਮਹਾਰਾਜ ਜੇ ਤੁਸੀਂ ਛੁਪੇ ਰਹਿੰਦੇ ਤਾਂ ਸਿੱਖ ਭਟਕ ਭਟਕ ਅਸ਼ਰਦਕ ਹੋ ਜਾਣੇ ਸਨ, ਗੁਰੂ ਮਹਿਮਾ ਘਟ ਜਾਣੀ ਸੀ। ਹੁਣ ਕਿਰਪਾ ਕੀਤੀ ਜੇ ਇਹ ਜ਼ਿੰਮੇਵਾਰੀ ਸੰਭਾਲ ਕੇ ਜੀਵਨ ਦਾਨ ਦਿਓ। ਉਧਰ ਗੁਰੂ ਤੇਗ ਬਹਾਦਰ ਜੀ ਬਾਹਰ ਆਏ। ਇੱਧਰ ਮੱਖਣ ਸ਼ਾਹ ਚੜ੍ਹ ਉੱਚੇ ਮੰਦਰ ਇਹ ਸੁਣਾਇਆ, ਆਵੋ ਗੁਰਸਿੱਖ ਮੈਂ ਸਤਿਗੁਰ ਲਾਦਾ, ਜਾ ਕੀ ਮਹਿਮਾ ਅਗਮ ਅਗਾਦਾ। ਸੂਰਜ ਪ੍ਰਕਾਸ਼ ਦਾ ਲਿਖਾਰੀ ਲਿਖਦਾ ਹੈ ਕਿ ਮੱਖਣ ਸ਼ਾਹ ਜ਼ੋਰ ਲਗਾ ਲਗਾ ਉੱਚੀ ਉੱਚੀ ਕਹੀ ਜਾ ਰਿਹਾ ਸੀ, ਭੂਲੀਏ ਸੰਗਤ ਸੋਹਣੇ ਸੁਕਾਨ, ਸਤਿਗੁਰ ਲਦਾ ਮਹਿਦ ਮਹਾਨ, ਸੰਸੇ ਹਿਰਦੇ ਕੋ ਤਜੀਕੇ, ਜਨਮ ਸੁਧਾਰੋ ਸ਼੍ਰੀ ਗੁਰੂ ਭਜੀਕੇ। ਚਾਰੇ ਪਾਸੇ ਫਿਰ
दौड़ दौड़ मक्खन शाह आखी जाए, गुरु सच्चा इधर है। चौहों दिस मह मुख कर कर कहे, भूली संगत गुर ਇਹ ਸੁਣਦੇ ਹੀ ਸਾਰੀਆਂ ਸੰਗਤਾਂ ਭੱਜ ਭੱਜ ਗੁਰੂ ਜੀ ਦੇ ਟਿਕਾਣੇ ਆਉਣ ਲੱਗੀਆਂ। ਕੜਾਹ ਪ੍ਰਸ਼ਾਦ ਕਰਕੇ ਮੱਖਣ ਸ਼ਾਹ ਨੇ ਅਰਦਾਸ ਕੀਤੀ ਅਤੇ ਭਰੇ ਦੀਵਾਨ ਵਿੱਚ ਉਸੇ ਕਿਹਾ, ਹੁਣ ਕਿਸੇ ਭਰਮ ਭੁਲੇਖੇ ਵਿੱਚ ਨਾ ਪੈਣਾ। ਗੁਰੂ ਤੇਗ ਬਹਾਦਰ ਜੀ ਹੀ ਗੁਰੂ ਹਰਕ੍ਰਿਸ਼ਨ ਜੀ ਦੇ ਬਾਅਦ ਹਨ ਅਤੇ ਬਾਬਾ ਆਖ ਉਹਨਾਂ ਨੇ ਇਹਨਾਂ ਦਾ ਹੀ ਸੱਚਾ ਪਤਾ ਦਿੱਤਾ ਸੀ। ਸੱਚੇ ਗੁਰੂ ਨੂੰ ਛੱਡ ਕੇ ਇੱਧਰ ਉੱਧਰ ਭਟਕਣ ਦੀ ਹੁਣ ਲੋੜ ਨਹੀਂ। ਦਰਸ਼ਨ ਕਰਕੇ ਮਨ ਦੀਆਂ ਮੁਰਾਦਾਂ ਇੱਥੇ ਹੀ ਪੂਰੀਆਂ ਹੋਣੀਆਂ ਹਨ। ਸ਼ਹੀਦ ਬਿਲਾਸ ਦੇ ਕਰਤੇ ਅਨੁਸਾਰ ਸਭ ਇੰਜ ਛੁਪ ਗਏ ਜਿਵੇਂ ਸੂਰਜ ਨਿਕਲਣ ਨਾਲ ਰਾਤ ਅਲੋਪ ਹੋ ਜਾਂਦੀ ਹੈ। ਤਬ ਮੰਜੀ ਸਭ ਹੀ ਛਿਪ ਗਈ, ਤੇਜ ਤਰਨ ਤੇ ਜਿਉ ਨਿਸ ਗਈ। ਸੌ ਪ੍ਰਗਟੇ ਗੁਰੂ ਤੇਗ ਬਹਾਦਰ, ਜਨ ਆਪਣੇ ਕੀ ਰਾਖੀ ਚਾਦਰ। ਬੂਟੇ ਸ਼ਾਹ ਨੇ ਤਵਾਰੀਖ ਪੰਜਾਬ ਵਿੱਚ ਲਿਖਿਆ ਹੈ ਕਿ ਗੁਰੂ ਤੇਗ ਬਹਾਦਰ ਬੇਪਰਵਾਹ ਮਰਦੇ ਆਜ਼ਾਦ ਸਨ ਅਤੇ ਲੋਕਾਂ ਕੋਲੋਂ ਆਪਾ ਛੁਪਾ ਕੇ ਰੱਖਦੇ ਸਨ। ਮੱਖਣ ਸ਼ਾਹ ਨੇ ਜਦ ਮੱਥਾ ਟੇਕਿਆ ਤਾਂ ਦਰਵੇਸ਼ਾਂ ਵਾਲੀ ਸ਼ਕਲ ਅਤੇ ਪਾਕ ਪਵਿੱਤਰ ਸੁਭਾਅ ਦੇਖ ਕੇ ਕੀਲਿਆ ਗਿਆ। ਜਦ ਮੱਖਣ ਸ਼ਾਹ ਨੇ ਗੁਰੂ ਲਾਧੋਰੇ ਸਭ ਪਾਸੇ ਉੱਚੇ ਉੱਚੇ ਆਖ ਸੁਣਾਇਆ ਤਾਂ ਉਸ ਵੇਲੇ ਵੀ ਨਿਮਰਤਾ ਦੀ ਮੂਰਤ ਗੁਰੂ ਤੇਗ ਬਹਾਦਰ ਜੀ ਨੇ ਕਿਹਾ, ਮੈਂ ਤਾਂ ਫਕੀਰ ਲੋਕ ਹਾਂ, ਇੰਨੀ ਵੱਡੀ ਪਦਵੀ ਦੀ ਜ਼ਿੰਮੇਵਾਰੀ ਚੁੱਕਣ ਯੋਗ ਨਹੀਂ। ਬੂਟੇ ਸ਼ਾਹ ਦਾ ਕਹਿਣਾ ਹੈ ਕਿ ਆਪ ਜੀ ਨੇ ਵੀ ਗੁਰੂ ਹਰਗੋਬਿੰਦ ਜੀ ਦੀਆਂ ਮੀਰੀ ਪੀਰੀ ਦੀਆਂ ਕਿਰਪਾਨਾਂ ਪਹਿਨੀਆਂ, ਪਰ ਫਿਰ ਕਿਹਾ ਕਿ ਇਹਨਾਂ ਸ਼ਸਤਰਾਂ ਨੂੰ ਸਾਂਭ ਰੱਖੋ, ਤਲਵਾਰ ਦਾ ਧਣੀ ਇੱਕ ਹੋਰ ਪੈਦਾ ਹੋਵੇਗਾ। ਉਧਰ ਗੁਰੂ ਨਿੰਦਕ ਧੀਰਮਲ ਦੀ ਅਗਵਾਈ ਹੇਠਾਂ ਇਕੱਠੇ ਹੋਏ ਅਤੇ ਗਾਉਂਦਾ ਗੁੰਦਣ ਲੱਗੇ। ਉਹਨਾਂ ਸਾਰੇ ਗੁਰ ਨਿੰਦਕਾਂ ਦੀ ਇੱਕੋ ਹੀ ਦਲੀਲ ਸੀ ਕਿ ਗੁਰੂ ਤੇਗ ਬਹਾਦਰ ਜੀ ਦੇ ਗੱਦੀ ਬੈਠਣ ਨਾਲ ਉਹਨਾਂ ਦੀਆਂ ਭੇਟਾਵਾਂ ਮਾਰੀਆਂ ਜਾਣਗੀਆਂ। ਸ਼ੀਹਾਂ ਮਸੰਦਾਂ ਨੇ ਧੀਰਮਲ ਨੂੰ ਚੁੱਕਦੇ ਹੋਏ ਕਿਹਾ ਕਿ ਪ੍ਰਗਟ ਹੋਣ ਵੇਲੇ ਉਹਨਾਂ ਦੀ ਇੰਨੀ ਭੇਟਾ ਹੋ ਗਈ ਹੈ ਜਿੰਨੀ ਤੇਰੇ ਪਾਸ ਸਾਲਾਂ ਬੱਧੀ ਨਹੀਂ ਆਈ। ਇਹ ਕੁਝ ਕਰ ਗੁਜ਼ਰਨ ਦਾ ਸਮਾਂ ਹੈ। ਧੀਰਮਲ ਨੇ ਵੀ ਰੌ ਵਿੱਚ ਆ ਕੇ ਆਖਿਆ, ਗੁਰੂ ਹਰ ਰਾਏ ਜੀ ਦਾ ਮੈਂ ਵੱਡਾ ਭਰਾ ਹਾਂ, ਅਸੀਂ ਗੁਰੂ ਤੇਗ ਬਹਾਦਰ ਨੂੰ ਗੁਰੂ ਨਹੀਂ ਬਣਨ ਦੇਣਾ। ਇਹ ਪੱਕ ਪਕਾਇਆ ਗਿਆ ਕਿ ਜੇ ਗੁਰੂ ਤੇਗ ਬਹਾਦਰ ਨੂੰ ਜਾਨੋਂ ਵੀ ਮਾਰਨਾ ਪਵੇ ਤਾਂ ਮਾਰ ਦਿੱਤਾ ਜਾਏ। ਮਨਸੂਬਾ ਇਹ ਬਣਿਆ ਕਿ ਮੱਖਣ ਸ਼ਾਹ ਲੁਬਾਣਾ ਦੇ ਆਪਣੇ ਟਿਕਾਣੇ ਮੋੜਨ ਪਿੱਛੋਂ ਹੱਲਾ ਬੋਲ ਦਿੱਤਾ ਜਾਏ, ਹਫੜਾ ਦਫੜੀ ਮਚ ਜਾਏਗੀ ਅਤੇ ਉਸੇ ਰੌਲੇ ਗੌਲੇ ਵਿੱਚ ਗੋਲੀ ਮਾਰ ਦਿੱਤੀ ਜਾਏ। ਧੀਰਮਲ ਨੇ ਕਹਿੰਦੇ ਹਨ ਕਿਹਾ ਸੀ ਕਿ ਮਾਰੇ ਬਗੈਰ ਹੋਰ ਮਰਜ਼ੀ ਜੋ ਕਰ ਲਓ, ਪਰ ਸ਼ੀਹਾਂ ਨੇ ਕਿਹਾ ਕਿ ਮਾਰੇ ਬਗੈਰ ਗੱਲ ਨਹੀਂ ਬਣਨੀ। ਧੀਰਮਲ ਨੇ ਵੀ ਹਾਮੀ ਭਰ ਦਿੱਤੀ। ਸਭ ਤਿਆਰੀਆਂ ਕਰ ਬੈਠੇ, ਨਿਸ਼ਾਨੇ ਸੇਧ ਲਏ। ਗੁਰੂ ਜੀ ਵੀ ਕੁਝ ਚਿਰ ਲਈ ਘੋੜੀ ਤੇ ਸਵਾਰ ਹੋ ਕੇ ਬਾਹਰ ਚਲੇ ਗਏ। ਸੰਗਤਾਂ ਨਾਲ ਹੀ ਸਨ ਪਰ ਕੁਝ ਦੂਰ ਦਰਾਡੇ। ਜਦ ਗੁਰੂ ਜੀ ਬਕਾਲਾ ਦਾਖਲ ਹੋਏ ਤਾਂ ਗੋਲੀਆਂ ਦੀ ਬੁਛਾੜ ਸ਼ੁਰੂ ਹੋ ਗਈ। ਘੋੜੀ ਗੋਲੀਆਂ ਦੀ ਆਵਾਜ਼ ਸੁਣ ਕੇ ਤ੍ਰਿਬਕ ਪਈ ਅਤੇ ਤਿੱਖੀ ਚਾਲ ਚੱਲ ਪਈ। ਗੁਰੂ ਤੇਗ ਬਹਾਦਰ ਜੀ ਅਡੋਲ ਰਹੇ ਅਤੇ ਗੋਲੀ ਚਲਾਉਣ ਵਾਲਿਆਂ ਵੱਲ ਦੇਖ ਸ਼ਾਂਤ ਚਿੱਤ ਗੁਰੂ ਨੇ ਫਰਮਾਇਆ, ਭਲੇ ਧੀਰ ਮੱਲ ਭਲੇ ਜੀ, ਭਲੇ ਧੀਰ ਮੱਲ ਧੀਰ। ਬਹੁਤ ਬਾਰ ਬੋਲੇ ਬਚਨ ਸ਼੍ਰੀ ਪੁੱਤ ਗੁਣੀ ਗਹੀਰ। ਇਹ ਕਹਿੰਦੇ ਹੋਏ ਗੁਰੂ ਤੇਗ ਬਹਾਦਰ ਜੀ ਆਪਣੇ ਨਿਵਾਸ ਸਥਾਨ ਤੇ ਆ ਗਏ। ਆਰਾਮ ਕਰਨ ਲਈ ਘਰ ਦੀ ਛੱਤ ਤੇ ਚਲੇ ਗਏ। ਧੀਰਮਲ ਨੂੰ ਖਬਰ ਪੁੱਜ ਗਈ ਕਿ ਗੁਰੂ ਜੀ ਇਕੱਲੇ ਹਨ। 5 ਬੰਦੂਕ ਬਾਜ਼ਾਂ ਨਾਲ ਧੀਰਮਲ ਅਤੇ ਸ਼ੀਹਾਂ ਪੁੱਜ ਗਏ। ਦੂਜੇ ਕੋਠੇ ਦੀ ਮਮਟੀ ਤੋਂ ਸ਼ੀਹਾਂ ਨੇ ਗੁਰੂ ਜੀ ਦਾ ਨਿਸ਼ਾਨਾ ਸੇਧ ਗੋਲੀ ਚਲਾਈ। ਮਹਾਰਾਜ ਨੇ ਸੀਸ ਹਿਲਾ ਦਿੱਤਾ ਸੀ, ਇਸ ਲਈ ਗੋਲੀ ਮਸਤਕ ਨੂੰ ਛੂੰਹਦੀ ਹੋਈ ਦੂਰ ਚਲੀ ਗਈ। ਮੱਥਾ ਖੂਨ ਨਾਲ ਲੱਥਪੱਥ ਹੋ ਗਿਆ। ਧੀਰਮਲ ਨੇ ਕੋਠੇ ਆ ਕੇ ਕੌੜੇ ਬਚਨ ਵੀ ਬੋਲੇ। ਉਸ ਦੇ ਸਾਥੀ ਸਭ ਭੇਟਾਂ ਤੇ ਹੋਰ ਕੀਮਤੀ ਸਮਾਨ ਲੁੱਟਣ ਲੱਗ ਪਏ। ਇਹ ਦੇਖ ਮਾਤਾ ਨਾਨਕੀ ਜੀ ਝੱਟ ਅੱਗੇ ਖਲੋ ਗਏ ਅਤੇ ਉੱਚੀ ਆਵਾਜ਼ ਨਾਲ ਕਿਹਾ, ਤੂੰ ਕੌਣ ਹੈ? ਗੁਰੂ ਦੀ ਸ਼ਾਨ ਵਿੱਚ ਮਾੜੇ ਕੌੜੇ ਬਚਨ ਬੋਲਣ ਵਾਲਾ, ਤੂੰ ਕਰਤਾਰਪੁਰ ਤੋਂ ਇੱਥੇ ਆ ਕੇ ਦੰਭ ਖਿਲਾਰਿਆ ਹੈ, ਰੌਲਾ ਮਚਾਇਆ ਹੈ। ਜੇ ਤੇਰੇ ਵਿੱਚ ਇੰਨੀ ਸ਼ਕਤੀ ਸੀ ਤਾਂ ਉੱਥੇ ਹੀ ਸੰਗਤਾਂ ਨੂੰ ਆਪਣੇ ਵੱਲ ਖਿੱਚਦਾ। ਤੈਨੂੰ ਈਰਖਾ ਸਾੜ ਰਹੀ ਹੈ, ਤੁਸਾਂ ਜ਼ੋਰ ਦਿਖਾਇਆ ਹੈ। ਇਹ ਜ਼ਹਿਰ ਹੋ ਕੇ ਤੁਹਾਨੂੰ ਮਾਰੇਗਾ। ਅਬ ਜਬਰੀ ਕਰ ਆਨ ਪਰੇ ਹੋ, ਜਿਉਂ ਬਿਖ ਪੀ ਕਰ ਆਪ ਮਰੇ ਹੋ। ਗੁਰੂ ਦਾ ਘਰ ਨਿਮਰਤਾ ਦਾ ਹੈ, ਗੁਮਾਨੀ ਢਹਿ ਜਾਣਗੇ। ਬੁਰਾ ਹੋਣ ਤੁਮਰੋ ਟਿਗ ਆਵਾਂ, ਜਿਸ ਤੇ ਐਸੋ ਗਰਭ ਜਨਾਵਾਂ। ਮਾਤਾ ਨਾਨਕੀ ਜੀ ਨੇ ਅੱਗੇ ਵਧ ਕੇ ਮਹਾਰਾਜ ਦੇ ਮੱਥੇ ਅਤੇ ਚਿਹਰੇ ਤੋਂ ਖੂਨ ਪੂੰਝਿਆ, ਪਰ ਧੰਨ ਗੁਰੂ ਤੇਗ ਬਹਾਦਰ ਜੀ ਸਨ ਜੋ ਉਸ ਦਸ਼ਾ ਵਿੱਚ ਵੀ ਉਪਰਾਮ ਅਤੇ ਅਡੋਲ ਰਹੇ। ਉਸ ਸਮੇਂ ਵੀ ਮਾਤਾ ਜੀ ਨੂੰ ਗੁਰੂ ਜੀ ਨੇ ਇਹ ਹੀ ਕਿਹਾ, ਇਹ ਸਭ ਧੰਨ ਕਰਕੇ ਹੋ ਰਿਹਾ ਹੈ ਅਤੇ ਧੰਨ ਵਿੱਚੋਂ ਇਹ ਹੀ ਨਿਕਲਦਾ ਹੈ।
ਧੰਨ ਮੈਂ ਹੈ ਇਹ ਕੁਕਰਮ ਹੀ ਲਹਿਓ। ਪਰ ਮਾਤਾ ਜੀ ਨੇ ਉਸੇ ਗਰਜਵੀਂ ਆਵਾਜ਼ ਵਿੱਚ ਸਾਵਧਾਨ ਅਤੇ ਟਾਕਰਾ ਕਰਨ ਲਈ ਕਿਹਾ। ਜੋ ਬਾਹਾਂ ਦੇ ਜ਼ੋਰ ਅਤੇ ਧਨ ਕਾਰਨ ਹੰਕਾਰੀ ਹੋ ਜਾਂਦੇ ਹਨ, ਉਹਨਾਂ ਨੂੰ ਸੋਧਣਾ ਹੀ ਬਣਦਾ ਹੈ। ਪਰ ਗੁਰੂ ਜੀ ਨੇ ਉਸ ਸਮੇਂ ਵੀ ਇਹ ਹੀ ਫਰਮਾਇਆ, ਹੰਕਾਰ ਨੂੰ ਧਾਰਨ ਕਰ ਜੋ ਜ਼ੋਰ ਦਿਖਾਉਂਦੇ ਹਨ, ਉਹਨਾਂ ਦੀ ਜੜ ਪ੍ਰਭੂ ਆਪ ਉਖਾੜਦਾ ਹੈ। ਗੋਲੀਆਂ ਦੀਆਂ ਆਵਾਜ਼ਾਂ ਲੁੱਟ ਹੁੰਦੀ ਦੇਖ ਕੁਝ ਸਿੱਖ ਭੱਜ ਕੇ ਮੱਖਣ ਸ਼ਾਹ ਦੇ ਡੇਰੇ ਗਏ ਅਤੇ ਸਾਰਾ ਬਿਰਤਾਂਤ ਸੁਣਾਇਆ ਅਤੇ ਕਿਹਾ ਕਿ ਜੇ ਮਾਤਾ ਨਾਨਕੀ ਜੀ ਨਾ ਡਰਦੇ ਤਾਂ ਕਾਰਾ ਹੋ ਜਾਣਾ ਸੀ। ਮੱਖਣ ਸ਼ਾਹ ਨੇ ਕਿਹਾ, ਗੁਰੂ ਜੀ ਮਾਣ ਹੁੰਦੇ ਨਿਰਮਾਣ ਹਨ। ਸਾਡਾ ਫਰਜ਼ ਹੈ ਕਿ ਹੰਕਾਰੀਆਂ ਅਤੇ ਦੁਖੀਆਂ ਨੂੰ ਸਜ਼ਾ ਦੇਈਏ। ਸਾਰਾ ਡੇਰਾ ਹੀ ਵਾਹੋਦਾਹੀ ਬਕਾਲਾ ਵੱਲ ਚੱਲ ਪਿਆ। ਧੀਰ ਮੱਲ ਮੱਖਣ ਸ਼ਾਹ ਦਾ ਨਾਂ ਸੁਣਦੇ ਸਾਰ ਘਬਰਾ ਗਿਆ। ਮੱਖਣ ਸ਼ਾਹ ਨੇ ਹੱਲਾ ਬੋਲ ਦਿੱਤਾ। ਧੀਰ ਮੱਲ ਦੇ ਸਾਥੀਆਂ ਦੇ ਸਾਰੇ ਸ਼ਸਤਰ ਅਤੇ ਬੰਦੂਕਾਂ ਤੇ ਕਬਜ਼ਾ ਕਰ ਲਿਆ। ਸਾਰਾ ਸਮਾਨ ਜੋ ਉਹ ਲੁੱਟ ਕੇ ਲਿਆਏ ਸਨ, ਧੀਰ ਮੱਲ ਦੇ ਸਾਥੀਆਂ ਦੇ ਸਿਰਾਂ ਤੇ ਹੀ ਚੁਕਵਾ ਕੇ ਗੁਰੂ ਜੀ ਦੇ ਅਸਥਾਨ ਵੱਲ ਚੱਲ ਪਏ। ਸ਼੍ਰੀ ਗ੍ਰੰਥ ਸਾਹਿਬ ਦੀ ਪਾਵਨ ਆਦ ਬੀੜ ਨੂੰ ਵੀ ਅਦਬ ਨਾਲ ਰੱਖ ਲਿਆ। ਸ਼ੀਹਾਂ ਦੀਆਂ ਮੁਸ਼ਕਾਂ ਬੰਨ੍ਹ ਲਈਆਂ। ਧੀਰ ਮੱਲ ਨੂੰ ਨੰਗੇ ਪੈਰੀਂ ਨਾਲ ਟੋਰ ਲਿਆ। ਧੀਰ ਮੱਲ ਨੇ ਹੱਥ ਜੋੜੇ ਕਿ ਉਸ ਨੂੰ ਇਸ ਤਰ੍ਹਾਂ ਨਾ ਲੈ ਕੇ ਜਾਇਆ ਜਾਏ, ਪਰ ਮੱਖਣ ਸ਼ਾਹ ਨੇ ਕਿਹਾ ਕਿ ਸਭ ਤੇਰੇ ਕਰਕੇ ਹੋਇਆ ਹੈ। ਫਿਰ ਵੀ ਗੁਰੂ ਸੰਤਾਨ ਹੋਣ ਨਾਤੇ ਤੈਨੂੰ ਛੱਡ ਦਿੰਦੇ ਹਾਂ। ਜਦ ਮਸ਼ਕਾਂ ਬੰਨੀ ਸਮਾਨ ਉਠਾਏ ਧੀਰ ਮੱਲ ਦੇ ਸਾਥੀ ਗੁਰੂ ਜੀ ਦੇ ਅਸਥਾਨ ਪੁੱਜੇ ਤਾਂ ਗੁਰੂ ਜੀ ਨੇ ਕਿਹਾ, ਸਭ ਧਨ ਮੋੜ ਦਿਓ ਅਤੇ ਇਹਨਾਂ ਨੂੰ ਛੱਡ ਦਿਓ। ਇਹਨਾਂ ਮਾੜਾ ਕੀਤਾ ਸੀ, ਪਰ ਸਭ ਤ੍ਰਿਸ਼ਨਾਧੀਨ ਕੀਤਾ ਸੀ। ਸਭ ਧੀਰ ਮੱਲ ਨੂੰ ਮੋੜ ਦਿਓ। ਮੱਖਣ ਸ਼ਾਹ ਨੇ ਜਦ ਕਿਹਾ, ਮਾਲਕ ਅਪਰਾਧੀਆਂ ਨੂੰ ਬਖਸ਼ ਦੇਣਾ ਨੀਤੀ ਦੇ ਵਿਰੁੱਧ ਹੈ, ਤਾਂ ਆਪ ਜੀ ਨੇ ਫਰਮਾਇਆ, ਦਰਬ ਕੇ ਕਾਰਨੇ ਗੁਰੂ ਮਹਾਰਾਜ ਨੇ ਨਹੀਂ ਬੈਠ ਇਹ ਦੁਕਾਨ ਪਾਈ। ਫਿਰ ਸਭ ਨੂੰ ਸਮਝਾਇਆ ਕਿ ਕ੍ਰੋਧ ਮਨੁੱਖ ਦੇ ਹਿਰਦੇ ਵਿੱਚ ਉਤਪੰਨ ਹੋ ਕੇ ਉਸ ਨੂੰ ਦੁੱਖ ਦਿੰਦਾ ਹੈ। ਜਿਸ ਪਦਾਰਥ ਤੋਂ ਸੁੱਖ ਦੀ ਇੱਛਾ, ਉਹ ਹੀ ਦੁਖਦਾਈ ਸਾਬਿਤ ਹੁੰਦਾ ਹੈ। ਕ੍ਰੋਧ ਆਤਮਾ ਹੀ ਭੁੰਨ ਦਿੰਦਾ ਹੈ ਅਤੇ ਫਿਰ ਉਸ ਦਾ ਸੌਣਾ ਖਾਣਾ ਹੀ ਹਰਾਮ ਹੋ ਜਾਂਦਾ ਹੈ ਅਤੇ ਬਦਲੇ ਦੀ ਅੱਗ ਵਿੱਚ ਸੜਦਾ ਰਹਿੰਦਾ ਹੈ। ਗੁਰੂ ਅਰਜਨ ਦਾ ਫਰਮਾਨ ਹੈ, ਕਾਮ ਕ੍ਰੋਧ ਕਾਇਆ ਕੋ ਗਾਲੇ, ਜਿਉ ਕੰਚਨ ਸੁਹਾਗਾ ਢਾਲੇ। ਗੁਰਸਿੱਖ ਨੂੰ ਇਹ ਨਹੀਂ ਸੋਭਦਾ ਕਿ ਉਹ ਮਨ ਚਿੱਤ ਕਰਕੇ ਵੀ ਕ੍ਰੋਧ ਨੂੰ ਨੇੜੇ ਆਉਣ ਦੇਵੇ। ਵਿਕਾਰ ਤਾਂ ਹੀ ਹਟ ਸਕਦੇ ਹਨ ਜੇ ਇੱਛਾ ਹਟਾਈ ਜਾਏ। ਇੱਛਾ ਮੁੱਕਣ ਨਾਲ ਹੀ ਵਿਕਾਰ ਮੁੱਕ ਜਾਂਦੇ ਹਨ। ਮੁੱਖ ਧਰਮ ਖਿਮਾ ਹੈ ਅਤੇ ਖਿਮਾ ਹੀ ਵੱਡਾ ਤਪ ਹੈ। ਖਿਮਾ ਕਰਨਾ ਹੀ ਵੱਡਾ ਦਾਨ ਹੈ। ਖਿਮਾ ਹੀ ਸਭ ਤੀਰਥਾਂ ਦੇ ਇਸ਼ਨਾਨ ਹਨ। ਖਿਮਾ ਨਾਲ ਹੀ ਮੁਕਤੀ ਪ੍ਰਾਪਤ ਹੁੰਦੀ ਹੈ ਅਤੇ ਖਿਮਾ ਕਰਨ ਬਰੋਬਰ ਕੋਈ ਗੁਣ ਨਹੀਂ। ਕਰਨੀ ਸ਼ਿਮਾ ਮਹਾਤਪ ਜਾਣ, ਸ਼ਿਮਾ ਕਰਨੀ ਹੀ ਦਰੈਬੋ ਦਾਨ। ਸ਼ਿਮਾ ਸਕਲ ਤੀਰਥ ਇਸ਼ਨਾਨ, ਸ਼ਿਮਾ ਸਕਤ ਨਰ ਕੀ ਕਲਿਆਣ। ਸ਼ਿਮਾ ਸਮਾਨ ਆਣ ਗੁਣ ਨਾਹੀ, ਯਾਹ ਤੇ ਸ਼ਿਮਾ ਧਰੇ ਹੋ ਮਨ ਮਾਹੀ। ਮੱਖਣ ਸ਼ਾਹ ਨੇ ਹੁਕਮ ਤੇ ਫੁੱਲ ਚੜਾਉਂਦੇ ਹੋਏ ਸਭ ਵਸਤੂਆਂ ਵਾਪਸ ਕਰ ਦਿੱਤੀਆਂ ਅਤੇ ਸੁਨੇਹਾ ਘੱਲਿਆ ਕਿ ਇਹ ਹੈ ਗੁਰੂ ਘਰ ਦੀ ਵਡਿਆਈ ਕਿ ਜੋ ਬੁਰਾ ਕਰਦਾ ਹੈ ਉਸ ਨਾਲ ਭਲਾਈ। ਗੁਰੂ ਗ੍ਰੰਥ ਪੰਥ ਦਾ ਸਾਂਝਾ ਵਿਰਸਾ ਕਰਕੇ ਨਾ ਮੋੜਿਆ। ਜਦ ਧੀਰ ਮੱਲ ਨੂੰ ਵਸਤੂਆਂ ਮਿਲੀਆਂ ਤਾਂ ਉਹ ਵੀ ਕਹਿ ਉੱਠਿਆ ਕਿ ਇਹ ਹੀ ਗੁਣ ਹਨ ਗੁਰਤਾ ਦੇ। ਹਿਰਦੇ ਵਿਚਾਰਤ ਹੋ ਬਹੁ ਭਾਂਤ, ਗੁਰਤਾ ਕੇ ਗੁਣ ਇਹ ਬਖਿਆਤ। ਰਾਤੋਂ ਰਾਤ ਧੀਰ ਮੱਲ ਕਰਤਾਰਪੁਰ ਚਲਾ ਗਿਆ ਅਤੇ ਇਹ ਸੋਚਿਆ ਕਿ ਉਹ ਆਪੇ ਹੀ ਗੁਰੂ ਗ੍ਰੰਥ ਸਾਹਿਬ ਵੀ ਭੇਜ ਦੇਣਗੇ। ਇਸੇ ਤਰ੍ਹਾਂ ਹੀ ਹੋਇਆ। ਜਦ ਗੁਰੂ ਜੀ ਸ਼੍ਰੀ ਅੰਮ੍ਰਿਤਸਰ ਵੱਲ ਜਾ ਰਹੇ ਸਨ ਤਾਂ ਉਹਨਾਂ ਡਿੱਠਾ ਕਿ ਪਿੱਛੇ ਬਹੁਤ ਭੀੜ ਹੈ ਅਤੇ ਚੌਰ ਹੋ ਰਹੀ ਹੈ। ਆਪ ਜੀ ਦੀ ਪੁੱਛ ਤੇ ਦੱਸਿਆ ਗਿਆ ਕਿ ਇਹ ਭੀੜ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ। ਆਪ ਜੀ ਨੇ ਆਗਿਆ ਕੀਤੀ ਕਿ ਉਸੇ ਸਮੇਂ ਧੀਰ ਮੱਲ ਨੂੰ ਪਹੁੰਚਾਈ ਜਾਏ ਅਤੇ ਜਦ ਕੋਈ ਉਸ ਦੇ ਮੱਥੇ ਲੱਗਣ ਲਈ ਤਿਆਰ ਨਾ ਹੋਇਆ ਤਾਂ ਆਪ ਜੀ ਨੇ ਇੱਕ ਸੁਰੱਖਿਅਤ ਥਾਂ ਰਖਵਾ ਕੇ, ਜਿੱਥੇ ਹੁਣ ਗੁਰਦੁਆਰਾ ਅਮਾਨਤਸਰ ਹੈ, ਸੁਨੇਹਾ ਭੇਜ ਦਿੱਤਾ ਕਿ ਉਹ ਆ ਕੇ ਬੀੜ ਸੰਭਾਲ ਲਵੇ। ਧੀਰ ਮੱਲ ਆਇਆ ਪਰ ਬੀੜ ਨਾ ਦਿਸੇ। ਕਿਸੇ ਕਿਹਾ ਕਿ ਗੁਰੂ ਤੇਗ ਬਹਾਦਰ ਧਿਆਂ ਤਾਂ ਬੀੜ ਮਿਲ ਜਾਏਗੀ। ਉਸ ਐਸਾ ਹੀ ਕੀਤਾ ਤਾਂ ਬੀੜ ਮਿਲ ਗਈ ਅਤੇ ਉਹ ਕਰਤਾਰਪੁਰ ਲੈ ਗਿਆ। ਹਿਰਦੇ ਵਿਚਾਰਤ ਹੋ ਬਹੁ ਭਾਂਤ, ਗੁਰਤਾ ਕੇ ਗੁਣ ਇਹ ਬਖਿਆਤ। ਰਾਤੋਂ ਰਾਤ ਧੀਰ ਮੱਲ ਕਰਤਾਰਪੁਰ ਚਲਾ ਗਿਆ ਅਤੇ ਇਹ ਸੋਚਿਆ ਕਿ ਉਹ ਆਪੇ ਹੀ ਗੁਰੂ ਗ੍ਰੰਥ ਸਾਹਿਬ ਵੀ ਭੇਜ ਦੇਣਗੇ। ਇਸੇ ਤਰ੍ਹਾਂ ਹੀ ਹੋਇਆ। ਜਦ ਗੁਰੂ ਜੀ ਸ਼੍ਰੀ ਅੰਮ੍ਰਿਤਸਰ ਵੱਲ ਜਾ ਰਹੇ ਸਨ ਤਾਂ ਉਹਨਾਂ ਡਿੱਠਾ ਕਿ ਪਿੱਛੇ ਬਹੁਤ ਭੀੜ ਹੈ ਅਤੇ ਚੌਰ ਹੋ ਰਹੀ ਹੈ। ਆਪ ਜੀ ਦੀ ਪੁੱਛ ਤੇ ਦੱਸਿਆ ਗਿਆ ਕਿ ਇਹ ਭੀੜ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ। ਆਪ ਜੀ ਨੇ ਆਗਿਆ ਕੀਤੀ ਕਿ ਉਸੇ ਸਮੇਂ ਧੀਰ ਮੱਲ ਨੂੰ ਪਹੁੰਚਾਈ ਜਾਏ ਅਤੇ ਜਦ ਕੋਈ ਉਸ ਦੇ ਮੱਥੇ ਲੱਗਣ ਲਈ ਤਿਆਰ ਨਾ ਹੋਇਆ ਤਾਂ ਆਪ ਜੀ ਨੇ ਇੱਕ ਸੁਰੱਖਿਅਤ ਥਾਂ ਰਖਵਾ ਕੇ, ਜਿੱਥੇ ਹੁਣ ਗੁਰਦੁਆਰਾ ਅਮਾਨਤਸਰ ਹੈ, ਸੁਨੇਹਾ ਭੇਜ ਦਿੱਤਾ ਕਿ ਉਹ ਆ ਕੇ ਬੀੜ ਸੰਭਾਲ ਲਵੇ। ਧੀਰ ਮੱਲ ਆਇਆ
पर बीड़ न दिसे। किसे कहा कि गुरु तेग बहादुर ਧਿਆਨ ਤਾਂ बीड़ मिल जाएगी। उस ऐसा ही कीता ਤਾਂ बीड़ मिल गई ਅਤੇ ਉਹ ਕਰਤਾਰਪੁਰ ਲੈ ਗਿਆ। ਅੱਜ ਅਸੀਂ ਇਤ ਜਿਨ ਕਰੀ ਜੀਵਨੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਕਿਤਾਬ ਦੇ 54 ਪੰਨੇ ਪੜ੍ਹ ਚੁੱਕੇ ਹਾਂ। ਬਾਕੀ ਦੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਗ 6ਵਾਂ। ਬਕਾਲਾ ਤਜਿਆ ਮਾਖੋਵਾਲ ਆਵਤ ਭਈ, ਮਾਝਾ ਮਾਲਵਾ ਰਟਨ। ਦੋਖੀਆਂ ਦੇ ਪਛਾੜੇ ਜਾਣ ਤੇ ਮਹਾਰਾਜ ਦੇ ਦਰਸ਼ਨਾਂ ਨੂੰ ਸੰਗਤਾਂ ਨੇ ਵਹੀਰਾਂ ਪਾਉਣੀਆਂ ਆਰੰਭ ਕਰ ਦਿੱਤੀਆਂ। ਆਪ ਜੀ ਆਈਆਂ ਸੰਗਤਾਂ ਨੂੰ ਜੀ ਦਾਨ ਅਤੇ ਭਗਤੀ ਵੱਲ ਲਗਾਉਂਦੇ। ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਤੇ ਨਾਮਦਾਨ ਲੈ ਮੁੜਦੀਆਂ। ਬੰਸਾਵਾਲੀ ਨਾਮੇ ਦੇ ਕਹਿਣ ਅਨੁਸਾਰ ਧੀਰਮਲ ਨੇ ਪੰਜਾਬ ਵਿੱਚ ਆਪਣੇ ਮਸੰਦ ਭੇਜੇ, ਪਰ ਉਸ ਨੂੰ ਸਫਲਤਾ ਨਾ ਮਿਲੀ। ਇੱਕ ਵਿਸ਼ੇਸ਼ ਘਟਨਾ ਦਾ ਵਰਣਨ ਬੰਸਾਵਾਲੀ ਨਾਮੇ ਵਾਲੇ ਕੀਤਾ ਹੈ। ਕਾਬਲ ਦੀਆਂ ਸੰਗਤਾਂ ਵਿੱਚ ਚਿਰਾਂ ਤੋਂ ਦੋ ਮਸੰਦ ਭਾਈ ਚੇਤਾ ਅਤੇ ਭਾਈ ਗੂੰਦਾ ਪ੍ਰਚਾਰ ਕਰ ਰਹੇ ਸਨ। ਉਹਨਾਂ ਵੱਲ ਧੀਰਮਲ ਨੇ ਜਰੀ ਦੇ ਸਰੋਪਾ ਭੇਜੇ। ਗੁਰੂ ਤੇਗ ਬਹਾਦਰ ਜੀ ਨੇ ਵੀ ਸਾਰੇ ਮਸੰਦਾਂ ਪਾਸ ਦੀਵਾਲੀ ਤੇ ਪੂਜਣ ਦਾ ਸੁਨੇਹਾ ਭੇਜਿਆ ਅਤੇ ਨਾਲ ਹੀ ਪ੍ਰਸ਼ਾਦ ਵਜੋਂ ਸਾਦ ਮੁਰਾਦੇ ਸਰੋਪੇ ਭੇਜੇ। ਕਾਬਲ ਦੇ ਮਸੰਦਾਂ ਨੂੰ ਵੀ ਸੁਨੇਹਾ ਅਤੇ ਐਸਾ ਹੀ ਸਰੋਪੇ ਪੁੱਜੇ। ਸੰਗਤ ਦੋ ਸਰੋਪਾ ਦੇਖ ਦਵਦਾ ਵਿੱਚ ਪੈ ਗਈ ਕਿ ਕਿਸ ਨੂੰ ਗੁਰੂ ਦਾ ਜਾਣ ਆਦਰ ਦਈਏ, ਕਿਸ ਨੂੰ ਬਹਾਈਏ ਮੰਜੀ ਅਤੇ ਕਿਸ ਨੂੰ ਬਹਾਈਏ ਭੋਏ। ਇੱਕ ਸਿੱਖ ਨੇ ਕਿਹਾ ਕਿ ਗੁਰੂ ਦੀ ਧਾਰਨਾ ਭਾਰੀ ਹੈ ਅਤੇ ਗੁਰੂ ਇੱਕੋ ਹੈ, ਬਾਕੀ ਸਭ ਦੰਭ ਪਖੰਡ ਅਤੇ ਦਿਖਾਵਾ ਹੈ। ਜੇਠੇ ਮਸੰਦ ਨੇ ਇਸ ਤੋਂ ਸੰਕੇਤ ਲੈ ਕੇ ਤਕੜੀ ਹੱਥ ਲਈ ਅਤੇ ਜਦ ਗਠੜੀ ਬੰਨ੍ਹ ਸਿਰੋਂ ਪਾਏ ਤੋਲੇ ਤਾਂ ਜ਼ਰੀ ਵਾਲਾ ਪਲੜਾ ਹੌਲਾ ਅਤੇ ਉੱਤੇ ਹੋ ਉੱਠ ਗਿਆ। ਗੁਰੂ ਤੇਗ ਬਹਾਦਰ ਦੀ ਨੀਵੀਂ ਧੀਰਮਲ ਦੀ ਚੜ੍ਹ ਅਟਾਰੀ। ਸਭ ਨੇ ਇਹ ਹੀ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੀ ਧਾਰਨਾ ਭਾਰੀ ਹੈ। ਕੋਈ ਭੁਲੇਖਾ ਹੁਣ ਕਿਸੇ ਪਾਸ ਨਹੀਂ ਸੀ ਰਿਹਾ। ਸਭ ਇਹ ਹੀ ਕਹਿ ਰਹੇ ਸਨ ਕਿ ਤੇਗ ਬਹਾਦਰ ਨਾਨਕ ਸ਼ਾਹੀ ਦਾ ਵਾਰਿਸ ਹੈ ਕੀਤਾ। ਬਾਬਾ ਬਕਾਲਾ ਬੇਸ਼ੱਕ ਮੱਝ ਵਿਚਕਾਰ ਸੀ, ਪਰ ਦੇਸ਼ ਵਿੱਚ ਵਾਪਰ ਰਹੀਆਂ ਘਟਨਾਵਾਂ ਕਾਰਨ ਕੋਈ ਸੁਰੱਖਿਅਤ ਥਾਂ ਨਹੀਂ ਸੀ। ਦੂਜੇ ਕਰਤਾਰਪੁਰ ਲਾਗੇ ਹੋਣ ਕਾਰਨ ਧੀਰਮਲ ਖਰੂਦ ਪਾਉਣ ਤੋਂ ਹਟਿਆ ਨਹੀਂ ਸੀ। ਰੁਕ ਭਾਵੇਂ ਗਿਆ ਸੀ। ਗੁਰੂ ਤੇਗ ਬਹਾਦਰ ਜੀ ਨੇ ਬਾਬਾ ਬਕਾਲਾ ਤਜਨ ਦਾ ਮਨ ਬਣਾ ਲਿਆ ਅਤੇ ਟਿਕਾਣਾ ਕਿਰਤਪੁਰ ਲਾਗੇ ਕਰਨ ਦੀ ਸੋਚੀ। ਕਿਰਤਪੁਰ ਰਹਿੰਦਿਆਂ ਕਈ ਵਾਰੀ ਗੁਰੂ ਤੇਗ ਬਹਾਦਰ ਜੀ ਪਹਾੜੀ ਇਲਾਕਿਆਂ ਵਿੱਚ ਪ੍ਰਚਾਰ ਹਿੱਤ ਵਿਚਰੇ ਸਨ। ਜਦ ਔਰੰਗਜ਼ੇਬ ਦੇ ਤਪਸਵੀ ਸੂਰਜ ਦੀ ਤਪਸ਼ ਵਧੀ ਤਾਂ ਆਪ ਜੀ ਨੇ ਕਿਰਤਪੁਰ ਲਾਗੇ ਦੂਰ ਪਹਾੜੀ ਤੇ ਟਿਕਾਣਾ ਬਣਾਉਣ ਦਾ ਪੱਕਾ ਫੈਸਲਾ ਕਰ ਲਿਆ। ਇਸ ਮੰਤਵ ਨੂੰ ਸਿਰੇ ਚਾੜ੍ਹਨ ਤੋਂ ਪਹਿਲਾਂ ਆਪ ਜੀ ਨੇ ਜ਼ਰੂਰੀ ਜਾਣਿਆ ਕਿ ਮਾਝਾ ਮਾਲਵਾ ਰਟਨ ਕੀਤਾ ਜਾਏ ਅਤੇ ਸੰਗਤਾਂ ਨੂੰ ਨਵੇਂ ਟਿਕਾਣੇ ਬਣਾਉਣ ਦੀ ਮਹੱਤਤਾ ਵੀ ਦਰਸਾਈ ਜਾਏ। ਸੰਗਤਾਂ ਨੂੰ ਸੂਚਿਤ ਅਤੇ ਸੁਚੇਤ ਕਰਨ ਲਈ ਆਪ ਜੀ ਪਹਿਲਾਂ ਮਾਝੇ ਦੇ ਗੁਰੂ ਧਾਮਾਂ ਤੇ ਗਏ। ਦੀਵਾਲੀ ਬਾਬਾ ਬਕਾਲੇ ਵਿਖੇ ਹੀ ਕਰਕੇ ਗੁਰੂ ਜੀ ਸੰਗਤਾਂ ਸਮੇਤ ਸ਼੍ਰੀ ਅੰਮ੍ਰਿਤਸਰ ਵੱਲ ਚੱਲ ਪਏ। ਬਕਾਲਾ ਤੋਂ ਸਠਿਆਲਾ ਅਤੇ ਰਈਆਂ ਤੋਂ ਹੁੰਦੇ ਕਾਲਕਾ ਆਏ। ਉੱਥੇ ਡਿੱਠਾ ਕਿ ਇੱਕ ਨਾਰੂ ਨਾਂ ਦਾ ਬੱਚਾ ਖੇਤਾਂ ਦੀ ਰਾਖੀ ਤਾਂ ਪਿਆ ਕਰਦਾ ਹੈ, ਪਰ ਨਾਲ ਨਾਲ ਸਿੱਟਿਆਂ ਵਿੱਚੋਂ ਦਾਣੇ ਕੱਢ ਕੱਢ ਪੰਛੀਆਂ ਨੂੰ ਚੋਗਾ ਵੀ ਪਾਈ ਜਾਂਦਾ ਹੈ। ਮਹਾਰਾਜ ਨੇ ਪੁੱਛਿਆ, ਬੇਟਾ ਇਹ ਤੂੰ ਕੀ ਪਿਆ ਕਰਦਾ ਹੈ? ਤਾਂ ਉਸ ਬੜੇ ਭੋਲੇ ਭਾਉ ਕਿਹਾ, ਮਹਾਰਾਜ ਇਹਨਾਂ ਨੂੰ ਵੀ ਤਾਂ ਭੁੱਖ ਤੇ ਲੱਗਦੀ ਹੈ। ਗੁਰੂ ਜੀ ਨਾਲ ਹੀ ਇਹ ਉੱਠ ਟੁਰਿਆ। ਇੰਨਾ ਲਗਾਓ ਉਸ ਦਾ ਗੁਰੂ ਜੀ ਨਾਲ ਹੋ ਗਿਆ ਕਿ ਦਿੱਲੀ ਸ਼ਹੀਦੀ ਪਾਉਣ ਹਿੱਤ ਜਦ ਗੁਰੂ ਜੀ ਗਏ ਤਾਂ ਉਹ ਨਾਲ ਹੀ ਸੀ। ਪਿੱਛੋਂ ਅੰਮ੍ਰਿਤ ਛਕ ਕੇ ਭਾਈ ਨਾਹਰ ਸਿੰਘ ਬਣਿਆ ਤੇ ਆਨੰਦਪੁਰ ਛੱਡ ਜਾਣ ਵੇਲੇ ਗੁਰੂ ਪਰਿਵਾਰ ਦੀ ਰੱਖਿਆ ਕਰਦੇ ਫੱਟੜ ਹੋ ਗਿਆ। ਪਿੱਛੋਂ ਰਾਜੀ ਹੋ ਦਮਦਮਾ ਸਾਹਿਬ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਇਆ। 22 ਨਵੰਬਰ 1664 ਨੂੰ ਗੁਰੂ ਜੀ ਸ਼੍ਰੀ ਅੰਮ੍ਰਿਤਸਰ ਪੁੱਜੇ। ਅੰਮ੍ਰਿਤਸਰ ਦਾ ਪ੍ਰਬੰਧ ਉਸ ਸਮੇਂ ਮਿਹਰਬਾਨ ਦੇ ਪੁੱਤਰ ਹਰੀ ਜੀ ਦੇ ਹੱਥ ਸੀ। ਹਰ ਜੀ ਮਹਿਲਾ 7ਵਾਂ ਹੇਠਾਂ ਕਵਿਤਾ ਰਚ ਕੇ ਗੁਰਬਾਣੀ ਵਾਂਗੂ ਹੀ ਰਬਾਬੀਆਂ ਕੋਲੋਂ ਸ਼੍ਰੀ ਦਰਬਾਰ ਸਾਹਿਬ ਪੜ੍ਹਾਉਣ ਵੀ ਲੱਗ ਪਿਆ ਸੀ। ਸਿੱਖ ਉਸ ਦੇ ਇਸ ਕਰਮ ਤੋਂ ਦੁਖੀ ਸਨ ਕਿ ਕਈ ਵਾਰੀ ਗੁਰੂ ਹਰ ਰਾਏ ਜੀ ਨੂੰ ਬੇਨਤੀ ਕਰਕੇ ਆਏ ਸਨ ਕਿ ਉਹ ਦਰਬਾਰ ਸਾਹਿਬ ਆ ਕੇ ਇਸ ਕਰਮ ਨੂੰ ਰੋਕਣ। ਹੁਣ ਗੁਰੂ ਤੇਗ ਬਹਾਦਰ ਜੀ ਦਾ ਸ਼੍ਰੀ ਦਰਬਾਰ ਸਾਹਿਬ ਵੱਲ ਆਉਣਾ ਸੁਣ ਕੇ ਹਰ ਜੀ ਨੇ ਦਰਸ਼ਨੀ ਡਿਉਢੀ ਦਾ ਦਰਵਾਜ਼ਾ ਬੰਦ ਕਰਵਾ ਦਿੱਤਾ ਅਤੇ ਆਪੂ ਇਹ ਦਰਸਾਉਣ ਲਈ ਕਿ ਉਸ ਨੇ ਇਹ ਨਹੀਂ ਕੀਤਾ, ਹੋਰ ਮਸੰਦ ਕਰਨ ਵਾਲੇ ਹਨ, ਚਾਬੀਆਂ ਗੁਰੂ ਤੇਗ ਬਹਾਦਰ ਜੀ ਨੂੰ ਦੇਣ ਲਈ ਗਿਆ। ਭੱਟ ਵਹੀ ਤੁਮਾਰ ਬਜਲਟਨ ਵਿੱਚ ਇਸੇ ਪ੍ਰਕਾਰ ਲਿਖਿਆ ਹੈ। ਪਰ 9ਵੇਂ ਪਾਤਸ਼ਾਹ ਨੇ ਹਰ ਜੀ ਨੂੰ ਦੋਹਰੀ ਚਾਲ ਚੱਲਦੇ ਦੇਖਿਆ ਤਾਂ ਆਪ ਜੀ ਅਕਾਲ ਤਖਤ ਲਾਗੇ ਇੱਕ ਥੜੇ ਤੇ ਹੀ ਬੈਠ ਗਏ, ਜਿਸ ਨੂੰ ਹੁਣ ਥੜਾ ਸਾਹਿਬ ਕਹਿੰਦੇ ਹਨ।
ਗੁਰੂ ਜੀ ਨੇ ਸੰਗਤਾਂ ਸਮੇਤ ਅੰਮ੍ਰਿਤਸਰ ਸਰੋਵਰ ਵਿੱਚ ਇਸ਼ਨਾਨ ਕੀਤਾ ਅਤੇ ਦੀਵਾਨ ਥੜਾ ਸਾਹਿਬ ਹੀ ਲਗਾ ਦਿੱਤਾ। ਮੱਖਣ ਸ਼ਾਹ ਨੇ ਕਿਹਾ ਕਿ ਆਗਿਆ ਬਖਸ਼ੋ ਤਾਂ ਇਸ ਨੂੰ ਵੀ ਧੀਰ ਮੱਲ ਵਾਂਗ ਹੀ ਸਜ਼ਾ ਦੇਈਏ, ਪਰ ਮਹਾਰਾਜ ਨੇ ਵਰਜਦੇ ਹੋਏ ਫਰਮਾਇਆ ਕਿ ਸਜ਼ਾ ਇਹਨਾਂ ਨੂੰ ਮਿਲ ਹੀ ਰਹੀ ਹੈ। ਲੋਭ ਕਰਕੇ ਤਾਂ ਇਹ ਪਹਿਲਾਂ ਹੀ ਮਰੇ ਹੋਏ ਹਨ। ਧਰੇ ਲੋਭ ਇਹ ਮਰੇ ਅਗਾਰੀ। ਪੂਜਾ ਸਮ ਕੋਈ ਮੈਲਾ ਧਨ ਨਹੀਂ ਹੈ। ਨਾ ਇਹਨਾਂ ਵਿੱਚ ਭਗਤੀ ਰਹੀ ਹੈ, ਨਾ ਜਤ, ਨਾ ਸਤ, ਨਾ ਗਿਆਨ। ਸ਼ਾਮ ਢਲਦੇ ਆਪ ਜੀ ਵੱਲਾ ਪਿੰਡ ਚਲੇ ਗਏ। ਇੱਕ ਸਿੱਖ ਦੇ ਘਰ ਟਿਕਾਣਾ ਕੀਤਾ। ਮਾਈ ਹਰਿਹਾ ਨੇ ਬਹੁਤ ਸੇਵਾ ਕੀਤੀ। ਆਪ ਜੀ ਨੇ ਵੱਲਾ ਗੁਰੂ ਕਾ ਗੱਲਾ ਦਾ ਵਰ ਵੀ ਪਿੰਡ ਨੂੰ ਦਿੱਤਾ। ਵੱਲਾ ਵਿਖੇ ਸੰਗਤਾਂ ਪੁੱਛਿਆ ਕਿ ਮੌਤ ਦਾ ਡਰ ਕਿਵੇਂ ਦੂਰ ਹੋਵੇ, ਕੀ ਕਰਮ ਕਰ, ਮੱਤ ਕਿਹੜੀ ਲਵੇ, ਕਿਹੜਾ ਧਰਮ ਅਪਣਾਏ, ਉਹ ਨਾਮ ਕਿਹੜਾ ਹੈ ਜਿਸ ਨੂੰ ਜਪ ਭਵ ਸਾਗਰ ਪਾਰ ਹੋ ਜਾਈਦਾ ਹੈ। ਮਹਾਰਾਜ ਨੇ ਫਰਮਾਇਆ, ਕਲਯੁਗ ਵਿੱਚ ਕੇਵਲ ਉਸ ਦਾ ਨਾਮ ਹੀ ਪਾਰ ਕਰਨ ਯੋਗ ਹੈ ਅਤੇ ਉਸ ਦੇ ਜਪਣ ਨਾਲ ਸੰਸਾਰ ਸਾਗਰ ਤਰਿਆ ਜਾ ਸਕਦਾ ਹੈ। ਨਾਮ ਜਪਣ ਤੋਂ ਇਲਾਵਾ ਹੋਰ ਕੋਈ ਧਰਮ ਨਹੀਂ। ਉਹ ਵਾਹਿਗੁਰੂ ਕਿਧਰੇ ਦੂਰ ਨਹੀਂ, ਅੰਦਰ ਹੀ ਸਮਾਇਆ ਹੋਇਆ ਹੈ, ਜਿਵੇਂ ਸ਼ੀਸ਼ੇ ਵਿੱਚ ਅਕਸ। ਗੁਰੂ ਜੀ ਦਾ ਦਰਬਾਰ ਸਾਹਿਬ ਤੋਂ ਚਲੇ ਜਾਣਾ ਸੁਣ ਕੇ ਮਸੰਦਾਂ ਨੇ ਹਰਿਮੰਦਰ ਦੇ ਦਰਵਾਜ਼ੇ ਖੋਲ੍ਹ ਦਿੱਤੇ। ਸੰਗਤਾਂ ਮੱਖਣ ਸ਼ਾਹ ਦੀ ਅਗਵਾਈ ਹੇਠਾਂ ਦਰਬਾਰ ਸਾਹਿਬ ਗਈਆਂ। ਮੱਖਣ ਸ਼ਾਹ ਨੇ ਕਿਹਾ, ਤੁਸੀਂ ਕਿੰਨੇ ਬੁਰੇ ਹੋ, ਕਿਰਪਾਲੂ ਗੁਰੂ ਦਾਤਾ ਤੁਹਾਡੇ ਪਾਸ ਆਪ ਆਇਆ, ਤੁਸੀਂ ਦਰਵਾਜ਼ੇ ਬੰਦ ਕਰ ਨੱਸ ਗਏ। ਗੁਰੂ ਕੋਈ ਮੱਲਾ ਮਾਰਨ ਨਹੀਂ ਸੀ ਆਏ। ਬਹੁਤ ਮਾੜਾ ਕੰਮ ਤੁਸਾਂ ਕੀਤਾ ਹੈ, ਆਪਣੇ ਪੈਰ ਆਪ ਹੀ ਕੁਹਾੜਾ ਮਾਰ ਲਿਆ ਹੈ। ਉਹਨਾਂ ਢੀਠਪੁਣਾ ਨਾ ਛੱਡਿਆ ਤੇ ਬਹਾਨਾ ਇਹ ਬਣਾਇਆ ਕਿ ਅਜੇ ਗੁਰੂ ਪ੍ਰਗਟ ਨਹੀਂ ਸਨ ਹੋਏ। ਸਾਨੂੰ ਕੀ ਪਤਾ ਕੌਣ ਗੁਰੂ ਹੈ। ਮੱਖਣ ਸ਼ਾਹ ਨੇ ਕਿਹਾ ਕਿ ਟੁੱਚਣਾ ਡਾਹੁਣ ਅਤੇ ਬਹਾਨੇਬਾਜ਼ੀ ਦਾ ਵੇਲਾ ਨਹੀਂ। ਗੁਰੂ ਹਰਕ੍ਰਿਸ਼ਨ ਜੀ ਦੇ ਵਾਕ ਨਾਲ ਹੀ ਗੁਰੂ ਤੇਗ ਬਹਾਦਰ ਜੀ ਗੱਦੀ ਤੇ ਬੈਠੇ ਹਨ। ਹੁਣ ਵੀ ਜਾ ਕੇ ਵਾਪਸ ਲੈ ਆਓ, ਖਿਮਾ ਹਾਸਲ ਕਰ ਲਵੋ। ਉਹ ਸਭ ਭੁੱਲਾਂ ਬਖਸ਼ਾਉਣ ਲਈ ਮੱਖਣ ਸ਼ਾਹ ਨਾਲ ਵੱਲਾ ਪਿੰਡ ਚੱਲ ਪਏ। ਉਧਰ ਜਦ ਸ਼ਹਿਰ ਵਾਸੀਆਂ ਨੂੰ ਮਸੰਦਾਂ ਦੀ ਕਰਤੂਤ ਦਾ ਪਤਾ ਲੱਗਾ ਕਿ ਗੁਰੂ ਆਏ, ਇਹਨਾਂ ਦਰਵਾਜ਼ੇ ਬੰਦ ਕਰ ਲਏ। ਦਰਸ਼ਨਾਂ ਤੋਂ ਸਭ ਵਾਂਝੇ ਰਹੇ। ਪ੍ਰੇਮੀ ਉਸੇ ਸਮੇਂ ਹੀ ਵੱਲਾ ਵੱਲ ਭੱਜ ਦੌੜੇ। ਮਾਈਆਂ ਅਗੇਰੇ ਸਨ। ਹੱਥ ਜੋੜ ਉਹਨਾਂ ਭੁੱਲਾਂ ਬਖਸ਼ਾਈਆਂ, ਕੁਤਾਹੀ ਦੀ ਖਿਮਾ ਮੰਗੀ। ਗੁਰੂ ਮਹਾਰਾਜ ਜੀ ਨੇ ਵੀ ਸ਼ਰਧਾ ਭਗਤੀ ਭਿੱਜੀਆਂ ਮਾਈਆਂ ਨੂੰ ਵਰ ਦਿੱਤਾ। ਮਾਈਆਂ ਰੱਬ ਰਜਾਈਆਂ ਭਗਤੀ ਲਾਈਆਂ। ਸਵੇਰ ਵੇਲੇ ਮਸੰਦ ਪੁਜਾਰੀ ਅਤੇ ਵਾਸਤੇਦਾਰ ਵੀ ਪੁੱਜ ਗਏ। ਉਹਨਾਂ ਕਿਹਾ ਕਿ ਅਸੀਂ ਡਰ ਗਏ ਸਾਂ, ਮਤਾਂ ਤੁਹਾਡੇ ਆਉਣ ਦਾ ਸੁਣ ਕੇ ਮੁਗਲ ਹਕੂਮਤ ਦਰਬਾਰ ਸਾਹਿਬ ਹੀ ਨਾ ਢਾਹ ਦੇਵੇ, ਇਸ ਕਾਰਨ ਚਲੇ ਗਏ ਸਾਂ। ਮਹਾਰਾਜ ਉਹਨਾਂ ਦੀਆਂ ਗੱਲਾਂ ਸੁਣਦੇ ਰਹੇ। ਫਿਰ ਸਹਿਜ ਸੁਭਾਏ ਫਰਮਾਇਆ, ਤੁਹਾਡੇ ਵਿੱਚ ਮਸੰਦਾਂ ਵਾਲੀ ਕੋਈ ਗੱਲ ਨਹੀਂ ਰਹੀ। ਪੂਜਾ ਦਾ ਧਾਨ ਖਾ ਕੇ ਡਰ ਤੁਹਾਡੀਆਂ ਹੱਡੀਆਂ ਵਿੱਚ ਵੜ ਗਿਆ ਹੈ। ਤੁਸੀਂ ਹਿਰਸ ਅਤੇ ਈਰਖਾ ਦੀ ਅੱਗ ਵਿੱਚ ਸੜ ਰਹੇ ਹੋ। ਤੁਹਾਨੂੰ ਇਹ ਸੋਭਦਾ ਨਹੀਂ। ਨਹੀਂ ਮਸੰਦ ਤੁਮ ਅੰਮ੍ਰਿਤ ਸਰੀਏ, ਤ੍ਰਿਸ਼ਨਾ ਗਣ ਅਤੇ ਅੰਤਰ ਸੜੀਏ। ਅੰਮ੍ਰਿਤ ਸਰੀਏ, ਅੰਤਰ ਸੜੀਏ ਗੁਰੂ ਤੇਗ ਬਹਾਦਰ ਜੀ ਨੇ ਕਿਧਰੇ ਨਹੀਂ ਕਿਹਾ। ਕੌੜਾ ਬੋਲ ਨਾ ਜਾਣੇ ਗੁਰੂ ਪਾਤਸ਼ਾਹ ਦਾ ਸੁਭਾਅ ਹੈ। ਗੱਲ ਇਹ ਬਣੀ ਲੱਗਦੀ ਹੈ ਕਿ ਪਹਿਲੀ ਤੁਕ ਦੇ ਪਹਿਲੇ 3 ਸ਼ਬਦ ਨਹਿ ਮਸੰਦ ਤੁਮ ਅਤੇ ਦੂਜੀ ਤੁਕ ਦੇ 2 ਸ਼ਬਦ ਤ੍ਰਿਸ਼ਨਾ ਗਣ ਤੇ ਇਹ ਜਾਣ ਬੁੱਝ ਕੇ ਹੀ ਨਾ ਲਗਾਏ ਅਤੇ ਬਾਕੀ ਰਹੇ ਅੰਮ੍ਰਿਤ ਸਰੀਏ, ਅੰਤਰ ਸੜੀਏ ਪ੍ਰਚਲਿਤ ਕਰ ਦਿੱਤੇ। ਇਹ ਕੋਈ ਉਹਨਾਂ ਸ਼ਹਿਰ ਸੰਬੰਧੀ ਜਾਂ ਸ਼ਹਿਰ ਨਿਵਾਸੀਆਂ ਸੰਬੰਧੀ ਨਹੀਂ ਆਖੇ ਸਨ। ਉਹਨਾਂ ਤਾਂ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਵਾਲਿਆਂ ਸੰਬੰਧੀ ਕਿਹਾ, ਜੋ ਧਾਰਮਿਕ ਅਸਥਾਨਾਂ ਤੇ ਰਹਿ ਕੇ ਮਾਇਆ ਵਿੱਚ ਖੱਚਤ ਅਤੇ ਈਰਖਾ ਦੀ ਅੱਗ ਵਿੱਚ ਸੜ ਰਹੇ ਸਨ। ਫਿਰ ਜਿਸ ਗੁਰੂ ਨੇ ਅਤ ਉਤੇਜਤਾ ਦੇ ਸਮੇਂ ਵੀ ਇਹ ਫਰਮਾਇਆ ਹੋਵੇ, ਕਰਨੀ ਸ਼ਿਮਾ ਮਹਾਤਪ ਜਾਣ, ਸ਼ਿਮਾ ਸਕਲ ਤੀਰਥ ਇਸ਼ਨਾਨ, ਉਹ ਆਪੂ ਕੌੜੇ ਬਚਨ ਕਦੇ ਬੋਲ ਹੀ ਨਹੀਂ ਸਕਦੇ। ਫਿਰ ਸਮੁੱਚੇ ਸ਼ਹਿਰ ਲਈ ਇਹ ਅਣਜਾਣਪੁਣੇ ਵਿੱਚ ਜਾਣ ਬੁੱਝ ਕੇ ਹੀ ਕਿਹਾ ਜਾਂਦਾ ਰਿਹਾ ਹੈ। 3 ਦਿਨ ਆਪ ਜੀ ਵੱਲਾ ਹੀ ਰਹੇ। ਸ਼ਹਿਰ ਵਾਸੀਆਂ ਨੇ ਬੇਨਤੀਆਂ ਕੀਤੀਆਂ ਕਿ ਅੰਮ੍ਰਿਤਸਰ ਫਿਰ ਚਰਨ ਪਾਉਣ, ਪਰ ਆਪ ਉੱਥੋਂ ਗੁਰੂ ਕਾ ਬਾਗ ਹੁੰਦੇ ਹੋਏ ਤਰਨ ਤਾਰਨ ਗਏ। ਵੱਲਾ ਤੋਂ ਆਪ ਜੀ ਸੰਗਤਾਂ ਨਾਲ ਹੀ ਤਰਨ ਤਾਰਨ ਗਏ। ਉੱਥੇ ਸਰੋਵਰ ਵਿੱਚ ਇਸ਼ਨਾਨ ਕੀਤਾ। ਕੋੜੀਆਂ ਲਈ ਬਣੇ ਅਸਥਾਨ ਤੇ ਜਾ ਕੇ ਪਹਿਲਾਂ ਹੱਥੀਂ ਸੇਵਾ ਕੀਤੀ, ਫਿਰ ਸਹਾਇਤਾ ਦਿੱਤੀ। ਮਾਤਾ ਭਾਨੀ ਜੀ ਦੇ ਖੂਹ ਤੇ ਵੀ ਸ਼ਰਧਾ ਦੇ ਫੁੱਲ ਚਾੜਨ ਲਈ ਗਏ। ਉੱਥੋਂ ਖਡੂਰ ਸਾਹਿਬ ਗਏ ਅਤੇ ਉਹਨਾਂ ਸਭ ਥਾਵਾਂ ਤੇ ਜਿੱਥੇ ਗੁਰੂ ਅੰਗਦ ਦੇਵ ਜੀ ਟਿਕਦੇ ਸਨ ਜਾ ਕੇ ਦੀਵਾਨ ਸਜਾਏ। ਖਡੂਰ ਸਾਹਿਬ ਅਤੇ ਬਾਬਾ ਮੋਹਰੀ ਚੰਦ ਜੀ ਦੀ ਸੰਤਾਨ ਦੇ ਮੁਖੀ ਬਾਬਾ ਦੁਆਰਕਾ ਦਾਸ ਜੀ, ਜਿਨ੍ਹਾਂ ਬਕਾਲਾ ਵਿਖੇ ਪੁੱਜ ਦੁਵਿਧਾ ਦੂਰ ਕਰਨ ਵਿੱਚ ਹਿੱਸਾ ਪਾਇਆ ਸੀ, ਆਪੂ ਆਏ ਅਤੇ ਆਦਰ ਨਾਲ ਗੋਇੰਦਵਾਲ ਸਾਹਿਬ ਲੈ ਗਏ। ਸੰਗਤਾਂ ਦਾ ਹੜ੍ਹ ਹੀ ਉਮੜ ਪਿਆ ਲੱਗਦਾ ਸੀ। ਗੋਇੰਦਵਾਲ ਸਾਹਿਬ ਆਪ ਜੀ ਪੋਹ ਦੀ ਮੱਸਿਆ ਨੂੰ ਪੁੱਜੇ। ਕੁਝ ਕੁ ਦਿਨ ਦੀਵਾਨ ਸਜਦੇ ਰਹੇ। ਫਿਰ ਆਪ ਜੀ ਨੇ ਮਾਲਵਾ ਦੇ ਲੱਖੀ ਜੰਗਲ ਵੱਲ ਜਾਣ ਦਾ ਵਿਚਾਰ ਦੱਸਿਆ। ਗੋਇੰਦਵਾਲ ਹੀ ਸਨ ਕਿ ਭਾਈ ਮੂਲ ਚੰਦ ਦਾ ਬੇਟਾ
रघुपत राय खेम करन अपने नगर लै गया। सिख किन्नी शरधा दृढ़ाउण लग पए सन कि एक सिख भाई ध्याना जी ने इच्छा प्रगटाई कि इन्नी मेहर कर जाओ कि ओह उसे वेले प्राण त्याग देवे जद गुरु जी ज्योति जोत समाउण। ऐसा ही होया। जद गुरु जी दिल्ली विखे शहीद किए गए तां भाई ध्याना जी ने प्राण दिते। जिथे भाई जी बिराजे सन उत्थे हुण गुरुद्वारा चैन साहिब है। उत्थों पिंड चोला जो पट्टी तो सरहाली कलां राहीं 12 ਕੁ ਮੀਲ ਦੀ ਵਾਟ ਤੇ ਹੈ ਪੁੱਜੇ। ਚੋਲਾ ਵਿਖੇ ਗੁਰੂ ਨਾਨਕ ਸਾਹਿਬ ਦਾ ਚੋਲਾ ਸਾਹਿਬ ਪਿਆ ਹੈ ਜੋ ਉਹਨਾਂ ਮੱਕੇ ਦੀ ਫੇਰੀ ਸਮੇਂ ਪਹਿਨਿਆ ਕਿਹਾ ਜਾਂਦਾ ਹੈ। ਗੁਰੂ ਤੇਗ ਬਹਾਦਰ ਜੀ ਭਾਈ ਹੀਰਾ ਬਾਡੀ ਦੇ ਘਰ ਬਿਰਾਜੇ ਸਨ। ਗੋਇੰਦਵਾਲ ਵਾਪਸ ਆ ਕੇ ਬਿਆਸਾ ਪਾਰ ਕਰਕੇ ਸੁਲਤਾਨਪੁਰ ਤੋਂ ਹੁੰਦੇ ਹੋਏ ਆਪ ਜੀ ਮਾਲਵਾ ਦੇਸ਼ ਜਾ ਵਿਚਰੇ। ਮਹਿਮਾ ਪ੍ਰਕਾਸ਼ ਦਾ ਕਹਿਣਾ ਹੈ ਕਿ ਗੁਰੂ ਜੀ ਨੇ ਲੱਖੀ ਜੰਗਲ ਜਾਣ ਦਾ ਮਨ ਬਣਾ ਲਿਆ ਸੀ। ਉਸਦੇ 2 ਕਾਰਨ ਦਿੱਤੇ ਜਾਂਦੇ ਹਨ। ਇੱਕ ਤਾਂ ਸਿੱਖਾਂ ਦੀ ਸ਼ਰਧਾ ਪੂਰੀ ਕਰਨੀ ਸੀ ਅਤੇ ਦੂਜੇ ਜੋ ਕੱਲ ਹੈ ਉੱਠੀ ਸੀ ਉਸ ਸਮੇਂ ਦੇ ਲੰਘਣ ਨਾਲ ਘਟ ਜਾਵੇ। 2 ਕਾਰਨ ਹੋਰ ਵੀ ਦਰਸਾਉਂਦੇ ਹਨ। ਇੱਕ ਤਾਂ ਮਾਝੇ ਦੇਸ਼ ਵਿੱਚ ਦੂਜੇ ਤੀਜੇ ਚੌਥੇ ਪੰਜਵੇਂ ਅਤੇ 6ਵੇਂ ਪਾਤਸ਼ਾਹ ਨੇ ਆਪ ਪ੍ਰਚਾਰ ਕਰਕੇ ਸਿੱਖੀ ਦ੍ਰਿੜ ਕਰਾ ਦਿੱਤੀ ਸੀ। ਦੁਆਬੇ ਵਿੱਚ ਵੀ ਗੁਰੂ ਅਰਜਨ ਜੀ ਆਪੂ ਜਾ ਕੇ ਸਿੱਖੀ ਲਾਗ ਲਗਾਉਂਦੇ ਰਹੇ ਸਨ। ਮਾਲਵੇ ਵੱਲ ਸਿੱਖੀ ਪ੍ਰਚਾਰ ਤਾਂ ਹੁੰਦਾ ਰਿਹਾ ਪਰ ਮਹਾਰਾਜ ਆਪ ਜਾ ਕੇ ਵਿਚਰ ਨਹੀਂ ਸਕੇ। ਮਾਲਵਾ ਦੇਸ਼ ਦੇ ਲੋਕੀ ਸਿੱਧੇ ਸਾਦੇ ਦਿਲ ਦੇ ਚੰਗੇ ਅਤੇ ਸਾਫ਼ ਪ੍ਰਸਿੱਧ ਸਨ। ਇਹਨਾਂ ਨੂੰ ਗੁਰੂ ਘਰ ਨਾਲ ਜੋੜੀ ਰੱਖਣ ਲਈ ਗੁਰੂ ਜੀ ਨੇ ਦੌਰਾ ਕਰਨਾ ਜ਼ਰੂਰੀ ਸਮਝਿਆ। ਸ਼ਾਇਦ ਇਹ ਹੀ ਕਾਰਨ ਹੈ ਕਿ ਗੁਰੂ ਤੇਗ ਬਹਾਦਰ ਜੀ 3 ਵਾਰੀ ਇਸ ਮਾਲਵਾ ਦੇਸ਼ ਆਏ। ਉਹਨਾਂ ਦੇ ਚਰਨਾਂ ਨਾਲ ਪਾਵਨ ਹੋਏ ਸਭ ਤੋਂ ਵੱਧ ਗੁਰੂ ਅਸਥਾਨ ਮਾਲਵੇ ਵਿੱਚ ਹੀ ਹਨ। ਪਹਿਲਾ ਪ੍ਰਚਾਰ ਦੌਰਾ ਦਸੰਬਰ 1664 ਤੋਂ ਲੈ ਕੇ ਮਈ 1665 ਤੱਕ ਰਿਹਾ। ਫਿਰ ਜਦ ਆਪ ਜੀ ਨੇ ਪੂਰਬ ਦੇਸ਼ ਬਿਆਨ ਕੀਤੇ ਤਾਂ ਮਾਲਵੇ ਵਿੱਚ ਵਿਚਰਦੇ ਰਹੇ ਅਤੇ ਤੀਜੀ ਵਾਰ ਸਨ 1673 ਵਿੱਚ ਸਾਰੇ ਮਾਲਵੇ ਵਿੱਚ ਥਾਂ ਥਾਂ ਜਾ ਕੇ ਤਕਰੀਬਨ 1 ਸਾਲ ਭੈ ਕਾਹੂ ਕੋ ਦੇਤ ਨਹਿ ਭੇਦ ਮਨ ਤਾਣ ਦੀ ਗੁੜਤੀ ਦਿੰਦੇ ਰਹੇ। ਇਹ ਲੱਖੀ ਜੰਗਲ ਵਿੱਚ ਆਪ ਜੀ ਦੇ ਜੁਰਤ ਮਈ ਅਤੇ ਨਿਰਭੈਤਾ ਦੇ ਪ੍ਰਚਾਰ ਦਾ ਸਦਕਾ ਹੀ ਸੀ ਕਿ ਯੋਧੇ ਜਾਨਾਂ ਵਾਰਨ ਲਈ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਨਿਰੰਤਰ ਪੁੱਜਦੇ ਰਹੇ। ਚਮਕੌਰ ਦੀ ਗੜੀ ਤੋਂ ਸਿੱਧੇ ਗੁਰੂ ਗੋਬਿੰਦ ਸਿੰਘ ਜੀ ਲੱਖੀ ਜੰਗਲ ਹੀ ਪਧਾਰੇ ਸਨ। ਔਰੰਗਜ਼ੇਬ ਨੂੰ ਵੀ ਜ਼ਫ਼ਰਨਾਮਾ ਇਸੇ ਮਾਣ ਵਿੱਚ ਲਿਖਿਆ ਸੀ ਕਿ ਇੱਥੋਂ ਦੇ ਲੋਕ ਉਹਨਾਂ ਦੇ ਹੁਕਮ ਵਿੱਚ ਹਨ। ਇਹ ਸਭ ਗੁਰੂ ਤੇਗ ਬਹਾਦਰ ਜੀ ਦੇ ਪ੍ਰਚਾਰ ਦੌਰਿਆਂ ਦਾ ਹੀ ਸਦਕਾ ਸੀ। ਮਾਲਵਾ ਵਿੱਚ ਜਿੱਥੇ ਜਿੱਥੇ ਸ਼ਰਧਾਵਾਨ ਸਿੱਖ ਯਾਦ ਕਰਦੇ ਗੁਰੂ ਤੇਗ ਬਹਾਦਰ ਜੀ ਪੁੱਜਦੇ ਅਤੇ ਗੁਰੂ ਸ਼ਬਦ ਨਾਲ ਜੋੜਦੇ। ਇਹਨਾਂ ਇਲਾਕਿਆਂ ਵਿੱਚ ਵੀ ਸਰਵਰੀਆਂ ਦਾ ਜ਼ੋਰ ਹੈ ਸੀ। ਇੰਨੀ ਸਿੱਖੀ ਫੈਲੀ ਅਤੇ ਸਿੱਖ ਬਣੇ ਕਿ ਗਿਣਤੀ ਕਰਨੀ ਔਖੀ ਹੋ ਗਈ। ਲੱਖੀ ਜੰਗਲ ਦੇ ਨਾਲ ਲੱਗਦੇ ਪਿੰਡਾਂ ਵਿੱਚ ਸਾਧੋ ਮਨ ਕਾ ਮਾਨ ਤਿਆਗੋ ਦਾ ਹੋਕਾ ਦੇ ਕੇ ਆਪ ਜੀ ਤਲਵੰਡੀ ਸਾਬੋ ਆਏ। ਉੱਥੇ ਆਪ ਜੀ ਇੱਕ ਟਿੱਬੇ ਹੇਠਾਂ ਆ ਬੈਠੇ ਅਤੇ ਦੀਵਾਨ ਸਜਾਇਆ। ਇੱਕ ਸਿੱਖ ਨੇ ਆ ਕੇ ਬੇਨਤੀ ਕੀਤੀ ਕਿ ਆਪ ਜੀ ਉੱਚਾ ਟਿਕਾਣਾ ਕਰੋ ਤਾਂ ਆਪ ਜੀ ਨੇ ਸਹਿਜ ਸੁਭਾਅ ਵਚਨ ਕੀਤਾ ਕਿ ਉੱਥੇ ਉੱਚਾ ਟਿਕਾਣਾ ਕਰਨ ਵਾਲਾ ਵੀ ਆਏਗਾ। ਇਹ ਅਸਥਾਨ ਭਾਰਾ ਸਥਾਨ ਬਣੇਗਾ। ਬੜੀਆਂ ਬਖਸ਼ਿਸ਼ਾਂ ਹੋਣਗੀਆਂ। ਸੁੰਦਰ ਮੰਦਰ 9 ਨੇਜੇ ਉੱਚਾ ਸੁਨਹਿਰੀ ਕਲਸ ਵਾਲਾ ਥਾਂ ਹੋਵੇਗਾ। ਪੜ੍ਹਨ ਦਾ ਜ਼ਿਕਰ ਚੱਲਿਆ ਤਾਂ 9ਵੇਂ ਪਾਤਸ਼ਾਹ ਨੇ ਫਰਮਾਇਆ ਕਿ ਇਹ ਗੁਰੂ ਕੀ ਕਾਂਸ਼ੀ ਹੋਵੇਗੀ। ਉੱਥੇ ਆਪ ਜੀ ਇੱਕ ਪੁਰਾਣੇ ਤਲਾਬ ਦੇ ਕੰਢੇ ਪੁਰਾਣੀ ਬੇਰੀ ਹੇਠਾਂ ਜਾ ਬਿਰਾਜੇ। ਗੁਰੂ ਨਾਨਕ ਦੇਵ ਜੀ ਨੇ ਵੀ ਉੱਥੇ ਚਰਨ ਪਾਏ ਸਨ। ਆਪ ਜੀ ਨੇ ਤਲਾਬ ਦੀ ਕਾਰ ਕਢਵਾਉਣ ਦਾ ਹੁਕਮ ਦਿੱਤਾ ਅਤੇ ਸਭ ਤੋਂ ਪਹਿਲਾਂ ਆਪਣੇ ਪਾਵਨ ਦੁਸ਼ਾਲੇ ਵਿੱਚ ਕਾਰ ਕੱਢੀ। ਜਦ ਕਿਸੇ ਕਿਹਾ ਕਿ ਸ਼ਾਲ ਬੜੀ ਕੀਮਤੀ ਹੈ ਤਾਂ ਆਪ ਜੀ ਨੇ ਫਰਮਾਇਆ ਕਿ ਸਰੋਵਰ ਵੀ ਬੜਾ ਕੀਮਤੀ ਹੈ। ਦੇਖਦੇ ਹੀ ਦੇਖਦੇ ਤਲਾਬ ਸਰੋਵਰ ਬਣ ਗਿਆ। ਉੱਥੋਂ ਹੀ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਨੇ ਢਾਲਾਂ ਨਾਲ ਕਾਰ ਕੱਢੀ ਸੀ। ਲੰਗਰ ਵੀ ਆਪ ਜੀ ਨੇ ਲਗਾ ਦਿੱਤੇ। ਹੁਣ ਇਸ ਸਥਾਨ ਨੂੰ ਗੁਰਸਰ ਦਰਬਾਰ ਨੂੰ ਵਿਸ਼ਵਨਾਥ ਅਤੇ ਦੇਗ ਨੂੰ ਅੰਨਪੂਰਨਾ ਦੀ ਦੇਗ ਬੋਲਦੇ ਹਨ। ਇੱਥੇ ਆਪ ਜੀ ਨੂੰ ਸਾਬੋ ਦੀ ਔਲਾਦ ਭਾਈ ਡੱਲਾ ਵੀ ਮਿਲਿਆ ਸੀ। ਸਾਬੋ ਨੂੰ ਗੁਰੂ ਨਾਨਕ ਦੇਵ ਜੀ ਨੇ ਕਿਰਤ ਕਰ ਖਾਣ ਅਤੇ ਵੰਡਣ ਦਾ ਉਪਦੇਸ਼ ਦਿੱਤਾ ਸੀ। ਲੋਕੀ ਉਸ ਨੂੰ ਚੋਰ ਮਾਰ ਕਹਿੰਦੇ ਸਨ ਪਰ ਹੁਣ ਲੋਕ ਭਾਈ ਸਾਬੋ ਕਹਿੰਦੇ। ਇੱਥੇ ਇੱਕ ਗੱਲ ਹੋਰ ਚੇਤੇ ਰੱਖਣ ਵਾਲੀ ਹੈ ਕਿ ਮਾਲਵਾ ਦੀ ਪਹਿਲੀ ਫੇਰੀ ਹੀ ਸੀ ਜਿਸ ਵਿੱਚ ਕਈ ਥਾਵਾਂ ਅਤੇ ਪਿੰਡ ਵਾਸੀਆਂ ਨੇ ਪੂਰਾ ਆਦਰ ਨਹੀਂ ਦਿੱਤਾ। ਜਦ ਅਜਮਤ ਬਖਸ਼ਿਸ਼ਾਂ ਅਤੇ ਵਡਿਆਈ ਦੀ ਦੋਹੀ ਫਿਰ ਗਈ ਤਾਂ ਸੰਗਤਾਂ ਨੇ ਆ ਕੇ ਭੁੱਲਾਂ ਬਖਸ਼ਾਈਆਂ। ਅਲੀ ਸ਼ੇਰ ਧਰਮਕੋਟ ਜਾਂ ਗੋਬਿੰਦਪੁਰ ਦੀਆਂ ਸਾਖੀਆਂ ਮੇਰੇ ਜਾਂਚੇ ਇਸ ਪਹਿਲੇ ਦੌਰੇ ਦੀਆਂ ਲੱਗਦੀਆਂ ਹਨ। ਜਦ ਸੰਗਤਾਂ ਨੂੰ ਗਿਆਨ ਹੋ ਗਿਆ ਤਾਂ ਉਹਨਾਂ ਪਛਤਾਵੇ ਵੀ ਕੀਤੇ। ਸਾਬੋ ਦੀ ਤਲਵੰਡੀ ਦਮਦਮਾ ਸਾਹਿਬ 9 ਦਿਨ ਰਹਿ ਕੇ
आप जी ਧਰਮੂ ਦੇ ਕੋਟ ਪੁੱਜੇ। ਸਾਰਾ ਇਲਾਕਾ ਦਰਸ਼ਨਾਂ ਨੂੰ ਆਇਆ। ਭਾਈ ਜਗਤਾ ਨਾਂ ਦੇ ਕਿਰਤੀ ਸਿੱਖ ਨੇ ਬੇਨਤੀ ਕੀਤੀ ਕਿ ਉਸ ਦੇ ਸਥਾਨ ਤੇ ਇੱਕ ਰਾਤ ਜ਼ਰੂਰ ਵਿਸ਼ਰਾਮ ਕਰੋ। ਮਹਾਰਾਜ ਜੀ ਉਸ ਦੇ ਘਰ ਜਾ ਕੇ ਟਿਕੇ ਹੀ ਸਨ ਕਿ ਕੁਝ ਧਾੜਵੀਆਂ ਨੇ ਗੁਰੂ ਜੀ ਦਾ ਘੋੜਾ ਰਾਤ ਨੂੰ ਚਰਾਉਣਾ ਚਾਹਿਆ। ਉਹਨਾਂ ਵਿੱਚੋਂ ਹੀ ਦੋ ਨੇ ਜਦ ਦੋ ਸ਼ੇਰਾਂ ਨੂੰ ਤਲਾਬ ਵਿੱਚੋਂ ਇਸ਼ਨਾਨ ਕਰਨ ਉਪਰੰਤ ਗੁਰੂ ਟਿਕਾਣੇ ਦੀ ਰਾਖੀ ਕਰਦੇ ਤੇ ਪਰਿਕਰਮਾ ਕਰਦੇ ਡਿੱਠਾ ਤਾਂ ਉਹ ਅਜ਼ਮਤ ਦੇਖ ਮੁੜ ਗਏ, ਪਰ ਦੂਜਿਆਂ ਨੇ ਚੁਰਾ ਹੀ ਲਿਆ। ਘੋੜਾ ਦੌੜਾ ਕੇ ਉਹ ਲੈ ਗਏ, ਪਰ ਡਰ ਪਿੱਛਾ ਨਾ ਛੱਡੇ। ਆਖਰ ਇੱਕ ਢਾਬ ਸੀਤਲਸਰ ਪਾਣੀ ਪੀਣ ਲਈ ਰੁਕੇ ਤਾਂ ਪਕੜੇ ਗਏ। ਮਹਾਰਾਜ ਦੇ ਹਜ਼ੂਰ ਪੇਸ਼ ਕੀਤਾ ਤਾਂ ਆਪ ਜੀ ਨੇ ਖਿਮਾ ਬਖਸ਼ੀ ਅਤੇ ਕਿਹਾ ਕਿ ਤੁਸੀਂ ਕੈਸੇ ਇਨਸਾਨ ਹੋ ਜੋ ਫਕੀਰਾਂ ਦੀਆਂ ਗੋਦੜੀਆਂ ਵੀ ਨਹੀਂ ਛੱਡਦੇ। ਉਹਨਾਂ ਧਾੜਵੀਆਂ ਵਿੱਚੋਂ ਇੱਕ ਨੂੰ ਇੰਨਾ ਪਛਤਾਵਾ ਲੱਗਾ ਕਿ ਜੰਡ ਦੀ ਇੱਕ ਟਾਹਣੀ ਲੈ ਕੇ ਉਸ ਨੂੰ ਤਿੱਖਾ ਕਰਕੇ ਸੰਗਤ ਸਾਹਮਣੇ ਹੀ ਪੇਟ ਵਿੱਚ ਖਵਾਉਣ ਲੱਗਾ ਤਾਂ ਮਹਾਰਾਜ ਨੇ ਵਰਜਿਆ ਤੇ ਫਰਮਾਇਆ ਕਿ ਪਛਤਾਵਾ ਹੀ ਅਸਲ ਸਜ਼ਾ ਹੈ। ਉਹ ਚਰਨੀ ਢੱਠਾ। ਜੰਡ ਹਰੀ ਹੋ ਗਈ। ਹੁਣ ਗੁਰਦੁਆਰਾ ਸੂਲੀਸਰ ਕਰਕੇ ਜਾਣੀ ਜਾਂਦੀ ਹੈ। ਦੂਜੇ ਨੇ ਕੰਡਿਆਲੀ ਸੇਜ ਕਰਕੇ ਜਾਣ ਦੇ ਦਿੱਤੀ। ਸੂਲੀਸਰ ਨੂੰ ਹੀ ਦਮਦਮਾ ਦੀ ਡਿਉਢੀ ਕਹਿੰਦੇ ਹਨ। ਜੋ ਦਮਦਮਾ ਸਾਹਿਬ ਦੇ ਦਰਸ਼ਨਾਂ ਨੂੰ ਜਾਂਦੇ ਹਨ ਉਹ ਟਾਲਾ ਸਾਹਿਬ ਅਤੇ ਸੂਲੀਸਰ ਦੀ ਯਾਤਰਾ ਜ਼ਰੂਰ ਕਰਦੇ ਹਨ। ਬਰਾ ਪਿੰਡ ਨਿਵਾਸੀਆਂ ਦੇ ਪ੍ਰੇਮ ਦੇ ਖਿੱਚੇ ਗੁਰੂ ਜੀ ਪਿੰਡ ਸਹਾਰਨ ਅਤੇ ਜੋੜੀਆਂ ਛਪੜੀਆਂ ਤੋਂ ਹੁੰਦੇ ਉੱਥੇ ਗਏ। ਉੱਥੇ ਇੱਕ ਦਿਨ ਟਿਕ ਕੇ ਆਪ ਜੀ ਬਛਵਾਨ ਚਰਨ ਪਾਏ, ਸ਼ਬਦ ਦੀ ਟੇਕ ਦਾ ਉਪਦੇਸ਼ ਦਿੱਤਾ। ਬਛਵਾਨਾਂ ਤੋਂ ਗੋਬਿੰਦਪੁਰ ਜਾ ਟਿਕਾਣਾ ਕੀਤਾ। ਉੱਥੇ ਘੋੜਿਆਂ ਲਈ ਹਰਾ ਘਾਹ ਘਾਈਏ ਵੱਢਣ ਲੱਗੇ ਤਾਂ ਪਿੰਡ ਵਾਸੀਆਂ ਨੇ ਸੇਵਕ ਦੇ ਰੰਬੇ ਅਤੇ ਪੰਡਾਂ ਖੋਹ ਲਈਆਂ। ਮਨਮੁਖ ਜਾਣ ਗੁਰੂ ਜੀ ਅਗਲੇ ਪਿੰਡ ਸਿਗਰੇੜੀ ਜਾ ਟਿਕੇ। ਪਿੰਡ ਵਾਸੀਆਂ ਨੇ ਤਨੋ ਮਨੋ ਸੇਵਾ ਕੀਤੀ। ਮਹਾਰਾਜ ਦੇ ਸ਼ਾਂਤ ਚਿੱਤ ਖਿਮਾਸ਼ੀਲ ਸੁਭਾਅ ਦੀ ਸ਼ੋਭਾ ਲਾਗੇ ਚਾਗੇ ਫੈਲ ਗਈ। ਗੋਬਿੰਦਪੁਰ ਦੇ ਵਸਨੀਕਾਂ ਵੀ ਪਛਤਾਵਾ ਕੀਤਾ ਅਤੇ ਆਪਣੇ ਆਪ ਨੂੰ ਲਾਹਨਤਾਂ ਪਾਈਆਂ ਕਿ ਨਿਗੁਣੀ ਜਿਹੀ ਵਸਤ ਪਿੱਛੇ ਗੁਰੂ ਜੀ ਦੀ ਬਖਸ਼ਿਸ਼ ਨਾ ਲਈ। ਸਾਰੇ ਟੁਰ ਕੇ ਆਏ ਅਤੇ ਖਿਮਾ ਮੰਗੀ। ਪਿੰਡ ਵੱਲੋਂ 7 ਭੂਰੇ 2 ਘੜੇ ਘਿਓ ਅਤੇ ਇੱਕ ਤੁਰੀ ਚੰਗੇਰੀ ਘੋੜੀ ਭੇਟ ਵਜੋਂ ਲੈ ਹਾਜ਼ਰ ਹੋਏ। ਗੁਰੂ ਜੀ ਨੇ ਆਪਣੇ ਸੁਭਾਅ ਅਨੁਸਾਰ ਖਿਮਾ ਬਖਸ਼ੀ ਅਤੇ ਪਿੰਡ ਨੂੰ ਸਗੋਂ ਬਖਸ਼ਿਸ਼ ਦੇ ਦਰ ਆ ਕੇ ਸੂਰਬੀਰ ਹੋਣ ਦਾ ਵਰ ਦਿੱਤਾ। ਇਹ ਵੀ ਫਰਮਾਇਆ ਕਿ ਬੜਾ ਬੋਲਣ ਵਾਲਾ ਖੋਲਾ ਹੋ ਜਾਂਦਾ ਹੈ। ਕੈਸੇ ਆਚਰਨ ਵਾਲੇ ਸਿੱਖ ਬਣ ਰਹੇ ਸਨ ਕਿ ਲੋਕਾਂ ਲਈ ਉਦਾਹਰਣ ਬਣ ਗਏ। ਅਕਬਰਪੁਰ ਖਡਾਲਾ ਦੇ ਰਹਿਣ ਵਾਲੇ ਭਾਈ ਗੁਲਾਬ ਸਿੰਘ ਜੀ ਦੀ ਸੁੰਦਰਤਾ ਅਤੇ ਉੱਥੋਂ ਦੇ ਹਾਕਮ ਨਵੀ ਬਖਸ਼ ਦੀ ਬੇਗਮ ਦਿਲ ਦੇ ਬੈਠੀ। ਸਿੱਖ ਆਚਰਨ ਦਾ ਪੱਕਾ ਰਿਹਾ। ਬੇਗਮ ਨੇ ਸਿੱਖ ਤੇ ਤੌਮਤ ਲਗਵਾ ਕੇ ਪਕੜਵਾ ਦਿੱਤਾ। ਹਾਕਮ ਨੇ ਸਿੱਖ ਨੂੰ ਤਸੀਹੇ ਦਿੱਤੇ ਤੇ ਚਾਕੂਆਂ ਦੀ ਸੇਜ ਵਿਛਾ ਕੇ ਤਹਿਖਾਨੇ ਵਿੱਚ ਬੰਦੀ ਪਾ ਦਿੱਤਾ। ਕਲਗੀਧਰ ਉਸ ਸਮੇਂ ਸਾਬੋ ਕੀ ਤਲਵੰਡੀ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਆਪ ਆ ਕੇ ਸਿੱਖ ਨੂੰ ਬਚਾਇਆ ਅਤੇ ਆਪਣੇ ਘੋੜੇ ਤੇ ਆਪਣੀ ਹੀ ਇੱਕ ਰਕਾਬ ਵਿੱਚ ਉਸ ਦਾ ਪੈਰ ਪਾ ਨਾਲ ਲੈ ਗਏ। ਗੁਰੂ ਗੋਬਿੰਦ ਸਿੰਘ ਜੀ ਉਸ ਸਮੇਂ ਗੋਬਿੰਦਪੁਰ ਆਏ ਸਨ। ਧਮਧਾਨ ਸਿੰਗਰੜੀ ਤੋਂ ਗਾਗਾ ਪੁੱਜ ਕੇ ਢਾਬ ਕਿਨਾਰੇ ਦੀਵਾਨ ਸਜਾਏ। ਫਿਰ ਗੁਰਨੇ ਲੇਹਲ ਕਲਾਂ ਅਤੇ ਮੂਣਕ ਪਿੰਡ ਨੂੰ ਤਾਰਦੇ, ਸ਼ਬਦ ਨਾਲ ਜੋੜਦੇ, ਸਿਮਰਨ ਦ੍ਰਿੜ ਕਰਵਾਉਂਦੇ, ਸੁਲਤਾਨਪੁਰੀਆਂ ਤੋਂ ਵਰਜਦੇ, ਪਕਰੋੜ ਅਤੇ ਘੱਗਰ ਨਦੀ ਦੇ ਪੱਤਣ ਨੂੰ ਪਾਰ ਕਰਕੇ ਆਪ ਜੀ ਧਮਧਾਨ ਪੁੱਜੇ। ਧਮਧਾਨ ਵੀ ਡੇਰਾ ਆਪ ਜੀ ਨੇ ਪੁਰਾਣੇ ਅਖਵਾਉਂਦੇ ਲਵ ਕੁਸ਼ ਦੇ ਤਲਾਬ ਤੇ ਕੰਢੇ ਲਾਇਆ। ਮਨੌਤ ਹੈ ਕਿ ਇਸ ਤਲਾਬ ਕਿਨਾਰੇ ਹੀ ਲਵ ਕੁਸ਼ ਭਰਾਵਾਂ ਨੇ ਆਪਣੇ ਪਿਤਾ ਸ਼੍ਰੀ ਰਾਮ ਚੰਦਰ ਜੀ ਦੀ ਭੇਜੀ ਫੌਜ ਦਾ ਟਾਕਰਾ ਕੀਤਾ ਸੀ ਅਤੇ ਭਾਂਜ ਪਾਈ ਸੀ। ਉੱਥੋਂ ਦਗੋ ਨਾਮ ਦੇ ਚੌਧਰੀ ਨੇ ਦੁੱਧ ਦੀ ਗਾਗਰ ਭੇਟਾ ਵਜੋਂ ਪੇਸ਼ ਕੀਤੀ ਤਾਂ ਮਹਾਰਾਜ ਨੇ ਫਰਮਾਇਆ ਕਿ ਇਹ ਸੰਗਤਾਂ ਦੇ ਕੰਮ ਦਾ ਦੁੱਧ ਨਹੀਂ ਹੈ, ਇਹ ਮੂੜੀ ਚਾੜ ਕੇ ਚੋਰੀ ਜ਼ਬਰਦਸਤੀ ਚੋਇਆ ਹੈ। ਦਗੋ ਤੇ ਉਸ ਦੇ ਸਾਥੀਆਂ ਨੇ ਖੇਵਾ ਮੰਗੀ ਅਤੇ ਆਪਣੀਆਂ ਮੱਝਾਂ ਦਾ ਤਾਜ਼ਾ ਦੁੱਧ ਚੁਆ ਕੇ ਸੰਗਤਾਂ ਨੂੰ ਛਕਾਇਆ। ਦਗੋ ਦੇ ਪਿੰਡ ਵਾਸੀ ਛੇੜੀਆਂ ਗਾਈਆਂ ਮੱਝਾਂ ਨੂੰ ਆਪਣੇ ਬਲ ਸਹਾਰੇ ਬਾਹਰ ਪਕੜ ਲੈਂਦੇ ਸਨ। ਜ਼ਬਰਦਸਤੀ ਬੰਨ੍ਹ ਕੇ ਵੱਛਿਆਂ ਦੇ ਕੁਰਲਾਉਂਦਿਆਂ ਦੁੱਧ ਚੋ ਲੈਂਦੇ ਸਨ। ਮਹਾਰਾਜ ਨੇ ਐਸੀ ਜ਼ਬਰਦਸਤੀ ਨਾਲ ਇਕੱਤਰਿਤ ਕੀਤੀ ਭੇਟਾ ਲੈਣ ਤੋਂ ਇਨਕਾਰ ਕਰ ਦਿੱਤਾ। ਉਹ ਸੱਚ ਦਰੜਾਉਣ ਆਏ ਸਨ ਅਤੇ ਸਾਡੇ ਲਈ ਪੂਰਨੇ ਕੀ ਭੇਟਾ ਸੂਚੀ ਹੋਣੀ ਚਾਹੀਦੀ ਹੈ। ਗੁਰੂ ਪਾਤਸ਼ਾਹ ਨੇ ਸਭ ਨੂੰ ਉਪਦੇਸ਼ ਦਿੰਦੇ ਕਿਹਾ, ਸਦਾ ਚੇਤੇ ਰੱਖੋ ਅਸੀਂ ਇੱਕ ਬਾਪੂ ਦੇ ਪੁੱਤਰ ਹਾਂ। ਜਦ ਤੱਕ ਪ੍ਰਭੂ ਨੂੰ ਪਿਤਾ ਸਮਾਨ ਨਹੀਂ ਜਾਣਦੇ ਤਦ ਤੱਕ ਇਹ ਯਕੀਨ ਨਹੀਂ ਬੱਝੇਗਾ ਕਿ ਉਹ ਸਾਡੀ ਬੇਨਤੀ ਸੁਣੇਗਾ। ਜੇ ਉਹ ਸਾਂਝਾ ਬਾਪ ਹਮਾਰਾ ਹੈ ਤਾਂ ਫਿਰ ਸਾਰੇ ਹੀ ਇੱਕ ਦੂਜੇ ਦੇ ਭਰਾ ਹਨ। ਕੀ ਇਹ ਸੋਭਦਾ ਹੈ ਕਿ ਆਪਣੇ ਹੀ ਭਰਾ ਦੀ ਵਸਤੂ ਤੇ ਹੱਥ ਪਾਈਏ? ਕੀ ਕੋਈ ਪ੍ਰਭੂ ਤੋਂ ਕੁਝ ਛੁਪਾ ਸਕਦਾ ਹੈ ਜੋ ਸਦਾ ਹਾਜ਼ਰ ਹੈ?
ਕਰਤੂਤ ਪਸ਼ੂ ਕੀ ਮਾਨਸ ਜਾਤ ਵਾਲੀ ਦਸ਼ਾ ਬਣ ਗਈ ਹੈ। ਲੋਭ, ਈਰਖਾ ਅਤੇ ਜਬਰ ਦੀ ਜ਼ਿੰਦਗੀ ਕਦੀ ਕੁਝ ਸਵਾਰ ਨਹੀਂ ਸਕਦੀ। ਹੰਸ ਹੇਤ ਲੋਭ, ਕੋਪ, ਚਾਰੇ ਨਦੀਆਂ ਅੱਗ ਗੁਰੂ ਨਾਨਕ ਦੇਵ ਜੀ ਨੇ ਦੱਸੀਆਂ ਹਨ। ਸਾਰਾ ਸੰਸਾਰ ਉਹਨਾਂ ਵਿੱਚ ਪੈ ਕੇ ਸੜ ਰਿਹਾ ਹੈ। ਬਚੇਗਾ ਉਹੀ ਜੋ ਸ਼ੁਭ ਕਰਮ ਕਰੇਗਾ। ਕਿਸੇ ਤੇ ਜ਼ਬਰ ਨਾ ਕਰੋ, ਇਹ ਹੀ ਰਾਹ ਹੈ ਪਤ ਸੇਤੀ ਘਰ ਜਾਣ ਦਾ। ਸਭ ਨੇ ਚਰਨ ਪਕੜ ਲਈ, ਖਿਮਾ ਮੰਗੀ। ਦਗੋ ਗੁਰੂ ਜੀ ਨੂੰ ਆਪਣੀ ਹਵੇਲੀ ਲੈ ਗਿਆ ਅਤੇ ਨਿਮਰਤਾ ਧਾਰ ਸੇਵਾ ਕੀਤੀ। ਧਮਧਾਣ ਹੀ ਵਿਸਾਖੀ ਮਨਾਉਣ ਦਾ ਵਿਚਾਰ ਗੁਰੂ ਜੀ ਨੇ ਕੀਤਾ ਅਤੇ ਸੰਗਤਾਂ ਦੂਰੋਂ ਦੂਰੋਂ ਦਰਸ਼ਨਾਂ ਨੂੰ ਆਉਣ ਲੱਗੀਆਂ। ਪਿਛਲੇ ਸਾਰੇ ਸਫ਼ਰ ਵਿੱਚ ਭਾਈ ਰਾਮਦੇਵ ਨਾਮ ਦਾ ਇੱਕ ਸਿੱਖ ਦਿਨ ਰਾਤ ਦੀ ਪਰਵਾਹ ਨਾ ਕਰਦੇ ਸੇਵਾ ਕਰ ਰਿਹਾ ਸੀ। ਖਾਸ ਕਰ ਜਲ ਢੋਣ, ਛਿੜਕਾਉਣ ਅਤੇ ਪਿਆਉਣ ਦੀ ਸੇਵਾ ਬਹੁਤ ਕਰਦਾ ਸੀ। ਇੰਨੀ ਸੇਵਾ ਕਰਦਾ ਸੀ ਕਿ ਕਦੀ ਕਿਸੇ ਨੇ ਉਸ ਨੂੰ ਸਿਰ ਤੋਂ ਇਹਨੂੰ ਉਤਾਰਿਆ ਨਹੀਂ ਸੀ ਡਿੱਠਾ। ਕਿਸੇ ਪਾਸੇ ਪਾਣੀ ਦੀ ਥੁੜ ਨਹੀਂ ਸੀ ਰਹਿਣ ਦਿੰਦਾ। ਇੰਨਾ ਚੋਖਾ ਛਿੜਕਾਊ ਕਰ ਦਿੰਦਾ ਸੀ ਕਿ ਮਹਾਰਾਜ ਨੇ ਇੱਕ ਦਿਨ ਬਖਸ਼ਿਸ਼ਾਂ ਦੇ ਘਰ ਆ ਕੇ ਫਰਮਾਇਆ ਕਿ ਤੂੰ ਤਾਂ ਮੀਂਹ ਹੀ ਵਰਸਾ ਦਿੰਦਾ ਹੈ। ਉਸ ਦਾ ਨਾਂ ਹੀ ਮੀਂਹ ਸਾਹਿਬ ਹੋ ਗਿਆ। ਮਹਾਰਾਜ ਨੇ ਆਪਣੇ ਹੱਥੀਂ ਉਸ ਦਾ ਇੰਨੂ ਉਤਾਰਿਆ, ਗਾਗਰਾਂ ਦੇ ਭਾਰ ਨਾਲ ਪਏ ਜ਼ਖਮ ਸਾਫ਼ ਕੀਤੇ ਅਤੇ ਬਖਸ਼ਿਸ਼ ਉਸ ਨੂੰ ਬਖਸ਼ੀ। ਉਸ ਨੂੰ ਇੱਕ ਨਗਾਰਾ, ਝੰਡਾ, ਸੇਲੀ ਅਤੇ ਇੱਕ ਬੇਲ ਦੱਖਣੀ ਦੇ ਕੇ ਹੁਕਮ ਕੀਤਾ ਕਿ ਨਗਾਰੇ ਨੂੰ ਬੈਲ ਤੇ ਰੱਖ ਕੇ ਪਿੰਡ ਪਿੰਡ ਹੁਣ ਨਾਮ ਵੰਡੋ ਤੇ ਸੰਗਤਾਂ ਨੂੰ ਸੇਵਾ ਦੀ ਮਹੱਤਤਾ ਦ੍ਰਿੜ ਕਰਾਓ। ਭਾਈ ਮੀਂਹ ਦੀ ਬਖਸ਼ਿਸ਼ ਨੇ ਸਿੱਖੀ ਦੇ ਛੱਟੇ ਦੂਰ ਦੂਰ ਤੱਕ ਮਾਰੇ। ਇਹਨਾਂ ਹੀ ਪੂਰਬ ਦੇਸ਼ਾਂ ਵਿੱਚ ਜਾ ਕੇ ਗੁਰੂ ਸ਼ਬਦ ਦਾ ਪ੍ਰਚਾਰ ਕੀਤਾ। ਗੁਰੂ ਤੇਗ ਬਹਾਦਰ ਜੀ ਦੇ ਆਉਣ ਤੋਂ ਪਹਿਲਾਂ ਜ਼ਮੀਨ ਤਿਆਰ ਕੀਤੀ। ਖਾਸ ਕਰ ਮੁਰਾਦਾਬਾਦ, ਲਖਨਊ, ਬਾਰਾਬੱਕੀ, ਨਵਾਬਗੰਜ ਥਾਵਾਂ ਤੇ ਸਿੱਖੀ ਦੇ ਅਸੂਲ ਦ੍ਰਿੜ ਕਰਾਏ। ਗੁਰੂ ਤੇਗ ਬਹਾਦਰ ਜੀ ਉਚੇਚੇ ਤੌਰ ਤੇ ਇਹਨਾਂ ਥਾਵਾਂ ਉੱਤੇ ਗਏ। ਮੀਂਹ ਸਾਹਿਬ ਦੀ ਚੜ੍ਹਾਈ ਕਰਨ ਪਿੱਛੋਂ ਉਹਨਾਂ ਦੇ ਪੁੱਤਰ ਲਖਮੀਰ ਅਤੇ ਮਗਣੀ ਰਾਮ ਨੇ ਸਿੱਖੀ ਪ੍ਰਚਾਰ ਦਾ ਨਗਾਰਾ ਉਸੇ ਤਰ੍ਹਾਂ ਵਜਾਈ ਰੱਖਿਆ। ਧਮਧਾਣ ਸਾਹਿਬ ਮਾਲਵੇ ਦਾ ਇੱਕ ਪ੍ਰਸਿੱਧ ਗੁਰੂ ਅਸਥਾਨ ਵੀ ਬਣ ਗਿਆ। ਗੁਰੂ ਤੇਗ ਬਹਾਦਰ ਜੀ ਹਰ ਪ੍ਰਚਾਰ ਦੌਰੇ ਸਮੇਂ ਧਮਧਾਣ ਸਾਹਿਬ ਆਏ। ਪਹਿਲੀ ਵਾਰੀ ਜਦ ਦਿੱਲੀ ਬੁਲਾਏ ਗਏ ਤਾਂ ਆਪ ਜੀ ਧਮਧਾਣ ਹੀ ਸਨ। ਧਮਧਾਣ ਸਾਹਿਬ ਵਿੱਚ ਉਸ ਕਿਰਪਾਨ ਦੇ ਵੀ ਦਰਸ਼ਨ ਹੁੰਦੇ ਹਨ ਜਿਸ ਨੂੰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਗਾਤਰੇ ਵਿੱਚੋਂ ਉਤਾਰ ਕੇ ਬਾਬਾ ਬੰਦਾ ਸਿੰਘ ਜੀ ਨੂੰ ਦੇਣਾ ਚਾਹਿਆ ਸੀ, ਪਰ ਖਾਲਸੇ ਨੇ ਪੰਥ ਦਾ ਹੱਕ ਹੈ ਆਖ ਕੇ ਨਹੀਂ ਦੇਣ ਦਿੱਤੀ ਸੀ। 2250 ਵਿਗੇ ਜ਼ਮੀਨ ਵੀ ਇਸ ਗੁਰਦੁਆਰੇ ਨਾਲ ਹੈ। ਗੁਰੂ ਹਰਗੋਬਿੰਦ ਜੀ ਨੇ ਕਿਰਤਪੁਰ ਟਿਕ ਕੇ ਸਿੱਖੀ ਪ੍ਰਚਾਰ ਵੱਲ ਉਚੇਚਾ ਧਿਆਨ ਦਿੱਤਾ ਸੀ ਅਤੇ ਬਾਬਾ ਗੁਰਦਿੱਤਾ ਜੀ ਨੂੰ ਜਦ ਬਾਬਾ ਸ਼੍ਰੀ ਚੰਦ ਜੀ ਦੀ ਝੋਲੀ ਵਿੱਚ ਪਾਇਆ ਸੀ ਤਾਂ 1 ਸਦੀ ਦੀ ਕੁੜੱਤਣ ਮੁੱਕ ਗਈ ਸੀ। ਉਦਾਸੀ ਮਹਾਤਾਵਾਂ ਨੇ ਸਿੱਖੀ ਆਦਰਸ਼ ਦ੍ਰਿੜਾਉਣ ਦਾ ਕਾਰਜ ਆਪਣੇ ਜਿੰਮੇ ਲੈ ਲਿਆ ਸੀ ਅਤੇ ਬਾਬਾ ਗੁਰਦਿੱਤਾ ਜੀ ਦੀ ਅਗਵਾਈ ਹੇਠਾਂ ਖੂਬ ਜਥੇਬੰਦ ਵੀ ਹੋ ਗਿਆ ਸੀ। 10 ਵੱਡੀਆਂ ਸ਼੍ਰੇਣੀਆਂ ਉਦਾਸੀ ਸੰਪਰਦਾਵਾਂ ਦੀਆਂ ਪ੍ਰਸਿੱਧ ਹਨ, ਜਿਨ੍ਹਾਂ ਵਿੱਚੋਂ 4 ਨੂੰ ਧੂਏ ਅਤੇ 6 ਨੂੰ ਬਖਸ਼ਿਸ਼ਾਂ ਕਰਕੇ ਜਾਣਿਆ ਜਾਂਦਾ ਹੈ। 4 ਹੀ ਧੂਆਂ ਦੇ ਮੁਖੀ ਬਾਲੂ ਹਸਨਾ ਜੀ, ਸ਼੍ਰੀ ਅਲਮਸਤ ਜੀ, ਬਾਬਾ ਫੂਲ ਜੀ, ਬਾਬਾ ਗੋਇੰਦ ਜੀ ਦੇਵ ਨੇਤ ਨਾਲ ਕਸ਼ਮੀਰ ਅਤੇ ਸ਼੍ਰੀਨਗਰ ਦੇ ਹੀ ਸਨ ਅਤੇ ਉਹਨਾਂ ਹਿੰਦੁਸਤਾਨ ਦੀ ਹਰ ਨੁੱਕਰ ਅਤੇ ਬਾਹਰ ਸਿੱਖੀ ਨਿਸ਼ਾਨ ਝੁਲਾਇਆ। ਗੁਰੂ ਉਦਾਸੀਨ ਦੱਤ ਦਰਪਣ ਦੇ ਪੰਨਾ 14 ਤੇ ਲਿਖਿਆ ਹੈ, ਸਨਕਾਦਿਕ ਚਾਰੋਂ ਅਵਤਾਰਾ ਸ਼੍ਰੀਨਗਰ ਕਸ਼ਮੀਰ ਮੋਤਾਰਾ। श्री अलमस्त और बालू हसना गौड़ बिपर सुत जानो जसना। गोंद फूल खत्री सुत जानो श्रीनगर को शाह बखानो। 6 बख्शिशां भाई भगत भगवान जी दी, भाई सुथरे शाह दी, भाई संगत साहिब दी, भाई मीहा साहिब जी दी, भाई बखत मल जी दी ਅਤੇ ਭਾਈ ਜੀਤ ਮੱਲ ਦੀ ਵੱਖ-ਵੱਖ ਗੁਰੂ ਸਾਹਿਬ ਦੇ ਸਮੇਂ ਹੋਂਦ ਵਿੱਚ ਆਈਆਂ ਤੇ ਪ੍ਰਚਲਿਤ ਹੋਈਆਂ। ਭਗਤ ਭਗਵਾਨ ਨੂੰ ਬਖਸ਼ਿਸ਼ ਗੁਰੂ ਹਰਰਾਏ ਸਾਹਿਬ ਜੀ ਨੇ ਕੀਤੀ ਸੀ ਅਤੇ ਪੂਰਵ ਦੇਸ਼ ਉਪਦੇਸ਼ ਕਰਨ ਦੀ ਆਗਿਆ ਕੀਤੀ ਸੀ। ਇਹ ਬੋਧ ਗਇਆ ਦੇ ਜੰਪਲ ਕਹੇ ਜਾਂਦੇ ਹਨ। ਪੂਰਬੀ ਭਾਰਤ ਵਿੱਚ ਭਗਤ ਭਗਵਾਨ ਜੀ ਦੀ ਬਖਸ਼ ਦੇ 308 ਡੇਰੇ ਬਣੇ ਹੋਏ ਹਨ। ਦੂਜੀ ਬਖਸ਼ ਜੋ ਸੁਥਰੇ ਸ਼ਾਹ ਦੀ ਹੈ, ਗੁਰੂ ਹਰਗੋਬਿੰਦ ਜੀ ਦੀ ਬਖਸ਼ਿਸ਼ ਨਾਲ ਹੋਂਦ ਵਿੱਚ ਆਈ ਸੀ। ਗੁਰੂ ਹਰਗੋਬਿੰਦ ਜੀ ਜਦ ਕਸ਼ਮੀਰ ਜਾਂਦੇ ਬਾਰਾਮੂਲਾ ਪਧਾਰੇ ਸਨ ਤਾਂ ਇੱਕ ਬਾਲਕ ਨੂੰ ਰਾਹ ਵਿੱਚ ਪਿਆ ਦੇਖ ਫਰਮਾਇਆ ਸੀ ਕਿ ਹਾਂ ਸੁਥਰਾ ਬਾਲ ਪਿਆ ਹੈ, ਚੁੱਕ ਕੇ ਸਾਂਭੋ ਅਤੇ ਪਾਲਣ ਦਾ ਪ੍ਰਬੰਧ ਕਰੋ। ਇਹ ਹੀ ਬਾਲਕ ਵੱਡਾ ਹੋ ਕੇ ਸੁਥਰੇ ਸ਼ਾਹ ਬਣਿਆ ਤਾਂ ਫਿਰ ਇਹਨਾਂ ਦੀ ਸੰਸਥਾ ਸੁਥਰੇ ਸ਼ਾਹ ਦੀ ਬਖਸ਼ ਕਰਕੇ ਪ੍ਰਸਿੱਧ ਹੋਈ। ਆਪ ਜੀ ਨੇ ਵੱਡੇ ਹੋ ਕੇ ਕੌਤਕੀ ਅਤੇ ਵਿਲਾਸੀ ਢੰਗ ਨਾਲ ਪ੍ਰਚਾਰ ਕੀਤਾ ਅਤੇ ਆਖੇ ਬਚਨ ਸੱਤ ਹੁੰਦੇ।
बड़े खुले डुले शब्द विच सिੱਖੀ सिद्धांत समझाउंदे सन। कई मूँह चढ़े वाक भी उन्हां दे प्रचलित हो गए, जिवें सदा फलाउणी विच आ के ही जो कारज करदे सन उन्हां नूं हिउमे तज्जण लई कैसी चोट मारी है। शबाश पट्टे, शबाश मुठे, शबाश लीते लुੱਟ, शबाश दा मारिया सुथरिया, कहीं ना लही से झट। गुरु हरगोबिंद जी संबंधी बहुत सोहणी 8 पौड़ियां दी वार भी उन्हां लिखी। एक पौड़ी दे शब्द हन, ओह चाकर वड्डी ठौहर दा करनी है पूरा, घोड़ा उसदा लख दा हथियारी सूरा, घाओ ना खाए मगर विच सनमुख मगरूरा, खवैयां साड़े दुध दा कदे खाए ना कूरा, सबे गल्लां ऊणियां नौ तेरा पूरा। इस बख्श ने बहुत प्रचार पश्चिमी पंजाब, सिंध, अफगानिस्तान आदि देशों विच कीता। तीजी बख्श संगत साहिब दी साहिब गुरु हरराय जी दी थापी हुई है। आप जी ने ही फेरू दे सिख होण दा वचन कीता सी। फेरू जी किरत भी करदे सन अते सेवा विच जुटे रहिंदे सन। एक वारी जद एक सिख ने कवेले आउण ते केवल मिसी रोटी ही दित्ती तां उस कह दित्ता कि हे फेरू लंगर काना किया, खाए प्रसाद मैं तृप्त न थियां। तां भाई साहिब ने उस सिख नूं हथ जोड़ के कहा सी, मम एक आख काणी करो, गुरु लंगर रखो बहाल। उस दी एक अख खराब हो गई पर लंगर नूं आंच ना आउण दित्ती। उस दे सेवा पालन तो खुश हो के गुरु हरराय जी ने गुरबाणी दी पोथी माला अते मजीठी चोला बख्शिया ते फरमाया सी, मम खीसा खर्चे कर तेरा, भाव जेब साडी अते हथ तुहाडा है, निसंग हो के खर्च खवाओ। गुरु तेग बहादुर जी ने इन्हां दी करनी देख ही फरमाया सी, भाई फेरू तेरी सच्ची दाड़ी, भाई फेरू तेरी सेवा गाड़ी, भाई फेरू तेरी करनी सारी, भाई फेरू जग तोहला भारी, भाई फेरू तेरे तो सतगुर बलिहारी। गुरु गोबिंद सिंह जी ने भी इन्हां दी निष्कामता ते खुश हो के अब तो खीसा भी होए तोहू फरमाया सी। इन्हां दियां रचनावां भी प्रचलित हन। इस बख्श ने बहुता प्रचार माझे विच कीता। चौथी बख्श भाई मीहा जी दी है, जो गुरु तेग बहादुर जी दी साजी सवारी है। भाई नंद लाल जी नूं गुरु हरगोबिंद जी ने सोहणे दा खिताब बख्शिया सी अते उस दे ही वड्डे पुੱਤਰ राम देव जी सन, जिन्हां दी अणथक सेवा देख गुरु तेग बहादुर जी ने मीर साहिब दा वार दिता सी। गुरु तेग बहादुर जी ने इन्हां दे पानी पिलाउण, छड़काउण अते इशनान कराउण दी सेवा ते ही रीझ फरमाया सी, भाई राम देवा तू तां सचमुच दा मींह वरसा दिता, सो अज तो तू साडा मीहा ही होया। हुण तू नाम बाणी दे अमृत दी वरखा भी कीता कर। महिमा प्रकाश अनुसार एक दखणी बैल भी दिता अते तिस नूं दियां नगारा नाम का झंडा गुर शब्द प्रमाणा। गुरु गोबिंद सिंह जी दे दरबार एक वारी भाई मीहा जी नगारा वजाउंदे ही चले गए। महाराज ने नगारा बैल अते झंडा खोहण दा हुक्म दिता। आप जी ने रता भी मत्थे ते वट ना पाया। सगों जद महाराज ने पुछया कि कित्थे है नगारा, झंडा ते बैल दखणी, तां आप जी ने निमरता सहित कहा, सच्चे पातशाह तुसां बख्शे सन, तुसां आप ही वापस लै लए। दाते ने अपनी वस्त सांभ लई, सेवक नूं तां रजा विच ही रहना बनदा है। दशमेश पिता ने ना सिर्फ नगारा अते निशान साहिब वापस कीते, सगों एक श्री साहिब, एक बीड़ श्री गुरु ग्रंथ साहिब दी अते अपने सीस पर सजाए दस्तारे नालों ला के अद्धा दस्तारा भी बख्शिया। नाले मीहा नाम ते साहिब खिताब वधाया। इस बख्श ने मालवा दुआबा विच विचर के सिੱਖੀ दे झंडे झुलाए। पंजवीं बख्श बख्त मलिए भी गुरु हरराय पातशाही दी थापी हुई है। जद गुरु गोबिंद सिंह जी ने मसंदा नूं सोधिया तां बख्त मल जी महिलां विच जा वड़े अते ਵੀਣੀਆਂ विच चूड़ियां अते नक पा लई। महाराज ने बख्श दिते। इस बख्श ने काबल, बहावलपुर अते सिंध विच सिੱਖੀ प्रचार कीता। छेवीं बख्श जीत मलिए साहिब गुरु गोबिंद सिंह जी ने थापी सी। जद मसंदा नूं आनंदपुर सद्दिया गया तां जीत मलिया विरुद्ध कोई शिकायत ना निकली। ਉਹ ਗੁਰਮਤਿ ਦੇ सच्चे प्रचारक सन। इसे गुरमताई कारण ही महाराज ने इन्हां नूं प्रचार करन दे अधिकार बख्शे। इन्हां दा प्रचार खेतर फतेहपुर सी। अज असीं इत जिन करी जीवनी श्री गुरु तेग बहादुर जी किताब दे 67 पन्ने पढ़ चुके हाँ। बाकी दी किताब असीं अगले भाग विच पढ़ांगे। वाहिगुरू जी का खालसा, वाहिगुरू जी की फतेह।